ਹੋਵੇ ਕਿ ਮੈਂ ਕਿਵੇਂ ਕਿਸ ਤਰ੍ਹਾਂ ਹੋਸ਼ ਗਵਾ ਕੇ ਸਾਰੀਆਂ ਗੱਲਾਂ ਇਹਦੇ ਕੋਲੋਂ ਮੂੰਹੋਂ ਕਢਾਉਣੀਆਂ ਆ, ਇਹ ਕ੍ਰੀਏਟਡ ਕੀਤੀਆਂ ਜਿਸ ਕਰਕੇ ਜਿਸ ਐਂਗਲ ਤੋਂ ਮੈਂ ਬਾਤ ਕਰ ਰਿਹਾ, ਜਿਸ ਐਂਗਲ ਨੂੰ ਮੈਂ ਆਪਰੇਟ ਕਰ ਰਿਹਾ, ਆਈ ਨੋ ਵਾਟ ਆਈ ਐਮ ਡੂਇੰਗ। ਨਹੀਂ ਸਰ, ਹਾਂਜੀ ਇਹ ਹੁਣ 16 ਲੱਖ ਮੰਗਦੇ ਨੇ ਸਰ। ਇਹਨਾਂ ਨੇ ਮਤਲਬ ਬਾਅਦ ਵਿੱਚ ਇਹਨਾਂ ਨੇ ਮੇਰੇ ਕੋਲ ਟੌਰਚਰ ਕਰਨਾ ਮੈਨੂੰ ਸ਼ੁਰੂ ਕਰ ਦਿੱਤਾ। ਅੱਛਾ, ਵੀ ਉਹਨਾਂ ਨੂੰ ਵੀ ਕੋਈ ਸੈਂਸ ਨਹੀਂ ਹੈਗੀ ਕਿ ਤੁਸੀਂ ਕੀ ਕਰ ਰਹੇ ਜੇ, ਕੀ ਤੁਸੀਂ ਮਤਲਬ ਇਹ ਸਮਾਜ ਸਾਡੀ ਕਿੰਨੀ ਨਿਗਾਰਤਾ ਵੱਲ ਜਾ ਰਿਹਾ ਆ, ਕਿੰਨਾ ਲੋ ਲੈਵਲ ਤੇ ਇਸ ਰਿਸ਼ਤੇ ਨੂੰ ਤੁਸੀਂ ਸਿੱਟੀ ਜਾ ਰਹੇ ਜੇ, ਇਹ ਕੀ ਬਣੂਗਾ। ਪਿਆਰ ਦਾ ਕਨਸੈਪਟ ਜਿਹੜਾ ਵਿਆਹ ਦਾ ਕਨਸੈਪਟ ਹੈ ਨਾ, ਜਿੱਦਾਂ ਉਹ ਖਤਮ ਹੋ ਗਿਆ ਲੋਕਾਂ 'ਚ। ਆਹ ਵਿੱਚ ਅਸਲੀ ਪ੍ਰੋਬਲਮ ਜਿੰਨੀਆਂ ਵੀ ਸਟੋਰੀਆਂ ਤੁਹਾਡੀਆਂ ਕੁਦਰਤੀ ਗੱਲ। ਹਾਂਜੀ ਸਰ, ਮੈਂ ਸਾਹਮਣੇ ਰੰਗਦੀ ਉਹ ਮੇਰੇ ਨਾਲੋਂ ਪਰਸਨੈਲਿਟੀਡ ਆ। ਬਾਕੀ ਜੀ ਇਹਨਾਂ ਦੇ ਨਾ ਸੱਸ ਦਾ ਜਿਹੜਾ ਇਲਾਜ ਆ ਉਹ ਭੁੱਲਰ ਸਾਹਿਬ ਤੋਂ ਕਰਾ ਦਿਓ। ਉਹ ਕਹਿੰਦੇ ਸੀ ਇੱਕ ਵਾਰੀ ਤੁਹਾਨੂੰ ਵੀ ਮੈਂ ਨਵਾਂ ਕੰਮ ਸ਼ੁਰੂ ਕੀਤਾ ਵਾ। ਬਲਜਿੰਦਰ ਕੌਰ, ਤੁਹਾਡੇ ਫਾਦਰ ਦਾ ਨਾਮ ਕੀ ਹੈ? ਅਮਰੀਕ ਸਿੰਘ। ਤੁਹਾਡੇ ਹਸਬੰਡ ਦਾ ਨਾਮ? ਗੁਰਰਾਜਨਪ੍ਰੀਤ ਸਿੰਘ। ਆਪ ਜੀ ਦੀ ਮਾਤਾ ਜੀ ਦਾ ਨਾਮ? ਗੁਰਮੀਤ ਕੌਰ। ਤੁਹਾਡਾ ਪਿੰਡ ਕਿਹੜਾ ਹੈ ਪੰਜਾਬ ਦੇ ਵਿੱਚ? ਜ਼ਿਲ੍ਹਾ ਕਿਹੜਾ? ਸਰ ਅੰਮ੍ਰਿਤਸਰ। ਅੰਮ੍ਰਿਤਸਰ ਡਿਸਟ੍ਰਿਕਟ। ਤੇ ਪਿੰਡ ਕਿਹੜਾ? ਸਿੰਘਪੁਰਾ। ਸਿੰਘਪੁਰਾ। ਤੁਸੀਂ ਬੜੇ ਚੰਗੇ ਘਰਾਣੇ ਨਾਲ ਸੰਬੰਧਿਤ ਹੋ ਬੇਟਾ, ਔਰ ਤੁਹਾਡੇ ਪਿਤਾ ਜੀ ਦਾ ਕਾਫੀ ਸਤਿਕਾਰ ਹੈ, ਚੰਗੀ ਧੀ ਹੋ, ਤੁਸੀਂ ਬੜੇ ਐਜੂਕੇਟਡ ਹੋ। ਔਰ ਬਲਜਿੰਦਰ ਕੌਰ, ਤੁਹਾਡੀ ਸ਼ਾਦੀ ਗੁਰਰਾਜਨਪ੍ਰੀਤ ਸਿੰਘ ਨਾਲ ਹੋਈ। ਗੁਰਰਾਜਨਪ੍ਰੀਤ ਦਾ ਜਿਹੜਾ ਪਿੰਡ ਤੁਹਾਡੇ ਸਹੁਰਾ ਪਿੰਡ ਕਿੰਨੇ ਕਿਲੋਮੀਟਰ ਤੇ ਆ? ਸਰ ਮੇਰੇ ਪਿੰਡ ਤੇ ਉਹਨਾਂ ਪਿੰਡ ਦੇ ਫਰਕ ਚ ਸਿਰਫ 1 ਕਿਲੋਮੀਟਰ ਦੂਰ ਉਹਨਾਂ ਦਾ। ਬਿਲਕੁਲ 1 ਕਿਲੋਮੀਟਰ। ਤੁਸੀਂ ਵਿਆਹ ਤੋਂ ਪਹਿਲਾਂ ਦੇਖਿਆ ਸੀ ਕਦੇ ਗੁਰਰਾਜਨਪ੍ਰੀਤ ਨੂੰ? ਨਹੀਂ ਸਰ, ਮੈਂ ਨਹੀਂ ਸੀ ਦੇਖਿਆ। ਔਰ 1 ਕਿਲੋਮੀਟਰ ਦੀ ਵਿੱਥ ਤੇ ਹੋ। ਔਰ ਤੁਹਾਡੀ ਉਮਰ ਕਿੰਨੀ ਹੈ? ਸਰ ਮੇਰੀ 31 ਸਾਲ ਉਮਰ। 31 ਸਾਲ ਹੋ। ਤੇ ਤੁਹਾਡੇ ਪਤੀ ਪਰਮੇਸ਼ਰ ਦੀ ਉਮਰ ਕਿੰਨੀ ਹੈ? ਸਰ ਉਹਨਾਂ ਦੀ ਉਮਰ ਬਾਰੇ ਐਗਜ਼ੈਕਟ ਮੈਨੂੰ ਵੀ ਨਹੀਂ ਪਤਾ, ਕਿਉਂਕਿ ਸਰ ਜਦੋਂ ਉਹਨਾਂ ਨੇ ਮੈਰਿਜ ਤੈਅ ਕੀਤੀ ਸੀ ਉਦੋਂ ਉਹਨਾਂ ਨੇ ਸਾਨੂੰ ਸਰ ਮਤਲਬ ਆਪਣੇ 10th ਤੇ +2 ਦੇ ਜਿਹੜੇ ਆਪਣੇ ਡਾਕੂਮੈਂਟ ਸੀ ਉਹ ਦਿਖਾਏ ਸੀ। ਉਹਦੇ ਅਕੋਰਡਿੰਗ ਉਹਨਾਂ ਦੀ ਵਿਆਹ ਦੀ ਮਤਲਬ ਕਿ ਏਜ ਬਣਦੀ ਸੀ। ਕਿੰਨੀ ਸੀ ਬਣਦੀ? ਹਾਂਜੀ ਸਰ 25 ਸਾਲ ਦੱਸਦੇ ਸੀ ਇਹ। ਨਹੀਂ ਪੇਪਰ ਦੱਸਦੇ ਨਹੀਂ ਸੀ। ਪੇਪਰ ਕੀ ਕਹਿ ਰਹੇ ਸੀ? ਪੇਪਰ ਕੀ ਬੋਲਦੇ ਸੀ? ਹਾਂਜੀ ਸਰ, ਇਹਨਾਂ ਦੇ ਪੇਪਰ ਵੀ ਇਹੋ ਬੋਲਦੇ ਸੀ ਕਿ ਇਹਨਾਂ ਨੇ 25 ਸਾਲ ਦੇ ਹੈਗੇ ਆ। 25 ਸਾਲ ਦੀ ਸੀਗੀ? ਹਾਂਜੀ ਸਰ। ਮਤਲਬ 25 ਸਾਲ 6 ਸਾਲ ਤੁਹਾਡਾ ਫਰਕ ਸੀ। ਹਾਂਜੀ। ਤੁਸੀਂ 6 ਸਾਲ ਦੀ ਘੱਟ ਉਮਰ ਦੇ ਬੱਚੇ ਨਾਲ ਸ਼ਾਦੀ ਕਿਉਂ ਕਰਾਈ? ਐਕਚੁਅਲੀ ਸਰ ਮਤਲਬ ਇਹਦੇ ਆਮ ਤੌਰ ਤੇ ਲੜਕੀਆਂ ਦੀ ਉਮਰ ਛੋਟੀ ਹੁੰਦੀ ਤਾਂ ਮੁੰਡਿਆਂ ਦੀ ਵੱਡੀ ਹੁੰਦੀ ਹੈ, ਤੁਹਾਡੀ ਵੱਡੀ ਹੈ। ਹਾਂਜੀ ਸਰ। ਹਾਂਜੀ ਸਰ, ਸਾਡਾ ਨਾ ਪਹਿਲਾਂ ਹੀ ਆਉਣ ਜਾਣ ਸੀ ਸਰ ਇਹਨਾਂ ਦੇ ਘਰ। ਕੁਝ ਪੈਲੀ ਨੂੰ ਲੈ ਕੇ ਸਰ ਸਾਡੇ 2 ਕਿੱਲੇ ਇਹਨਾਂ ਕੋਲ ਗਹਿਣੇ ਸੀ। You tell me, come on baby, I asked you ਪਹਿਲਾਂ ਬਲਜਿੰਦਰ ਬੇਟਾ ਕਿ ਤੁਸੀਂ ਇਸ ਮੁੰਡੇ ਨੂੰ ਜਾਣਦੇ ਹੋ, ਕਦੇ ਵੇਖਿਆ? ਤੁਸੀਂ ਕਹਿੰਦੇ ਮੈਂ ਵੇਖਿਆ ਨਹੀਂ। ਹਾਂਜੀ ਸਰ। ਹੁਣ ਤੁਸੀਂ ਕਹਿੰਦੇ ਕਿ ਤੁਹਾਡੀ ਆਲਰੇਡੀ ਆਉਣੀ ਜਾਣੀ ਸੀ। ਜੇ ਆਉਣੀ ਜਾਣੀ ਸੀ ਤੇ ਮੁੰਡਾ ਫਿਰ ਇਸ ਸੰਦੂਕ ਵਿੱਚ ਬੰਦ ਹੋ ਜਾਂਦਾ ਸੀ ਜਦੋਂ ਜਾਂਦੇ ਸੀ? ਇਹ ਲੁਕ ਜਾਂਦਾ ਸੀ ਤੁਹਾਨੂੰ ਦੇਖ ਕੇ? ਪੇਰੈਂਟਸ ਦੇ ਸੀ, ਮੇਰੇ ਪੇਰੈਂਟਸ ਦੀ, ਮੇਰੇ ਪਾਪਾ ਦੀ ਸੀ। ਤੁਸੀਂ ਨਹੀਂ ਕਦੇ ਗਏ ਸੀ? ਸਰ ਨਹੀਂ, ਮੈਂ ਕਦੀ ਨਹੀਂ ਗਈ ਸੀ, ਨਾ ਮੈਂ ਕਦੀ ਦੇਖਿਆ ਸੀ ਇਹਨਾਂ ਨੂੰ। ਨਾ ਤੁਹਾਡੇ ਘਰ ਆਏ ਸੀ ਕਦੇ? ਨਹੀਂ ਸਰ। ਤੁਸੀਂ ਇਹਨਾਂ ਨੇ ਇਹ ਤੁਹਾਡੀ ਜ਼ਮੀਨ ਬਾਉਂਦੇ ਜਾਂ ਤੁਸੀਂ ਜ਼ਮੀਨ ਬਾਉਂਦੇ ਸੀ ਇਹਨਾਂ ਦੀ? ਸਰ ਇਹ ਜ਼ਮੀਨ ਸਾਡੀ ਇਹਨਾਂ ਕੋਲ ਗਹਿਣੀ ਸੀ ਤੇ ਇਹ ਸਾਡੇ ਕੋਲ ਠੇਕਾ ਲੈਂਦੇ ਸੀ ਉਸ ਜ਼ਮੀਨ ਦਾ ਸਾਲ ਬਾਅਦ। ਤੁਹਾਡੇ ਫਾਦਰ ਨੇ ਗਹਿਣੇ ਕੀਤੀ ਉਸ ਜ਼ਮੀਨ? ਹਾਂਜੀ ਸਰ। ਆਈ ਸੀ। ਤੁਹਾਡੇ ਫਾਦਰ ਨੇ ਗਹਿਣੇ ਕਿੰਨਾ ਸਮਾਂ ਕੀਤੀ ਰੱਖੀ ਛੱਡੀ ਆ? ਹਾਲੇ ਵੀ ਗਹਿਣੇ ਤੇ ਹੈ? ਹਾਂਜੀ ਸਰ, 5 ਸਾਲ ਦੀ ਮਿਆਦ ਸੀ ਤੇ ਹੁਣ ਵੀ 1 ਸਾਲ ਗਹਿਣੇ ਹੈਗਾ ਇੱਕ। ਹਲ ਹੈਗਾ। ਅੱਛਾ, ਤੁਸੀਂ ਫਿਰ ਆਇਲਟ ਸ਼ਾਦੀ ਤੋਂ ਪਹਿਲਾਂ ਤੁਹਾਡੀ ਕੀਤੀ ਹੋਈ ਸੀ? ਹਾਂਜੀ ਸਰ, ਮੇਰਾ ਸਤੰਬਰ 2019 ਨੂੰ ਟੈਸਟ ਹੋ ਚੁੱਕਿਆ ਸੀ। ਤੇ ਸ਼ਾਦੀ ਤੁਹਾਡੀ ਕਦੋਂ ਹੋਈ ਹੈ? ਸਰ ਦਸੰਬਰ 8 ਦਸੰਬਰ 2019 ਨੂੰ। ਹਾਂਜੀ। ਤੁਸੀਂ ਕੈਨੇਡਾ ਕਦੋਂ ਆਏ ਹੋ? ਸਰ ਮੈਂ ਇੱਥੇ ਹੀ ਇੰਡੀਆ 'ਚ ਹੀ ਆ। ਅੱਛਾ, ਇੰਡੀਆ 'ਚ ਹਾਲੇ ਤੁਸੀਂ ਆਇਲਟ ਕਰ ਲਿਆ ਤੁਹਾਨੂੰ? ਹਾਂਜੀ। ਮਤਲਬ ਆਇਲਟ ਕਰਨ ਤੋਂ ਬਾਅਦ ਤੁਸੀਂ ਕੈਨੇਡਾ ਨੂੰ ਅਪਲਾਈ ਕੀਤਾ, ਤੁਹਾਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਜਾਂ ਨਹੀਂ ਹਾਲੇ? ਨਹੀਂ ਸਰ। ਨਹੀਂ ਮਿਲਿਆ ਹਾਲੇ? ਹਾਂਜੀ। ਆਈ ਸੀ। ਸੋ ਇਹਨਾਂ ਨੇ ਤੁਹਾਡੇ ਤੇ ਪੈਸਾ ਖਰਚ ਕੀਤਾ ਕਿ ਤੁਹਾਡੇ ਨਾਲ ਕਿ ਅਸੀਂ ਤੁਸੀਂ ਸਾਡੇ ਮੁੰਡੇ ਨੂੰ ਲੈ ਜਾਓਗੇ, ਵਿਆਹ ਕਰ ਲਓ? ਕਿਵੇਂ ਇਹ ਜੋ ਵੀ ਹੈ, ਕਿਵੇਂ ਕਿਸ ਤਰ੍ਹਾਂ ਤੁਹਾਡਾ ਰਿਸ਼ਤਾ ਕਿਵੇਂ ਜੁੜਿਆ? ਸਰ ਤੁਹਾਨੂੰ ਮੈਂ ਦੱਸਿਆ ਕਿ ਮੇਰੀ ਸਿਸਟਰ ਦੇ ਟ੍ਰੀਟਮੈਂਟ ਤੇ ਇਹਨਾਂ ਕੋਲ ਪੈਲੀ ਗਹਿਣੀ ਸੀ ਸਾਡੀ, ਤੇ ਇਸ ਤਰ੍ਹਾਂ ਪਾਪਾ ਸਰ ਇਹਨਾਂ ਘਰ ਗਏ ਸੀ ਆਪਣੇ ਠੇਕੇ ਬਾਰੇ ਗੱਲ ਕਰਨ, ਤੇ ਸਰ ਇਹਨਾਂ ਦੀ ਮਮ ਨੂੰ ਮਤਲਬ ਕਿ ਮੇਰੇ ਪਾਪਾ ਨੇ ਇੰਨੀ ਗੱਲ ਕਹੀ ਸੀ ਕਿ ਸਾਡੀ ਬੇਟੀ ਦੀ ਆਇਲਸ ਹੋਈ ਆ, ਕੋਈ ਰਿਸ਼ਤਾ ਹੋਏ ਤਾਂ ਦੇਖਿਓ। ਤੇ ਇਹਨਾਂ ਨੇ ਸਰ ਆਪਣੇ ਬੇਟੇ ਨੂੰ ਕਿਹਾ ਕਿ ਇਹ ਮੇਰਾ ਬੇਟਾ ਵੀ ਹੈਗਾ ਵਾ ਤੇ ਇਹਨਾਂ ਮਤਲਬ ਤੁਸੀਂ ਰਿਸ਼ਤਾ ਕਰ ਸਕਦੇ ਹੋ। ਸਰ ਮੇਰੇ ਪੇਰੈਂਟਸ, ਮੇਰੇ ਪਾਪਾ ਨਹੀਂ ਮੰਨੇ, ਕਹਿੰਦੇ ਕਿ ਤੁਹਾਡਾ ਲੜਕਾ ਠੀਕ ਆ, ਤੁਹਾਡੇ ਕੋਲ ਜ਼ਮੀਨ ਵੀ ਹੈਗੀ ਆ, ਤੁਹਾਡਾ ਲੜਕਾ ਉਮਰ 'ਚ ਵੀ ਘੱਟ ਆ ਤੇ ਅਸੀਂ ਮਤਲਬ ਕਿ ਇਦਾਂ ਨਹੀਂ ਕਰ ਸਕਦੇ। ਤੇ ਸਰ ਮਤਲਬ ਮੇਰੇ ਪੇਰੈਂਟਸ ਨੇ ਮੇਰੇ ਘਰ ਆਣ ਕੇ ਗੱਲ ਕੀਤੀ ਤੇ ਅਸੀਂ ਵੀ ਨਾ ਕਰਤੀ।
ਬਾਅਦ ਵਿੱਚ ਫਿਰ ਸਰ ਮਤਲਬ ਕਿ ਇਹਨਾਂ ਦੇ ਕੰਪੈਲ ਕਰਨ ਤੇ ਕਿ ਕੋਈ ਗੱਲ ਨਹੀਂ, ਏਜ ਦਾ ਜ਼ਿਆਦਾ ਫਰਕ ਨਹੀਂ ਹੈਗਾ, ਫਿਰ ਕਿ ਲੜਕੀ ਵੱਡੀ ਆ ਤੇ ਤੁਸੀਂ ਸਾਨੂੰ ਜਾਣਦੇ ਆ, ਅਸੀਂ ਤੁਹਾਨੂੰ ਜਾਣਦੇ, ਸਾਨੂੰ ਤੁਹਾਡੇ ਤੇ ਯਕੀਨ, ਸਾਨੂੰ ਮਤਲਬ ਕਿ ਯਕੀਨ ਹੈਗਾ ਉਧਰ ਹੀ, ਤੇ ਤੁਸੀਂ ਮੈਰਿਜ ਕਰ ਦਿਓ ਤੇ ਅਸੀਂ ਮਤਲਬ ਕਿ ਪੈਸੇ ਲਾ ਦਾਂਗੇ ਤੇ ਤੁਹਾਡੀ ਲੜਕੀ ਵੀ ਚੱਲ ਜਾਏਗੀ ਤੇ ਸਾਡਾ ਲੜਕਾ ਵੀ ਚੱਲ ਜਾਏਗਾ। ਆਈ ਸੀ ਸਰ ਇਦਾਂ ਗੱਲਬਾਤ ਹੋਈ। ਸੋ ਤੁਹਾਡੀ ਫਿਰ ਤੁਸੀਂ ਵੀਜ਼ਾ ਤੁਹਾਨੂੰ ਲੱਗਾ ਨਹੀਂ ਹਾਲੇ, ਔਰ ਇਹਨੇ ਕਿੰਨਾ ਖਰਚਾ ਕਿੰਨਾ ਕੀਤਾ ਵਿਆਹ ਤੇ? ਸਰ ਹਾਂਜੀ, ਇਹਨਾਂ ਦਾ ਖਰਚਾ ਕਿੰਨਾ ਆਇਆ ਵਿਆਹ ਤੇ ਤੁਹਾਡੇ ਤੇ? ਸਰ ਮੇਰੇ ਪੇਰੈਂਟਸ ਨੇ ਵੀ ਮੇਰੇ ਵਿਆਹ ਤੇ ਪੂਰਾ ਪੈਲੇਸ 'ਚ ਵਿਆਹ ਕੀਤਾ, ਪੂਰਾ ਖਰਚਾ ਕੀਤਾ ਜੋ ਇੱਕ ਮਿਡਲ ਕਲਾਸ ਫੈਮਿਲੀ ਕਰਦੀ ਹੈ, ਮੇਰੇ ਫੈਮਿਲੀ ਨੇ ਉਹ ਖਰਚਾ ਸਾਰਾ ਕੀਤਾ। ਇਹ ਹੁਣ ਕਲੇਮ ਕੀ ਕਰ ਰਹੇ ਕਿ ਇਹਨਾਂ ਨੇ ਤੁਹਾਨੂੰ ਕਿੰਨਾ ਪੈਸਾ ਦਿੱਤਾ ਵਿਆਹ ਕਰਨ ਲਈ? ਸਰ ਵਿਆਹ ਕਰਨ ਲਈ ਪੈਸਾ ਨਹੀਂ ਦਿੱਤਾ ਇਹਨਾਂ ਨੇ। ਇਹਨਾਂ ਨੂੰ ਪੈਸਾ ਸਰ ਇਹ ਨਾ 30 ਹਾਂਜੀ ਸਰ, ਇਹਨਾਂ ਨੂੰ ਲਾਈਵ ਲਓ 30 ਲੱਖ ਰੁਪਇਆ ਸਰ, ਇਹ ਮਤਲਬ ਕਿ ਝੂਠਾ ਇਲਜ਼ਾਮ ਲਾਉਂਦੇ ਆ। ਇਹਨਾਂ ਨੇ ਸਰ ਮੇਰੀ ਫਾਈਲ, ਜਦੋਂ ਸਾਡਾ ਵਿਆਹ ਹੋ ਗਿਆ, ਇਹਨਾਂ ਨੂੰ ਸਰ ਮੈਂ ਵਿਆਹ ਹੋਣ ਤੋਂ ਪਹਿਲਾਂ ਹੀ ਮੇਰੇ ਸਾਰੇ ਡਾਕੂਮੈਂਟ ਸਭ ਕੁਝ ਇਹਨਾਂ ਦੇ ਘਰ ਸੀ। ਮੈਂ ਵਿਆਹ ਹੋਣ ਤੋਂ ਪਹਿਲਾਂ ਹੀ ਸਰ ਇਹਨਾਂ ਨੂੰ ਕਿਹਾ ਕਿ ਕੋਰਟ ਮੈਚ ਕਰਕੇ ਫਾਈਲ ਅਪਲਾਈ ਕਰ ਦਿਓ, ਫਿਰ ਆਪਾਂ ਜਿਹੜਾ ਮਤਲਬ ਸੁਸਾਇਟੀ ਵਿੱਚ ਮੈਰਿਜ ਹੁੰਦੀ ਆ ਉਹਦੇ ਅਕੋਰਡਿੰਗ ਆਪਾਂ ਮੈਰਿਜ ਕਰ ਲਾਂਗੇ। ਬਟ ਸਰ ਇਹ ਮੰਨੇ ਨਹੀਂ, ਕਹਿੰਦੇ ਪਹਿਲਾਂ ਅਸੀਂ ਨਾ ਪੱਕਾ ਵਿਆਹ ਕਰਨਾ, ਗੁਰਦੁਆਰੇ ਲਾਵਾਂ ਵਗੈਰਾ ਹੋ ਕੇ ਫਿਰ ਕਰਨਾ। ਫਿਰ ਸਰ ਇਹਨਾਂ ਨੇ ਵਿਆਹ ਕਰ ਲਿਆ ਤੇ ਉਸ ਤੋਂ ਬਾਅਦ ਸਰ ਇਹਨਾਂ ਦੀ ਪਤਾ ਨਹੀਂ ਮੈਨੂੰ ਡਾਕੂਮੈਂਟ ਕੀ ਸੀ ਕੀ ਨਹੀਂ, ਇਹਨਾਂ ਨੇ ਆਪਣੇ ਆਪ ਸਿੰਗਲ ਫਾਈਲ ਲਾਤੀ। ਹਾਂਜੀ ਸਰ, ਇਹਨਾਂ ਨੇ ਕੋਰਟ ਮੈਰਿਜ ਨਹੀਂ ਕੀਤੀ ਕਿਉਂਕਿ ਇਹਨਾਂ ਦੇ ਜਦੋਂ ਸਰਟੀਫਿਕੇਟ ਮਤਲਬ ਇਹਨਾਂ ਕੋਲ ਨਹੀਂ ਹੈਗੇ ਸੀ, ਮੈਨੂੰ ਇਸ ਗੱਲ ਬਾਰੇ ਕੁਝ ਨਹੀਂ ਪਤਾ ਸਰ, ਤੇ ਇਹਨਾਂ ਨੇ ਆਪਣੇ ਆਪ ਸਿੰਗਲ ਫਾਈਲ ਲਾਈ ਮੇਰੀ ਜਨਵਰੀ ਮੰਥ ਵਿੱਚ, ਤੇ ਮੇਰੇ ਸਹੁਰਾ ਸਾਹਿਬ ਜਿਹੜੇ ਮੇਰੇ ਫਾਦਰ ਇਨ ਲਾ ਵਾ ਉਹਨਾਂ ਨੇ ਸਾਰਾ ਖਰਚ ਦਿੱਤਾ। ਸੋ ਇਹ ਕਿੰਨਾ ਕਲੇਮ ਕਿੰਨਾ ਕਰ ਰਹੇ ਕਿ ਸਾਡਾ ਖਰਚਾ ਇੰਨਾ ਹੈ? ਤੁਸੀਂ ਫਿਰ ਇਕੱਠੇ ਕਿ ਤੁਸੀਂ ਹੁਣ ਇਸ ਘਰ ਨੂੰ ਮਤਲਬ ਅਲਵਿਦਾ ਕਹਿ ਚੁੱਕੇ ਹੋ, ਤੁਸੀਂ ਹੁਣ ਘਰ ਜਾਂਦੇ ਨਹੀਂ ਹੋ ਜਾਂ ਤੁਹਾਨੂੰ ਲਿਆਉਂਦੇ ਨਹੀਂ, ਕਾਰਨ ਕੀ ਹੈ? ਸਰ ਮੈਨੂੰ ਇਹ ਲੈ ਕੇ ਨਹੀਂ ਆਂਦੀ ਸਰ, ਇਹਨਾਂ ਨੇ ਪੈਸੇ ਲਾ ਦਿੱਤੇ, ਮੈਂ ਸਾਰੇ ਪੈਸੇ ਇਹਨਾਂ ਨੇ ਲਾਏ ਆ ਕੁੱਲ ਸਰ, ਇਹਨਾਂ ਨੇ 16,74,000 ਰੁਪਇਆ ਮੇਰੇ ਤੇ ਲਾਇਆ ਵਾ ਫੀਸ ਤੇ GST ਦਾ, ਤੇ ਸਰ ਬਾਕੀ ਇਹਨਾਂ ਨੇ ਪਤਾ ਨਹੀਂ ਬਾਕੀ ਕਿੱਥੋਂ ਇਹ ਇੰਨੇ ਲੱਖ ਸਾਡੇ ਮਤਲਬ ਕਿ ਪਾਈ ਜਾਂਦੇ ਆ। ਤੁਹਾਡੇ ਕਹਿਣ ਦਾ ਭਾਵ ਹੈ ਕਿ 16 ਲੱਖ ਤੋਂ ਉੱਪਰ 74,000 17 ਲੱਖ ਦੇ ਲਗਭਗ ਇਹਨਾਂ ਨੇ ਖਰਚ ਕੀਤਾ ਹੈ ਤੁਹਾਨੂੰ ਕੈਨੇਡਾ ਭੇਜਣ ਦੀ ਖਾਤਰ, ਹਾਲੇ ਤੁਹਾਡੇ ਵੀਜ਼ਾ ਨਹੀਂ ਮਿਲਿਆ ਤੁਹਾਨੂੰ? ਨਹੀਂ ਸਰ। ਹਾਂਜੀ, ਇਹ ਹੁਣ 16 ਲੱਖ ਮੰਗਦੇ ਨੇ ਸਰ। ਇਹਨਾਂ ਨੇ ਮਤਲਬ ਬਾਅਦ ਵਿੱਚ ਇਹਨਾਂ ਨੇ ਮੇਰੇ ਕੋਲ ਟੌਰਚਰ ਕਰਨਾ ਮੈਨੂੰ ਸ਼ੁਰੂ ਕਰ ਦਿੱਤਾ ਕਿ ਤੈਨੂੰ ਅਸੀਂ ਬਾਹਰ ਤਾਂ ਹੀ ਭੇਜਣਾ ਜੇ ਤੁਸੀਂ ਆਪਣੇ ਪੇਕੇ ਘਰ ਤੋਂ ਸਾਨੂੰ ਪੈਸੇ ਵਾਪਸ ਦਵਾਏਂਗੀ ਜਾਂ ਸਾਨੂੰ ਮਤਲਬ ਕਿ 2 ਕਿੱਲੇ ਜ਼ਮੀਨ ਲਿਖਵਾ ਕੇ ਦੇਂਗੀ, ਫਿਰ ਤੈਨੂੰ ਬਾਹਰ ਭੇਜਣਾ। ਇਸ ਕਰਕੇ ਸਰ ਇਹਨਾਂ ਨੇ ਮੈਨੂੰ ਟੌਰਚਰ ਬਹੁਤ ਕੀਤਾ। ਹੁਣ ਤੁਸੀਂ ਪੈਸੇ ਇਹਨਾਂ ਨੇ ਵਾਪਸ ਕਰ ਦਿੱਤੇ ਆ? ਨੋ ਸਰ, ਬਾਅਦ ਵਿੱਚ ਸਰ ਸਮਝੌਤਾ ਹੋਇਆ, ਪੰਚਾਇਤਾਂ ਹੋਈਆਂ, ਇਹਨਾਂ ਨੂੰ ਗਰੰਟੀ ਵੀ ਦਿੱਤੀ ਗਈ, ਬਟ ਕਿਸੇ ਗੱਲ ਤੇ ਨਹੀਂ ਆਏ। ਫਿਰ ਸਰ ਤੁਹਾਨੂੰ ਵੀ ਪਤਾ ਕਿ ਜਦੋਂ ਆਪਣੀ ਇੰਡੀਅਨ ਸੋਸਾਇਟੀ ਵਿੱਚ ਮੈਰਿਜ ਹੋ ਜਾਂਦੀ ਆ, ਕੁੜੀ ਪੇਕੇ ਘਰ ਰਹਿ ਨਹੀਂ ਸਕਦੀ। ਸਰ ਮੈਂ ਆਪਣੇ ਸਹੁਰੇ ਮੇਰੇ ਛੱਡ ਆਉਂਦੇ ਰਹੇ ਮੇਰੇ ਪੇਰੈਂਟਸ, ਤੇ ਇਹਨਾਂ ਨੇ ਕੀ ਕੀਤਾ ਕਿ ਸੌਣ ਦੇ ਮੰਥ ਵਿੱਚ ਮੈਨੂੰ ਛੱਡ ਆਏ। ਇੱਥੇ ਕਹਿੰਦੇ ਕਿ 1 ਮੰਥ ਸੌਣ ਦਾ ਮੰਥ ਆ, ਮਤਲਬ ਕਿ ਤੂੰ ਆਪਣੇ ਪਿੰਡ ਰਹਿਣਾ ਵਾ। ਸਰ ਜਦੋਂ ਮੈਂ ਪਿੰਡ ਆ ਗਈ ਤੇ ਮੇਰੇ ਹਸਬੰਡ ਮੇਰੇ ਨਾਲ ਗੱਲਬਾਤ ਵੀ ਫੋਨ ਤੇ ਕਰਦੇ ਰਹੇ ਪੂਰੀ। ਫਿਰ ਸਰ 17 ਅਗਸਤ ਨੂੰ ਇਹਨਾਂ ਨੇ ਸੌਣ ਮੰਥ ਖਤਮ ਹੋਣ ਤੇ ਮੈਨੂੰ ਲੈਣ ਆਉਣਾ ਸੀ, ਬਟ ਇਹ ਲੈਣ ਨਹੀਂ ਆਏ। ਸਰ ਮੈਂ ਫੋਨ ਵੀ ਕਰਦੀ ਰਹੀ, ਮੈਨੂੰ ਆਈ ਅੰਡਰਸਟੈਂਡ। ਸੋ ਤੁਹਾਡਾ ਹੁਣ ਡਿਸਪਿਊਟ ਕੀ ਹੈ ਕਿ ਤੁਸੀਂ ਹੁਣ ਸਾਰੇ ਪਿੰਡ ਜਾਣਾ ਚਾਹੁੰਦੇ ਆ ਪਰ ਉਹ ਲਿਜਾਣਾ ਨਹੀਂ ਚਾਹੁੰਦੇ, ਤਾਂ ਉਹ ਤੁਹਾਡੇ ਤੋਂ ਪੈਸਾ ਚਾਹੁੰਦੇ ਆ ਵਸੂਲਣਾ ਜੀ? ਬਸ ਸਰ ਸਰ ਉਹਨਾਂ ਦੀ ਇੱਕੋ ਡਿਮਾਂਡ ਆ ਕਿ ਮੈਨੂੰ ਸਰ ਟੌਰਚਰ ਕਰ ਰਹੇ ਆ। ਸਰ ਉਹਨਾਂ ਨੇ ਇੱਥੇ ਆਪਣੀ ਕੰਪਲੇਨ ਵੀ ਕੀਤੀ ਆ DSP ਸਰ ਜਿਹੜੇ ਜੰਡਿਆਲਾ ਵਾ, ਉੱਥੇ ਵੀ ਸਰ ਮੈਂ ਪ੍ਰੂਫ ਕੀਤਾ ਕਿ ਮੈਂ ਗਲਤ ਨਹੀਂ ਆ। ਆਈ ਸੀ। ਬਲਜਿੰਦਰ ਤੁਸੀਂ ਲਾਈਨ ਨੂੰ ਹੋਲਡ ਰੱਖੋ। ਅਗਰ ਜੇ ਤੁਸੀਂ ਤੁਹਾਡੇ ਹਸਬੰਡ ਇਹ ਡਿਸਪਿਊਟ ਜਿਹੜਾ ਹੈ ਇਹ ਪੌੜੀ ਦੀ ਜੜ ਕੌਣ ਹੈ ਇਸ ਘਰ ਦੇ ਵਿੱਚ, ਤੁਹਾਡਾ ਸਹੁਰਾ ਜਾਂ ਤੁਹਾਡੇ ਹਸਬੰਡ ਜਾਂ ਫਿਰ ਤੁਹਾਡੀ ਸੱਸ? ਕਿਹਦਾ ਰੋਲ ਹੈ ਜਿਹੜਾ ਕਿ ਇਸ ਬਰਬਾਦੀ ਕਰ ਰਿਹਾ? ਸਰ ਸੱਸ, ਮੇਰੇ ਸੱਸ। ਸਹੁਰਾ ਸਾਹਿਬ ਸਰ ਮੇਰੇ ਐਜੂਕੇਟਡ ਸੀ, ਉਹਨਾਂ ਨੇ ਇੱਕ ਪੈਸਾ ਪੂਰਾ ਧਿਆਨ ਨਾਲ ਲਾਇਆ, ਉਹ ਵੀ ਸਰ ਉਹਨਾਂ ਨੇ ਇੰਨੇ ਮਤਲਬ ਕਿ ਸੂਝਵਾਨ ਆ, ਉਹਨਾਂ ਨੇ ਪਹਿਲਾਂ ਸਭ ਕੁਝ ਪਤਾ ਕੀਤਾ। ਓਕੇ, ਹੋਲਡ ਔਨ, ਲਾਈਨ ਹੋਲਡ ਰੱਖੋ, ਅਸੀਂ ਪ੍ਰੋਸੀਡ ਕਰਾਂਗੇ। ਤੁਹਾਡੀ ਸੱਸ ਨੂੰ ਨੰਬਰ ਹੈ ਜੀ ਇਹਨਾਂ ਦਾ? ਅਸੀਂ ਤੁਹਾਡੀ ਸੱਸ ਜਾਂ ਤੁਹਾਡੇ ਹਸਬੰਡ ਲਿਆ ਰਹੇ ਹਾਂ ਔਰ ਤੁਸੀਂ ਕਾਊਂਟਰ ਕਰੋਗੇ ਔਰ ਤੁਸੀਂ ਸਵਾਲਾਂ ਦੇ ਜਵਾਬ ਦਿਓਗੇ। ਤੁਸੀਂ ਰੈਡੀ ਹੋ? ਹਾਂਜੀ ਸਰ। ਹਾਂਜੀ, ਪਲੀਜ਼ ਸਟੈਂਡ ਬਾਈ। ਆਪਣੇ ਬਲਜਿੰਦਰ ਤੁਹਾਡੇ ਸਾਹਿਬ ਲਾਈਨ 'ਚ ਆਇਓ, 1 ਮਿੰਟ ਇਹਨੂੰ ਪੁੱਛ ਲਈਏ। ਤੁਹਾਡੇ ਸਾਡੇ ਕੋਲ ਨੰਬਰ ਜਿਹੜਾ ਤੁਹਾਡੇ ਚੁੱਕ ਨਹੀਂ ਰਹੇ ਜਿਸ ਕਰਕੇ ਲੇਟ ਹੋ ਰਹੇ ਆ। ਤੁਸੀਂ ਮੈਂ 1-2 ਕਮਰਸ਼ੀਅਲ ਲੈ ਲੈਂਦਾ। ਬਲਜਿੰਦਰ ਤੁਹਾਡੇ ਕੋਲ ਨੰਬਰ ਹੈ ਤੁਹਾਡੀ ਸੱਸ ਦਾ ਵੀ ਹੈ? ਨਹੀਂ ਸਰ, ਮੇਰੇ ਹਸਬੰਡ ਦਾ ਹੀ ਆ। ਹੋਰ ਕੋਈ ਨੰਬਰ ਨਹੀਂ ਹੈ? ਨਹੀਂ ਸਰ। ਆਈ ਸੀ। ਤੁਸੀਂ ਆਪਣੇ ਬੋਲੋ ਕਿਉਂਕਿ ਇਸ ਵੇਲੇ ਦੇਖਦੇ ਹੋਣ ਉਹਨਾਂ ਨੂੰ ਕੋਈ ਜਾਣਨ ਵਾਲਾ ਤਾਂ ਸਾਨੂੰ ਕਾਲ ਕਰੇ। ਸੋ ਇਹ ਤੁਹਾਡੇ ਸਹੁਰੇ ਦਾ ਪਿੰਡ ਕਿਹੜਾ ਆ? ਸਰ ਮੈਸਮਪੁਰ। ਹਾਂ, ਮੈਸਮਪੁਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ, ਇਹ ਬਟਾਲੇ ਲਾਗੇ ਆ?
ਨਹੀਂ ਸਰ ਮੈਤੇ ਲੱਗ ਗਿਆ। ਮਹਿਤੇ ਲਾਗੇ ਜਿਹੜਾ ਮੈਸਮਪੁਰ ਹੈ ਅੰਮ੍ਰਿਤਸਰ ਦੇ ਵਿੱਚ, ਉੱਥੋਂ ਦਾ ਇਹ ਪਰਿਵਾਰ ਹੈ ਬਲਜਿੰਦਰ ਸਿੰਘ। ਮੇਰੇ ਖਿਆਲ ਕਿ ਤੁਹਾਡੇ ਡੈਡੀ ਦਾ ਨਾਮ ਵੀ ਅਮਰੀਕ ਹੈ ਤੇ ਤੁਹਾਡੇ ਸਹੁਰੇ ਦਾ ਨਾਮ ਵੀ ਅਮਰੀਕ ਹੈ ਨਾ? ਹਾਂਜੀ ਸਰ। ਤਾਂ ਤੁਹਾਡੀ ਸੱਸ ਦਾ ਨਾਮ ਕੀ ਹੈ? ਬਲਵਿੰਦਰ ਕੌਰ। ਇਹਦੀ ਦੂਜੀ ਸ਼ਾਦੀ ਹੈ ਇਹ? ਹਾਂਜੀ ਸਰ। ਤੇ ਬਲਵਿੰਦਰ ਕੌਰ ਦੂਜੀ ਸ਼ਾਦੀ। ਤੁਹਾਡਾ ਸਹੁਰਾ ਕੰਮ ਕੀ ਕਰਦਾ? ਸਰ ਖੇਤੀਬਾੜੀ ਉਹਨਾਂ ਦੀ। ਖੇਤੀਬਾੜੀ ਹੈ ਉਹਨਾਂ ਦੀ। ਸੋ ਅਮਰੀਕ ਸਿੰਘ ਦੀ ਬਾਈ ਬਲਜਿੰਦਰ ਕੌਰ ਪਿੰਡ ਮੈਸਮਪੁਰ ਦੇ ਨਾਲ ਕੋਈ ਸੁਣਦਾ ਹੋਵੇ ਤਾਂ ਉਹਨੂੰ ਕਾਲ ਕਰੇ, ਸਾਡੇ ਨਾਲ ਕੰਟੈਕਟ ਕਰਨ ਫਰੰਤ, ਕਿਉਂਕਿ ਸਾਡੀ ਸਟੋਰੀ ਜਿਹੜੀ ਆ ਵਨ ਸਾਈਡਡ ਜਿਹੜੀ ਆ ਇਹ ਕੰਪਲੀਟ ਹੋਣੀ ਬਹੁਤ ਜ਼ਰੂਰੀ ਹੈ। ਐਨੀਵੇ ਤੁਹਾਡੇ ਦੋਸ਼ ਰਾਏ ਸੀਗੇ ਕਿ ਤੁਸੀਂ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਜਵਾਬ ਦੇ ਗਏ ਹੋ ਔਰ ਤੁਸੀਂ ਹੁਣ ਉਹਨਾਂ ਨੂੰ ਨਾਲ ਲਿਜਾਣਾ ਨਹੀਂ ਚਾਹੁੰਦੇ, ਜਦ ਕਿ ਤੁਸੀਂ ਕਹਿੰਦੇ ਕਿ ਤੁਸੀਂ ਘਰ ਜਾਣ ਨੂੰ ਤਿਆਰ ਹੋ। ਇਹਦਾ ਮਤਲਬ ਕਿ ਤੁਹਾਡੇ ਜਿਹੜੇ ਸਹੁਰੇ ਨੇ ਉਹ ਝੂਠ ਬੋਲ ਰਹੇ ਨੇ, ਤਾਂ ਇਹ ਸਾਰਾ ਰੋਲ ਨਿਭਾ ਰਹੀ ਹੈ ਸੱਸ ਜਿਹੜੀ ਹੈ ਉਹ। ਹਾਂਜੀ ਸਰ। ਮਤਲਬ ਤੁਹਾਡਾ ਘਰ ਬਰਬਾਦ ਕਰ ਰਹੀ ਹੈ। ਤੁਹਾਡਾ ਹਸਬੰਡ ਤੁਹਾਡੇ ਨਾਲ ਟ੍ਰੀਟ ਕਰਦਾ ਠੀਕ? ਸਰ ਹਾਂਜੀ, ਪਹਿਲਾਂ ਸਰ ਟ੍ਰੀਟ ਵਧੀਆ ਸੀ ਉਹਨਾਂ ਦਾ, ਸਭ ਕੁਝ ਸਹੀ ਸੀ, ਬਟ ਸਰ ਇਹਨਾਂ ਮੇਰੇ ਮਦਰ ਇਨ ਲਾਅ ਨੇ ਉਹਨਾਂ ਨੂੰ ਮਤਲਬ ਚੱਕ ਕੇ ਖਰਾਬ ਕਰਤਾ ਕਿ ਇਹਨੇ ਲੈ ਕੇ ਨਹੀਂ ਜਾਣਾ, ਇਹਨੇ ਪੈਸੇ ਮਾਰ ਲੈਣੇ ਆ, ਇਦਾਂ ਵਗੈਰਾ ਸਰ ਉਹਨਾਂ ਨੂੰ ਚੱਕਤਾ ਤੇ ਉਹਨਾਂ ਨੇ ਸਰ ਮੇਰੇ ਵਿਰੁੱਧ ਹੋ ਗਏ। ਤੁਸੀਂ ਕਿੰਨਾ ਸਮਾਂ ਸਹੁਰੇ ਕਰ ਰਹੇ ਹੋ? ਸਰ ਮੈਂ 6 ਮਹੀਨੇ ਰਹੀ ਆ। ਤੇ ਤੁਸੀਂ ਆਪਸ ਵਿੱਚ ਹੀ ਹਸਬੰਡ ਵਾਈਫ ਵਾਲਾ ਤੁਸੀਂ ਰਿਸ਼ਤਾ ਮਾਣਿਆ ਆਪਣਾ? ਹਾਂਜੀ ਸਰ। I see. Sorry to ask you this is I have to ask you. Okay, so ਤੁਹਾਡੀ ਆਪਸ ਵਿੱਚ ਕੋਈ ਲੜਾਈ ਤਾਂ ਨਹੀਂ ਹੋਈ? ਤੂੰ ਮੈਂ ਤਾਂ ਨਹੀਂ ਹੋਈ? ਕੋਈ ਲੜਾਈ ਝਗੜਾ ਤਾਂ ਨਹੀਂ ਰਹਿੰਦਾ ਸੀ ਘਰ ਦੇ ਵਿੱਚ? ਹਾਂਜੀ ਸਰ, ਪਹਿਲਾਂ ਤਾਂ ਸਭ ਠੀਕ ਸੀ। ਜਦੋਂ ਸਰ ਮੇਰੀ ਸੱਸ ਮਾਂ ਸਾਡੀ ਦਖਲਅੰਦਾਜ਼ੀ ਕਰਨ ਲੱਗ ਪਈ, ਫਿਰ ਸਾਡੇ ਵਿੱਚ ਰਹਿੰਦੀ ਰਹੀ ਹੈ ਸਰ, ਬਟ ਫਿਰ ਵੀ ਸਾਡਾ ਮਤਲਬ ਕਿ ਵਧੀਆ ਦਿਨ ਲੰਘਦੇ ਰਹੇ, ਸਾਡੀ ਅੰਡਰਸਟੈਂਡਿੰਗ ਬਣ ਰਹੀ ਸੀ ਸਰ। ਤੁਹਾਡੀ ਸੱਸ ਇੰਟਰਵਿਊ ਕੀ ਕਰ ਰਹੀ ਸੀ? ਸੱਸ ਤੁਹਾਨੂੰ ਨੋਕ ਚੋਕ ਕਰਦੀ ਸੀਗੀ? ਤੁਹਾਨੂੰ ਤੰਗ ਕਰਦੀ ਸੀ? ਤੰਗ ਕੀ ਕਰਦੀ ਸੀ? ਸਰ ਤੰਗ ਇਹੋ ਕਰਦੀ ਸੀ ਕਿ ਇਹਨਾਂ ਦੇ ਸਰ ਪ੍ਰੂਫ ਨਹੀਂ ਸੀ ਹੈਗੇ, ਇਹਨਾਂ ਨਾਲ ਕੋਰਟ ਮੈਰਿਜ ਹੋ ਸਕੇ ਸਰ, ਇਹਨਾਂ ਨੇ ਆਪ ਹੀ ਸਿੰਗਲ ਫਾਈਲ ਲਾ ਦਿੱਤੀ। ਫਿਰ ਸਰ ਜਦੋਂ ਸਾਰਾ ਕੁਝ ਹੋ ਗਿਆ, ਮੇਰੇ ਹਸਬੰਡ ਨੇ ਮੇਰਾ ਮੈਡੀਕਲ ਕਰਵਾਇਆ ਵਾ, ਮੇਰੇ ਸਹੁਰਾ ਸਾਹਿਬ ਨੇ ਮੇਰੀ ਫੀਸ ਐਸੀ ਜਮ੍ਹਾਂ ਕਰਵਾਈ ਆ। ਸਰ ਮਤਲਬ ਕਿ ਫਾਈਲ ਇਹਨਾਂ ਨੇ ਆਪੇ ਲਗਵਾਤੀ। ਫਿਰ ਸਾਰੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੂੰ ਪ੍ਰੋਬਲਮ ਸੀ ਕਿ ਹੁਣ ਮੈਨੂੰ ਕਹਿੰਦੇ ਕਿ ਏਜ ਵੱਡੀ ਆ, 9 ਸਾਡੀ ਦਿਨ ਏਜ ਵੱਡੀ, ਜਦ ਕਿ ਸਰ ਮੇਰੇ ਸਰਟੀਫਿਕੇਟ ਇਹਨਾਂ ਘਰ ਰਿਸ਼ਤਾ ਤੈਅ ਹੋਣ ਤੋਂ 15-20 ਦਿਨ ਪਹਿਲਾਂ ਹੀ ਚਲੇ ਗਏ। ਹੁਣ ਤੁਹਾਨੂੰ ਕੈਨੇਡਾ ਦਾ ਵੀਜ਼ਾ ਨਹੀਂ ਮਿਲਿਆ ਹਾਲੇ? ਸਟੂਡੈਂਟ ਵੀਜ਼ਾ ਨਹੀਂ ਮਿਲਿਆ? ਨਹੀਂ ਸਰ। ਤੁਸੀਂ ਤੁਹਾਡੀ ਫੀਸ ਜਮ੍ਹਾਂ ਕਰਾ ਚੁੱਕੇ? ਕਿਹੜੇ ਸਕੂਲ ਵਿੱਚ ਕਰਾਈ ਤੁਸੀਂ? ਕਾਲਜ ਵਿੱਚ ਕਿਹੜੇ ਚ ਕਰਾਈ ਹੈ ਫੀਸ? ਪਤਾ ਤੁਹਾਨੂੰ ਕੁਝ? ਨਹੀਂ ਸਰ, ਮੈਂ ਮੇਰੀ ਪਰਸਨਲ ਪ੍ਰੋਫਾਈਲ ਆ ਇਹ, ਮੈਂ ਸਰ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੀ ਕਿਉਂਕਿ ਸਰ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਾਏ ਆ ਪੈਸੇ ਮੰਗਦੇ, ਠੱਗੀ ਮਾਰਨ ਦੇ। ਨਹੀਂ ਪਰਸਨਲ ਫਾਈਲ ਇਜ਼ ਨਾਟ ਅ ਪਰਸਨਲ ਫਾਈਲ ਨਾਓ, ਤੁਸੀਂ ਪਬਲਿਕ ਫਾਈਲ ਨਾਓ। ਮੇਰਾ ਕੁਐਸਚਨ ਇਹ ਆ ਕਿ ਤੁਸੀਂ ਕਿਹੜੇ ਕਾਲਜ ਵਿੱਚ ਆਉਣਾ ਸੀ? ਦਿਸ ਨਾਟ ਪਰਸਨਲ ਲਾਈਫ ਤੁਹਾਡੀ ਹੁਣ, ਕਿਉਂਕਿ ਪਬਲਿਕ ਫਾਈਲ ਹੋ ਜਿਹੜੀ ਆ, ਪਬਲਿਕ ਲਾਈਫ ਪਬਲਿਕ ਫਾਈਲ ਹੋ ਚੁੱਕੀ ਹੈ ਇਹ ਇਸ ਵੇਲੇ ਅਸੀਂ ਤੁਹਾਡਾ ਪਰਮਿਸ਼ਨ ਲੈ ਚੁੱਕੇ ਹਾਂ। ਆਈ ਹੈਵ ਟੂ ਆਸਕ ਦੀ ਕੁਐਸਚਨ, ਯੂ ਹੈਵ ਟੂ ਗਿਵ ਮੀ ਦੀ ਆਨਸਰ। ਨੋ ਸਰ, ਮਤਲਬ ਮੈਨੂੰ ਇਹ ਏਜੰਟ ਉਹਨਾਂ ਨੇ ਵੀ ਮਨਾ ਕੀਤਾ ਕਿ ਇਹਨਾਂ ਨੇ ਸਰ ਖੁਦ ਲਾਈ ਹੈ ਕਿ ਮੈਂ ਏਜੰਟ ਹੈਵ ਨਥਿੰਗ ਟੂ ਡੂ, ਏਜੰਟ ਇਜ਼ ਨਾਟ ਅ ਕੋਰਟ ਦੇ ਆਰਡਰ ਨਹੀਂ ਏਜੰਟ ਦੇ ਕੋਲ। ਏਜੰਟ ਨੂੰ ਤਾਂ ਇਹ ਨਹੀਂ ਪਤਾ ਕਿ ਕਿੰਨੇ ਕਿਲੋਮੀਟਰ ਦਾ ਫਾਸਲਾ ਜਿਹੜਾ ਆ ਉਹ ਅੰਮ੍ਰਿਤਸਰ 에ਅਰਪੋਰਟ ਤੋਂ ਪੀਅਰਸਨ 에ਅਰਪੋਰਟ ਦਾ ਆ। ਹੀ ਡੋਨਟ ਨੋ ਐਨੀਥਿੰਗ। ਤੁਹਾਡੀ ਏਜੰਟ ਪੰਜਾਬ ਦੇ ਬੈਠੇ ਜਿਹੜੇ ਕੰਸਲਟੈਂਟ ਕੰਮ ਕਰਦੇ ਨੇ ਤਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਿ ਕੈਨੇਡਾ ਖੁੱਲ ਗਿਆ ਹੈ, ਸਟੈਂਪ ਲੱਗ ਰਹੇ ਨੇ। ਦਿਸ ਇਜ਼ ਆਲ ਨੌਨਸੈਂਸ ਦੇ ਡੂਇੰਗ। ਤੁਹਾਨੂੰ ਲੋਕਾਂ ਨੂੰ ਰੌਬ ਕਰ ਰਹੇ ਨੇ। ਦੇਖੋ ਸਰ, ਇਹਨਾਂ ਨੇ ਮੇਰੀ ਕੰਪਲੇਨ ਕੀਤੀ ਹੋਈ ਹੈ ਡੀਐਸਪੀ ਜੰਡਿਆਲਾ ਸਰ, ਉਹਨਾਂ ਨੇ ਜਿੰਨ ਕਿਹਾ ਕਿ ਮੈਂ ਕੋਈ ਫੈਸਲਾ ਨਹੀਂ ਹੋ ਜਾਂਦਾ, ਮੈਂ ਤੁਹਾਨੂੰ ਤੁਸੀਂ ਕਿਸੇ ਨਾਲ ਕੁਝ ਨਹੀਂ ਸ਼ੇਅਰ ਕਰਨਾ, ਕਿਉਂਕਿ ਸਰ ਉੱਥੇ ਵੀ ਇਹਨਾਂ ਨੇ ਪ੍ਰੂਫ ਕੀਤਾ ਹੈ ਕਿ ਮੈਂ ਠੱਗੀ ਮਾਰ ਕੇ ਆਈ, ਜਦ ਕਿ ਮੈਨੂੰ ਲੈਣ ਨਹੀਂ ਆਇਆ। ਤੁਹਾਡੇ ਤੇ ਉੱਪਰ ਕੋਈ ਚਾਰਜ ਸਲੇਟ ਨਹੀਂ ਹੈ ਅਤੇ ਨਾ ਹੀ ਤੁਹਾਨੂੰ ਕੋਈ ਕੋਰਟ ਦੀ ਜੱਜਮੈਂਟ ਆਈ ਹੈ ਕਿ ਤੁਸੀਂ ਪਬਲਿਸ਼ ਬੈਨ ਹੈ, ਔਰ ਤੁਸੀਂ ਗੱਲ ਕਰਨ ਦਾ ਤੁਹਾਡੇ ਕੋਲ ਪੂਰਾ ਹੱਕ ਹੈ। ਜੇ ਤੁਸੀਂ ਗੱਲ ਨਹੀਂ ਕਰਨੀ ਚਾਹੁੰਦੇ ਤਾਂ ਫਿਰ ਤੁਸੀਂ ਸਾਨੂੰ ਬਾਰ-ਬਾਰ ਫੋਨ ਕਰਕੇ ਆਪਣੀ ਸਟੋਰੀ ਦੱਸਣ ਲਈ ਇਨਸਿਸਟ ਕਿਉਂ ਕੀਤਾ ਆ? ਆਮ ਆਸਕਿੰਗ ਯੂ ਕੁਐਸਚਨ। ਕਿਉਂਕਿ ਸਰ ਇਹਨਾਂ ਨੇ ਇੱਥੋਂ ਇਹਨਾਂ ਨੂੰ ਮਤਲਬ ਜਵਾਬ ਹੋਇਆ ਕਿ ਨਹੀਂ ਤੁਸੀਂ ਗਲਤ, ਜੋ ਤੁਹਾਡੇ ਆਪਣੇ ਪ੍ਰੂਫ ਨਹੀਂ ਸਹੀ। ਮੇਰਾ ਕੁਐਸਚਨ ਇਹ ਹੈ ਕਿ ਤੁਸੀਂ $16,000 ਤੁਹਾਡੇ ਸਹੁਰੇ ਪਰਿਵਾਰ ਨੇ ਜਮ੍ਹਾਂ ਕਰਾਤੇ ਨੇ, ਕਿਹੜੇ ਸਕੂਲ ਦੇ ਵਿੱਚ ਕਾਲਜ ਵਿੱਚ ਤੁਸੀਂ ਆਉਣਾ ਹੈ ਦੱਸੋ, ਨਥਿੰਗ ਐਲਸ। ਇਹ ਦੱਸਣ ਨੂੰ ਤੁਸੀਂ ਕਿਉਂ ਨਹੀਂ ਤਿਆਰ? ਤੁਸੀਂ ਇਹ ਚੀਜ਼ ਜਿਹੜੀ ਆ ਆਪਣੇ ਸਹੁਰੇ ਪਰਿਵਾਰ ਨੂੰ ਦੱਸ ਰਹੇ, ਤੁਹਾਡਾ ਡਿਸਪਿਊਟ ਇਹੀ ਆ, ਉਹਨਾਂ ਨੂੰ ਡਰ ਇਹੀ ਆ ਜਿਹੜਾ ਮੈਨੂੰ ਡਰ ਹੈ। ਨਹੀਂ ਸਰ, ਇਹ ਉਹਨਾਂ ਨੂੰ ਪਤਾ ਹੈ ਸਾਰੇ ਉਹਨਾਂ ਨੂੰ ਫਾਈਲ, ਕਿਉਂਕਿ ਖੁਦ ਸਰ ਮੇਰੇ ਸਹੁਰਾ ਸਾਹਿਬ ਮੇਰੇ ਨਾਲ ਜਾਂਦੇ ਨੇ। ਵਾਈ ਯੂ ਨਾਟ ਟੈਲਿੰਗ ਅਸ? ਤੁਸੀਂ ਸਾਨੂੰ ਕਿਉਂ ਨਹੀਂ ਦੱਸ ਰਹੇ ਕਿ ਤੁਸੀਂ ਕਿਹੜੇ ਕਾਲਜ ਦੇ ਵਿੱਚ ਐਡਮਿਸ਼ਨ ਲੈ ਚੁੱਕੇ ਹੋ? ਸਰ ਸੌਰੀ, ਮੈਂ ਇਹ ਨਹੀਂ ਦੱਸ ਸਕਦੀ ਕਿਉਂਕਿ ਸਰ ਇੰਟਰਨੈਸ਼ਨਲ ਚੈਨਲ ਤੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ, ਇਹ ਮੇਰੀ ਪਰਸਨਲ ਪ੍ਰੋਫਾਈਲ ਆ। ਪਰਸਨਲ ਪ੍ਰੋਫਾਈਲ ਜਿਹੜੀ ਪਬਲਿਕ ਫਾਈਲ ਹੈ ਹੁਣ, ਦਿਸ ਇਜ਼ ਨਾਟ ਅ ਫਰਾਡ। I can ask you ਕਿ ਤੁਸੀਂ ਜਿਹੜੇ ਪੈਸੇ ਆ ਉਹ ਕਹਿੰਦੇ ਕਿ ਸਾਡੇ ਕੋਲ ਪੈਸੇ ਲੈ ਲਏ ਆ ਔਰ ਇਹ ਨੇ ਸਾਰਾ ਕੁਝ ਇਮੀਗ੍ਰੇਸ਼ਨ ਮਿਲ ਗਈ ਆ ਤੇ ਇਹ ਹੁਣ ਚਾਹੁੰਦੇ ਆ ਕਿ ਅਸੀਂ ਇਸ ਤਰ੍ਹਾਂ ਤਿੱਤਰ-ਬਿੱਤਰ ਹੋ ਜਾਈਏ, ਜਿਸ ਕਰਕੇ ਤੁਸੀਂ ਸਰ ਮੈਂ ਆਪਣੀ ਸਾਰੀ ਪ੍ਰੋਫਾਈਲ ਇਹਨਾਂ ਕੋਲ ਆ,
ਮੇਰੇ ਸਾਰੇ origignal ਡਾਕੂਮੈਂਟ ਇਹਨਾਂ ਕੋਲ ਆ, ਮੇਰੇ ਸਾਰੇ origignal ਸਰਟੀਫਿਕੇਟ ਇਹਨਾਂ ਕੋਲ ਆ, ਮੇਰੀ TRP ਇਹਨਾਂ ਕੋਲ ਆ। ਆਈ ਅੰਡਰਸਟੈਂਡ। ਆਪਣੇ ਹਾਂਜੀ ਬਲਜਿੰਦਰ ਕੌਰ ਡਿਪਟੀ ਸੁਪਰਡੈਂਟ ਪੁਲਿਸ ਦੇ ਕੋਲ ਕੋਈ ਹੱਕ ਨਹੀਂ ਹੈ ਕਿ ਕਹਿਣ ਦੇ ਕਿ ਤੁਸੀਂ ਮੀਡੀਆ ਕੋਲ ਇਨਫੋਰਮੇਸ਼ਨ ਦੇ ਸਕਦੇ। ਹੀ ਡੋਂਟ ਹੈਵ ਰਾਈਟਸ। ਆਰਟੀਆਈ ਥੱਲੇ ਹਰ ਇਨਫੋਰਮੇਸ਼ਨ ਜਿਹੜੀ ਅਸੀਂ ਕਲੈਕਟ ਕਰ ਸਕਦਾ ਮੀਡੀਆ, ਔਰ ਪੁਲਿਸ ਇਸ ਅਫਸਰ ਦੇ ਕੋਲ ਕੋਈ ਹੱਕ ਨਹੀਂ ਹੈ। ਔਰ ਇਸ ਪੁਲਿਸ ਅਫਸਰ ਦਾ ਨਾਮ ਕੀ ਹੈ? ਸਰ ਯੂਰਪ ਯੂਨੀਵਰਸਿਟੀ ਦੀ ਮੇਰੀ ਫਾਈਲ ਲੱਗੀ ਹੋਈ ਆ। ਓਕੇ ਫਾਈਨ, ਦੈਟਸ ਆਲ। ਆਈ ਜਸਟ ਵਾਂਟ ਟੂ ਨੋ ਦੈਟ ਪੁਲਿਸ ਦੇ ਕੋਲ ਡਿਪਟੀ ਦੇ ਕੋਲ ਕੋਈ ਹੱਕ ਨਹੀਂ ਕਹਿਣ ਦਾ ਕਿ ਤੁਸੀਂ ਮੀਡੀਆ ਨਾਲ ਗੱਲ ਨਹੀਂ ਕਰ ਸਕਦੇ। ਹੀ ਡੋਂਟ, ਉਹ ਜੱਜ ਨਹੀਂ ਹੈ, ਪੁਲਿਸ ਅਫਸਰ ਜਿਹੜਾ ਜੱਜ ਨਹੀਂ ਹੈ, ਉਹ ਜੱਜਮੈਂਟ ਨਹੀਂ ਦੇ ਸਕਦਾ। ਆਮ ਸੌਰੀ। ਤੁਸੀਂ ਇੱਕ ਮੇਰੇ ਟੀਚਰ ਆਏ ਹੋ ਇੰਡੀਆ 'ਚ? ਹਾਂਜੀ ਸਰ। ਓਕੇ, ਯੂ ਸ਼ੁਡ ਅੰਡਰਸਟੈਂਡ ਯੂ ਹੈਵ ਓਰ ਰਾਈਟਸ, ਸਾਡੇ ਆਪਣੇ ਰਾਈਟਸ। ਐਨੀਵੇ ਬਲਜਿੰਦਰ, ਰਿਸਪੈਕਟ ਯੂ, ਪਬਲਿਕ ਓਪੀਨੀਅਨ ਲੈਣੀ ਚਾਹਾਂਗੇ। ਤੁਹਾਡੇ ਤੇ ਦੋਸ਼ ਲਾਏ ਜਾ ਰਹੇ ਨੇ ਕਿ ਤੁਸੀਂ ਤਿੱਤਰ ਬਿੱਤਰ ਹੋਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਸੀਂ ਦੂਜੇ ਪਾਸੇ ਇਹ ਕਲੇਮ ਕਰ ਰਹੇ ਹੋ ਕਿ ਨਹੀਂ ਮੈਂ ਤਾਂ ਸੌਰੀ ਕਰ ਜਾਣਾ ਚਾਹੁੰਦੀ ਹਾਂ, ਮੈਂ ਰਹਿਣਾ ਚਾਹੁੰਦੀ ਹਾਂ, ਤਾਂ ਸਹੁਰੇ ਘਰ ਵਾਲੇ ਤੁਹਾਨੂੰ ਪਰੇਸ਼ਾਨ ਕਰ ਰਹੇ ਨੇ, ਤਾਂ ਪੈਸੇ ਮੰਗ ਰਹੇ ਨੇ, ਤੁਸੀਂ ਪੈਸੇ ਕਿੱਥੋਂ ਦੇਵੋ? ਤੁਹਾਡਾ ਡਿਸਪਿਊਟ ਇਹ ਆ। ਹੋਲਡ ਔਨ, ਆਈ ਐਮ ਟੇਕਿੰਗ ਸਮ ਪਬਲਿਕ ਓਪੀਨੀਅਨ ਲੈਣੀ ਚਾਹਾਂਗਾ। ਬਲਜਿੰਦਰ, ਤੁਸੀਂ ਸਾਡੇ ਰਿਸਪੈਕਟਡ ਹੋ, ਲਾਈਨ ਨੂੰ ਆਪ ਜੀ ਨੂੰ ਹੋਲਡ ਕਰਨਾ। ਬਲਜਿੰਦਰ, ਤੁਸੀਂ ਬੜੇ ਸਿਆਣੇ ਹੋ ਔਰ ਚੰਗੇ ਘਰਾਣੇ ਦੀ ਤੁਸੀਂ ਧੀ ਹੋ, ਮੈਂ ਤੁਹਾਡਾ ਬੜਾ ਸਤਿਕਾਰ ਕਰਦਾ। ਲਾਈਨ ਨੂੰ ਹੋਲਡ ਕਰੋ ਅਤੇ ਅਸੀਂ ਤੁਹਾਡੀ ਸੇਵਾ ਵਿੱਚ ਪਬਲਿਕ ਓਪੀਨੀਅਨ ਲੈਣੀ ਚਾਹਾਂਗੇ। ਬਲਜਿੰਦਰ, ਹੋਲਡ ਕਰਨਾ ਬੇਟਾ, ਪਲੀਜ਼ ਹੋਲਡ ਔਨ। ਫਰੀडम ਆਫ ਸਪੀਚ ਸ਼ੋ ਦੇ ਵਿੱਚ ਅਸੀਂ ਹੁਣ ਤੁਹਾਨੂੰ ਚਾਹਾਂਗੇ ਕਿ ਇਸ ਲੜਕੀ ਦੇ ਨਾਲ ਤੁਹਾਡੀ ਜੱਜਮੈਂਟ ਕੀ ਹੈ। ਇਹ ਲੜਕਾ ਇੱਕ ਦਿਨ ਪਹਿਲਾਂ ਆ ਚੁੱਕਾ, ਹੁਣ ਤੁਹਾਡਾ ਫੋਨ ਨਹੀਂ ਚੁੱਕ ਰਿਹਾ। ਲੜਕਾ ਦੋਸ਼ ਲਾਉਂਦਾ ਕਿ ਘਰੋਂ ਕੁੜੀ ਚਲੀ ਗਈ ਹੈ, ਤੇ ਲੜਕੀ ਕਹਿ ਰਹੀ ਮੈਂ ਗਈ ਨਹੀਂ ਤੇ ਮੈਨੂੰ ਛੱਡ ਕੇ ਆਏ ਤੇ ਮੈਨੂੰ ਮੁੜ ਕੇ ਲੈ ਕੇ ਨਹੀਂ ਆਏ। ਹੁਣ ਜੱਜਮੈਂਟ ਜਿਹੜੀ ਹੈ ਸਾਡੇ ਸਰੋਤੇ ਕੀ ਕਹਿਣਗੇ? ਇਹ ਲੜਕੀ ਪੜ੍ਹੀ ਲਿਖੀ ਹੈ, ਇੱਕ ਚੰਗੇ ਘਰਾਣੇ ਨਾਲ ਸੰਬੰਧਿਤ ਹੈ। ਵੱਖਰੀ ਗੱਲ ਹੈ ਕਿ ਘਰੋਂ ਇਹ ਗਰੀਬ ਹੈ, ਇੱਕ ਵੱਖਰਾ ਇਸ਼ੂ ਹੈ। ਸਿਆਣੇ ਕਹਿੰਦੇ ਨੇ ਕਿ ਕਿਸੇ ਬੜੇ ਧਿਆਨ ਨੋਟ ਕਰ ਲਓ, ਗਰੀਬੀ ਵਿੱਚ ਤੁਸੀਂ ਜਨਮ ਲਿਆ, ਇਹ ਤੁਹਾਡਾ ਕਸੂਰ ਨਹੀਂ ਹੈ। ਜੋ ਤੁਸੀਂ ਮਰਨ ਵੇਲੇ ਗਰੀਬ ਰਹਿੰਦੇ ਹੋ, ਇਹ ਕਸੂਰ ਤੁਹਾਡਾ ਆ। ਸੋ ਇਸ ਲੜਕੀ ਨੇ ਆਪਣੀ ਚੰਗੀ ਜ਼ਿੰਦਗੀ ਨੂੰ, ਜੀਵਨ ਨੂੰ ਬਤੀਤ ਕਰਨ ਦੇ ਵਾਸਤੇ ਐਜੂਕੇਸ਼ਨ ਲਈ ਆ, ਆਇਲਟ ਕੀਤੀ ਆ, ਕੈਨੇਡਾ ਆਉਣਾ ਆ, ਹੁਣ ਡਿਸਪਿਊਟ ਪੈਦਾ ਹੋ ਗਿਆ। ਸੋ ਇਹ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਤੁਹਾਡੇ ਮੁਤਾਬਕ ਜੋ ਲੜਕੀ ਬੋਲ ਰਹੀ ਹੈ ਕੀ ਸੱਚ ਬੋਲ ਰਹੀ ਹੈ? ਤੁਹਾਡੀ ਓਪੀਨੀਅਨ ਲੈਣੀ ਚਾਹਾਂਗੇ ਜਿਹੜੇ ਲੋਕ ਸਾਨੂੰ ਇਸ ਵੇਲੇ ਵੇਖ ਰਹੇ ਨੇ ਜਾਂ ਸਾਨੂੰ ਸੁਣ ਰਹੇ ਨੇ। ਗਿਵ ਮੀ ਕਾਲ, ਤਾਂ ਕਿ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਇਹ ਸਾਡੇ ਸਮਾਜ ਦੀਆਂ ਕ੍ਰਿਤੀਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਨੱਥ ਪਾ ਸਕੀਏ। ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਲੜਕੀ ਇਸ ਵੇਲੇ ਗਲਤ ਹੈ ਜਾਂ ਲੜਕੀ ਜੋ ਬੋਲ ਰਹੀ ਹੈ ਇਹ ਕਿਸ ਹੱਦ ਤੱਕ ਕੋਈ ਪੈਮਾਨਾ ਨਹੀਂ ਹੈ ਕਿ ਸੱਚ ਬੋਲ ਰਹੀ ਹੈ। ਪਰ ਸਾਡੇ ਸਤਿਕਾਰਯੋਗ ਨੇ। ਬਟ ਮੈਨੂੰ ਇਹ ਲੱਗਦਾ ਹੈ ਕਿ ਜੋ ਲੜਕੀ ਕਹਿ ਰਹੀ ਹੈ ਕਿ ਇਹ ਲੜਕੀ ਸੱਚਮੁੱਚ ਹੀ ਜੇ ਘਰ ਸਹੁਰੇ ਜਾਣਾ ਚਾਹੁੰਦੀ ਵਾਪਸ, ਤਾਂ ਇਹਦੀ ਕੋਈ ਅਟੈਂਸ਼ਨ ਬੈਡ ਨਹੀਂ ਹੈ ਆਪਣੇ ਹਸਬੈਂਡ ਪ੍ਰਤੀ ਤੇ ਆਪਣੇ ਸਹੁਰੇ ਪਰਿਵਾਰ ਪ੍ਰਤੀ, ਕਿਉਂਕਿ ਇਹ ਪੜ੍ਹੀ ਲਿਖੀ ਲੜਕੀ ਹੈ ਔਰ ਇਹ ਲੜਕੀ ਸਮਝਦੀ ਹੈ ਇਹਦੀ ਲੜਕੀ ਦੀ ਏਜ 31 ਸਾਲ ਦੀ ਹੈ ਅਤੇ ਇਹਦੇ ਹਸਬੈਂਡ ਦੀ ਏਜ ਜਿਹੜੀ ਆ 7-8 ਸਾਲ ਘੱਟ ਹੈ। ਅਸੀਂ ਪਬਲਿਕ ਓਪੀਨੀਅਨ ਲਈ ਤੁਹਾਨੂੰ ਬੇਨਤੀ ਕਰ ਰਹੇ ਹਾਂ, ਆਓ ਸਾਨੂੰ ਕਾਲ ਕਰੋ, ਤੁਹਾਡੇ ਵਿਚਾਰ ਕੀ ਨੇ? ਗਿਵ ਅਸ ਅ ਕਾਲ। ਕੀ ਲੜਕੀ ਜੋ ਗੱਲਾਂ ਕਰ ਰਹੀ ਹੈ ਕੀ ਇਹ ਸੱਚ ਬੋਲ ਰਹੀ ਹੈ? ਕੀ ਇਹ ਆਵਾਜ਼ ਦੇ ਵਿੱਚ ਸੱਚਾਈ ਦੀ ਝਲਕ ਆ ਰਹੀ ਹੈ? ਗਿਵ ਮੀ ਕਾਲ। ਅੱਛਾ ਜੀ, ਅਸੀਂ ਨੰਬਰ 4 ਕਾਲਰ ਤੁਸੀਂ ਲਾਈਨ ਤੇ ਹੋ। ਨੰਬਰ 4 ਕਾਲਰ। ਸਤਿ ਸ਼੍ਰੀ ਅਕਾਲ ਜੀ। ਜੀ ਲਾਈਨ ਤੇ ਸਰ, ਕੀ ਨਾ ਤੁਹਾਡਾ? ਬਲਦੇਵ ਸਿੰਘ। ਬਲਦੇਵ ਸਿੰਘ, ਤੁਸੀਂ ਕੀ ਨੋਟਿਸ ਕਰ ਰਹੇ ਹੋ? ਬੋਲੋ। ਲੜਕੀ ਤਾਂ ਠੀਕ ਕਹਿ ਰਹੀ ਹੈ ਬਾਸੀ ਸਾਹਿਬ, ਮਗਰ ਜਿਹੜਾ ਤੁਸੀਂ ਤਾਂ ਕਾਲਜ ਪੁੱਛਿਆ ਜੀ, ਜੇ ਫਿਰ ਪੁੱਛ ਲੈਂਦੇ ਤਾਂ ਵੀ ਗੁੱਡ ਸੀ। ਮੈਨੂੰ ਲੱਗਦਾ ਇਹ ਗੁੱਡ ਨਹੀਂ ਸੀਗੀ। ਨਹੀਂ, ਇਸ ਤਰ੍ਹਾਂ ਨਹੀਂ ਹੈ ਕਿ ਜਦੋਂ ਅਸੀਂ ਫਰੀडम ਆਫ ਸਪੀਚ ਸ਼ੋ ਵਿੱਚ ਲੈ ਕੇ ਆਉਂਦੇ ਹਾਂ, ਆਈ ਵਿਲ ਮੇਕ ਸ਼ੋਰ, ਕਿਉਂਕਿ ਸਾਡੇ ਪਾਸ ਕੁਝ ਪ੍ਰੂਫ ਪਏ ਨੇ ਜਿਨ੍ਹਾਂ ਕਰਕੇ ਮੈਂ ਹੋਸਟ ਜਿਹੜਾ ਆ ਉਹ ਸ਼ੋ ਨੂੰ ਬੈਲੈਂਸ ਨਹੀਂ ਬਲਕਿ ਅਸੀਂ ਸਟੋਰੀ ਨੂੰ ਡਿਗ ਆਊਟ ਕਰਦੇ। ਜਦੋਂ ਡਿਗ ਆਊਟ ਕਰਦੇ ਆ ਤਾਂ ਉਹਦੇ ਵਿੱਚ ਅਸੀਂ ਫਿਰ ਲੋਕਾਂ ਨੂੰ ਦੱਸ ਦਿੰਦੇ ਕਿ ਆਹ ਚੀਜ਼ਾਂ ਆ ਇਸ ਤਰ੍ਹਾਂ ਆ, ਕਿਉਂਕਿ ਹੋਸਟ ਨੂੰ ਪਤਾ ਹੈ। ਹੁਣ ਤੁਸੀਂ ਟਰੱਕ ਚਲਾ ਰਹੇ ਹੋ, ਜੇ ਮੈਂ ਬੈਠਾ ਕਿ ਤੁਸੀਂ ਉਹ ਰਾਈਟ ਟਰਨ ਕਿਉਂ ਕੀਤੀ ਆ ਜਾਂ ਸਟਾਪ ਕਿਉਂ ਕੀਤਾ, ਤੁਸੀਂ ਕਹੋਗੇ ਕਿ ਮੈਂ ਤਾਂ ਘਰ ਬੈਠਾ ਆ, ਕਿ ਪਲੀਜ਼ ਹੋਲਡ ਕਰੋ ਆਪਣੇ ਫੋਨ ਨੂੰ, ਕੋਈ ਮੋਰੇ ਲਾਈਟਾਂ ਆ ਗਈਆਂ ਜਾਂ ਕੋਈ ਸਿਗਨਲ ਆ ਰਿਹਾ ਐਮਰਜੈਂਸੀ, ਤੇ ਤੁਸੀਂ ਰੋਡ ਨੂੰ ਵਾਚ ਕਰ ਰਹੇ ਹੋ। ਸੋ ਅਸੀਂ ਆਪਣੇ ਪ੍ਰੋਗਰਾਮ ਨੂੰ ਚਲਾਉਂਦੇ ਹੋਏ ਬਹੁਤ ਕੇਅਰਫੁਲੀ ਵਾਚ ਕਰਦੇ ਆ ਕਿ ਕਿੱਥੇ ਅਸੀਂ ਰੁਕਣਾ ਆ, ਕਿੱਥੇ ਕਿਹੜਾ ਕੁਐਸਚਨ ਜਿਹੜਾ ਆ ਉਹ ਪੁੱਛਣਾ ਆ, ਤੇ ਸਟੋਰੀ ਨੂੰ ਕਿੱਧਰ ਨੂੰ ਲੈ ਕੇ ਜਾਣਾ ਆ, ਕਿੱਧਰ ਨੂੰ ਜਾ ਰਹੀ ਆ, ਇਹ ਸਾਰਾ ਕੁਝ ਸਾਡੇ ਹੱਥ ਵਿੱਚ ਕੰਟਰੋਲ ਹੈ ਤੇ ਹੋਣਾ ਵੀ ਚਾਹੀਦਾ ਇੱਕ ਹੋਸਟ ਕੋਲ। ਮਿਹਰਬਾਨੀ ਜੀ। ਅਗਲੀ ਕਾਲ। ਅਮਰਜੀਤ, ਤੁਸੀਂ ਲਾਈਨ ਤੇ ਹੋ। ਸਤਿ ਸ਼੍ਰੀ ਅਕਾਲ ਜੀ ਬਾਸੀ ਸਾਹਿਬ ਜੀ, ਕੀ ਕਹਿਣਾ ਚਾਹੁੰਦੇ ਹੋ? ਸਿੱਧੂ ਸਾਹਿਬ ਦੁਬਾਰਾ ਉਹਨਾਂ ਨੂੰ ਫੋਨ ਕਰੋ ਫਿਰ ਲੜਕੇ ਨੂੰ। ਜੀ, ਮੈਂ ਇਹਨੂੰ ਲੜਕੀ ਨੂੰ ਪੁੱਛਣਾ ਚਾਹੁੰਦਾ ਜੀ, ਇਹਦੇ ਸਹੁਰਿਆਂ ਦੀ ਗੋਦ ਮੱਲੀ ਤੇ ਨਹੀਂ ਗਈ ਜੀ ਕਿਤੇ? ਹਾਂਜੀ ਬਲਜਿੰਦਰ, ਮੱਲੀ ਤੇ ਨਹੀਂ ਗਿਆ ਜੀ ਉਹਨਾਂ ਦਾ?
ਨਹੀਂ ਸਰ, ਢਿੱਲੋਂ। ਹਾਂਜੀ, ਇਸ ਤਰ੍ਹਾਂ ਜੀ ਵੀ ਇਹਨਾਂ ਦੇ ਪਿੰਡ ਤੋਂ ਨਾ ਅੱਜ ਤੋਂ 15 ਸਾਲ ਪਹਿਲਾਂ ਤੋਂ ਬੱਚੇ ਬਾਹਰ ਆਏ ਹੋਏ ਨੇ, ਆਸਟ੍ਰੇਲੀਆ ਕੈਨੇਡਾ ਸਾਰਾ ਕੁਝ। ਆਈ ਡੋਂਟ ਨੋ ਵੀ ਇਹਦੀ ਸੱਸ ਕਿਉਂ ਅਨਪੜ੍ਹਾਂ ਵਾਲਾ ਕੰਮ ਕਰ ਰਹੀ। ਜਿੱਦਣ ਉਹ ਮੁੰਡਾ ਆਇਆ ਸੀਗਾ ਉਦੋਂ ਵੀ ਮੈਂ ਤੁਹਾਡਾ ਸ਼ੋਅ ਸੁਣ ਰਿਹਾ ਸੀਗਾ, ਔਰ ਉਹ ਮੁੰਡੇ ਦੀਆਂ ਗੱਲਾਂ ਤੋਂ ਲੱਗਦਾ ਸੀਗਾ। ਹੁਣ ਇਹਨਾਂ ਨੇ ਜਿਹੜਾ ਪੁਲਿਸ ਦਾ ਕੰਪਲੇਂਟ ਕੀਤੀ, ਇਹਦਾ ਮਤਲਬ ਇਹੀ ਹੈ ਵੀ ਲੜਕੀ ਨੂੰ ਚੜ੍ਹ ਨਹੀਂ ਗਾ ਦੇਣਾ, ਕੋਈ ਨਾ ਕੋਈ ਉਹਦੀ ਮਤਲਬ ਪੈਰ ਦੇ ਵਿੱਚ ਰੱਸਾ ਪਾ ਕੇ ਰੱਖਣਾ। ਇਹ 100% ਨੌਨਸੈਂਸ ਕੰਮ ਹੈਗਾ ਵੇ। ਤੇ ਪਹਿਲਾਂ ਵਿਆਹ ਤੋਂ ਸਾਰਾ ਕੁਝ ਏਜ ਦਾ ਵੀ ਪਤਾ ਹੁੰਦਾ, ਤੇ ਜਦੋਂ ਮੈਰਿਜ ਹੋ ਗਈ ਹੈ ਤਾਂ ਉਦੋਂ ਜਨਾਨੀਆਂ ਨੂੰ ਮੁੜ ਕੇ ਏਜ ਲੈ ਕੇ ਬਹਿ ਜਾਂਦੀਆਂ ਨੇ। ਇਟਸ ਵੈਰੀ ਸ਼ੇਮਫੁਲ, ਬਹੁਤ ਮਤਲਬ। ਕਿਉਂਕਿ ਆਪਣੀ ਤੁਹਾਨੂੰ ਯਾਦ ਹੋਣਾ ਕੁਝ ਦਿਨ ਮੈਂ ਗੱਲ ਕਰਨ ਚ ਲੜਕੇ ਨਾ, ਤਾਂ ਉਹਦੀ ਮਾਂ ਪਿੱਛੇ ਉਹਨੂੰ ਕੁਸਰ ਕਰ ਰਹੀ ਸੀ, ਕੁਸਰ ਹੋ ਰਹੀ ਸੀ। ਹਾਂ, ਉਹ ਮੈਂ ਸੁਣ ਰਿਹਾ ਸੀ ਉਦੋਂ, ਮੈਂ ਸੁਣ ਰਿਹਾ ਸੀ ਉਹਦੀ ਮਾਂ ਪਿੱਛੋਂ ਮਤਲਬ ਸਾਰਾ ਵੀ ਉਹਨੂੰ ਕਹਿ ਰਹੀ ਸੀ ਤੂੰ ਆਹ ਬੋਲ ਆਹ ਬੋਲ ਆਹ ਬੋਲ। ਹਾਂ, ਇਹਦਾ ਮਤਲਬ ਹੈ ਕਿ ਇਹ ਸੱਚਮੁੱਚ ਹੀ ਬਲਜਿੰਦਰ ਦੀ ਇੱਕ ਗੱਲ ਤਾਂ ਸੱਚੀ ਸਾਫ਼ ਸਪਸ਼ਟ ਹੈ ਕਿ ਸੱਸ ਦਾ ਘਰ ਵਿੱਚ ਰਾਜ ਲੱਗਦਾ ਮੈਨੂੰ। ਸੱਸ ਹੀ ਘਰ ਆ, ਰਿਮੋਟ ਕੰਟਰੋਲ ਸੱਸ ਹੈ ਇਸ ਘਰ ਦੀ, ਤੇ ਜਿਸ ਕਰਕੇ ਪੁਆੜੇ ਦੀ ਜੜ ਵੀ ਮੈਨੂੰ ਲੱਗਦਾ ਕਿ ਸੱਸ ਹੈ ਜਿਹੜੀ ਕਿ ਟਿਕਣ ਨਹੀਂ ਦਿੰਦੀ ਹੁਣ ਇਸ ਲੜਕੀ ਨੂੰ ਤੇ ਨਾ ਆਪਣੇ ਮੁੰਡੇ ਨੂੰ। ਜਿਸ ਤਰ੍ਹਾਂ ਸੂਈ ਦੀ ਫਿਤਰਤ ਹੈ, ਘੜੀ ਦੀ ਇੱਕ ਫਿਤਰਤ ਹੈ, ਨਾ ਇਹ ਟਿਕਦੀ ਹੈ ਤੇ ਟਿਕ ਕਰਦੀ ਹੈ ਤੇ ਨਾ ਆਪ ਦੂਜੇ ਨੂੰ ਟਿਕਣ ਦਿੰਦੀ ਹੈ। ਇਸ ਤਰ੍ਹਾਂ ਕੁਝ ਘਰ ਦੇ ਵਿੱਚ ਸੱਸਾਂ ਇਹੋ ਜਿਹੀਆਂ ਨੇ, ਨਾ ਆਪ ਟਿਕ ਕੇ ਬਹਿੰਦੀਆਂ ਨੇ ਤੇ ਨਾ ਨੋਹਾਂ ਨੂੰ ਟਿਕਣ ਦਿੰਦੀਆਂ ਨੇ। ਇਹ ਸੱਚੀ ਗੱਲ ਹੈ। ਬੜੀ ਮਿਹਰਬਾਨੀ ਜੀ। ਹੈਲੋ ਬਾਸੀ ਸਾਹਿਬ ਜੀ, ਇਸ ਪਿੰਡ ਦੇ ਵਿੱਚ ਮੇਰਾ ਇੱਕ ਬਹੁਤ ਖਾਸ ਦੋਸਤ ਸੀਗਾ ਜਿਹੜੇ ਪਿਛਲੇ 2 ਸਾਲ ਤੋਂ ਉਹਨਾਂ ਦੀ ਡੈਥ ਹੋ ਚੁੱਕੀ। ਅਦਰਵਾਈਜ਼ ਮੈਂ ਪੂਰੀ ਕੋਸ਼ਿਸ਼ ਕਰਦਾ ਇਹਦੀ ਲੜਕੀ ਦੀ ਹੈਲਪ ਕਰਨ ਦੀ। ਉਹ ਇਸ ਟਾਈਮ ਇਸ ਦੁਨੀਆ ਦੇ ਉੱਤੇ ਨਹੀਂ ਹੈਗੇ। ਤੇ ਮੇਰਾ ਕਾਫੀ, ਮੈਂ ਇਸ ਪਿੰਡ ਦੇ ਵਿੱਚ ਮੈਂ ਜਦੋਂ ਵੀ ਜਾਂਦਾ ਵਾ ਮੈਂ ਜਾਂਦਾ ਰਿਹਾ ਹੈਗਾ। ਤੁਹਾਨੂੰ ਪਤਾ ਕਿਹੜਾ ਪਿੰਡ ਦੀ ਗੱਲ ਕਰ ਰਹੇ ਜੀ ਆਪ ਜੀ ਨੂੰ? ਪਤਾ ਕਿਹੜਾ ਪਿੰਡ? ਮੈਸਮਪੁਰ। ਬਾਸੀ ਸਾਹਿਬ ਮੈਂ ਬਹੁਤ ਚੰਗੀ ਤਰ੍ਹਾਂ ਮੈਂ ਬਹੁਤ ਜਾਣਦਾ, ਬਹੁਤ ਵੱਡਾ ਪਿੰਡ ਹੈਗਾ ਵੇ ਇਹ। ਮੈਸਮਪੁਰ ਕਿੱਥੇ ਪੈਂਦਾ ਹੈ? ਕਿਹੜਾ ਮੇਨ? ਇਹਦੀ ਆਪਣੇ ਮਤਲਬ ਬਾਬੇ ਬਕਾਲੇ ਤੋਂ ਵੀ ਜਾਂਦਾ ਤੇ ਉਧਰੋਂ ਵੀ ਰੋਡ ਜਾਂਦਾ ਹੈਗਾ ਜੀ, ਮੇਤੇ ਤੋਂ ਵੀ। ਮਿਹਰਬਾਨੀ ਅਮਰਜੀਤ ਜੀ, ਬਹੁਤ ਸ਼ੁਕਰੀਆ। ਅੰਮ੍ਰਿਤਸਰ ਰੋਡ ਤੋਂ ਵੀ ਜਾਂਦਾ ਜੀ। ਸਤਿ ਸ਼੍ਰੀ ਅਕਾਲ ਜੀ। ਅੱਗੇ ਲੈ ਰਹੇ ਹਾਂ ਨੰਬਰ 4 ਕਾਲਰ, ਤੁਸੀਂ ਲਾਈਨ 'ਤੇ ਹੋ। ਬਾਸੀ ਸਾਹਿਬ, ਜਿਹੜੇ ਕਾਲਰ ਨੇ ਸਭ ਨੂੰ ਪਹਿਲਾਂ ਕਾਲ ਕੀਤੀ ਸੀ ਨਾ, ਉਹ ਤੁਹਾਨੂੰ ਕਹਿ ਰਿਹਾ ਸੀ ਵੀ ਤੁਹਾਨੂੰ ਕੁੜੀ ਦਾ ਕਾਲ ਨਹੀਂ ਸੀ ਪੁੱਛਣਾ ਚਾਹੀਦਾ। ਉਹ ਬਿਲਕੁਲ ਉਹਦੀ ਗੱਲ ਬਿਲਕੁਲ ਸਹੀ ਹੈ, ਤੁਹਾਨੂੰ ਨਹੀਂ ਸੀ ਇਨਸਿਸਟ ਕਰਨਾ ਚਾਹੀਦਾ। ਪਰ ਗੱਲ ਇਹ ਵੀ ਜਦ ਤੁਹਾਨੂੰ ਕੋਈ ਬੰਦਾ ਜਿਹੜੀ ਗੱਲ ਤੁਹਾਨੂੰ ਨਹੀਂ ਚੰਗੀ ਲੱਗਦੀ, ਫਿਰ ਤੁਸੀਂ ਉਹਨੂੰ ਮੰਨਣ ਦੀ ਬਜਾਏ ਤੁਸੀਂ ਬੰਦੇ ਦੀ ਮੂਹਰੇ ਇਨਸਲਟ ਕਰਦੇ ਹੋ ਵੀ ਤੂੰ ਟਰੱਕ ਚਲਾਉਣਾ, ਟਰੱਕ ਚਲਾ, ਆਹ ਕਰਦਾ ਆਹ ਕਰ। ਇਹ ਗੱਲ ਤੁਹਾਡੀ ਚੰਗੀ ਨਹੀਂ ਹੈ। ਤੁਸੀਂ ਫੋਨ ਹੀ ਕਰ, ਤੁਹਾਨੂੰ ਚੰਗੀ ਲੱਗਦੀ ਨਹੀਂ ਲੱਗਦੀ ਇਹ ਤੁਹਾਡੀ ਆਪਣੀ ਕਮਜ਼ੋਰੀ ਆ। ਪਰ ਜਦੋਂ ਮੈਂ ਸਰਦਾਰ ਸਾਹਿਬ ਪ੍ਰੋਮ ਚਲਾ ਰਿਹਾ ਤੇ ਮੈਂ ਸਟੋਰੀ ਨੂੰ ਡਿਗਟ ਕਰਨਾ, ਇਨਵੈਸਟੀਗੇਟ ਕਰ ਰਿਹਾ, ਮੈਂ ਇਨਵੈਸਟੀਗੇਟਿੰਗ ਦੇ ਵਿੱਚੋਂ, ਤਾਂ ਮੈਂ ਹਰ ਕਾਰਨਰ ਤੋਂ, ਹਰ ਖੂੰਜੇ ਤੋਂ ਇਸ ਸਟੋਰੀ ਨੂੰ ਜਿਹੜਾ ਡਿਗਟ ਕਰਨਾ ਆ। ਔਰ ਤੁਹਾਨੂੰ ਮੈਂ ਇਹ ਗੱਲ ਕਹਿ ਰਿਹਾ ਕਿ ਤੂੰ ਟਰੱਕ ਚਲਾਈਦਾ, ਮੈਂ ਇਹ ਨਹੀਂ ਕਿਹਾ ਉਹਨੂੰ। ਮੈਂ ਇਹ ਕਹਿੰਦਾ ਤੁਸੀਂ ਟਰੱਕ ਚਲਾਉਂਦੇ ਹੋ, ਮੈਂ ਇੱਥੇ ਘਰ ਬੈਠਾ ਆ, ਮੈਨੂੰ ਨਹੀਂ ਪਤਾ ਤੁਸੀਂ ਟਰੱਕ ਨੂੰ ਸੇਫ ਚਲਾਉਣ ਦੇ ਵਾਸਤੇ ਤੁਹਾਨੂੰ ਕਿਸੇ ਵੇਲੇ ਬ੍ਰੇਕ ਲਾਉਣੀ ਪੈ ਸਕਦੀ ਆ, ਮੋਰੇ ਟ੍ਰੈਫਿਕ ਲਾਈਟਾਂ ਵੀ ਨਹੀਂ, ਐਮਰਜੈਂਸੀ ਕੋਈ ਵਹੀਕਲ ਆ ਸਕਦਾ, ਤੁਹਾਨੂੰ ਡਾਇਰੈਕਸ਼ਨ ਚੇਂਜ ਕਰਨੀ ਪੈ ਸਕਦੀ ਆ। ਸੋ ਜਿਸ ਕਰਕੇ ਮੈਂ ਰੇਡੀਓ ਚਲਾ ਰਿਹਾ, ਮੈਂ ਰੇਡੀਓ ਇੱਕ ਹੋਸਟ ਆ, ਇੱਕ ਹੋਸਟ ਵਿੱਚ ਆ, ਜੋਸ਼ ਵਿੱਚ ਆ, ਔਰ ਮੈਨੂੰ ਪਤਾ ਕਿ ਮੈਂ ਸਟੋਰੀ ਨੂੰ ਕਿੱਧਰ ਨੂੰ ਕਿਵੇਂ ਲੈ ਕੇ ਜਾਣਾ। ਸੋ ਤੁਸੀਂ ਮੈਨੂੰ ਡਾਇਰੈਕਸ਼ਨ ਜਿਹੜੀ ਦੇ ਰਹੇ ਹੋ, ਐਡਵਾਈਸ ਦੇ ਸਕਦੇ ਹੋ, ਔਰ ਡੋਂਟ ਟੈਲ ਮੀ ਕਿ ਮੈਂ ਕਿਉਂ ਨਹੀਂ ਪੁੱਛਣਾ। ਇੱਕ ਮੇਰੇ ਕੋਲ ਹੱਕ ਨੇ, I can ask question to Prime Minister any question। ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਕਿ ਮੀਡੀਆ ਕੋ ਕਿੰਨੇ ਹੱਕ ਨੇ। I'm sorry, come on baby। ਅਗਲੀ ਕਾਲ ਪਲੀਜ਼। ਕਾਲ ਤੁਸੀਂ ਲਾਈਨ ਤੇ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਕੀ ਕਹਿਣਾ ਚਾਹੋ? ਜੇ ਅਸੀਂ ਕੁਐਸਚਨ ਹੀ ਪੁੱਛਾਂਗੇ ਇਹਨਾਂ ਲੋਕਾਂ ਨੂੰ, ਤਾਂ ਕਿਵੇਂ ਕਿਸ ਤਰ੍ਹਾਂ ਇਹ ਲੋਕ ਜਿਹੜੇ ਦੱਸ ਨਹੀਂ ਸਕਣਗੇ ਸੱਚ ਕੱਢਣ ਦੇ ਵਾਸਤੇ? ਜੀ ਹਾਂਜੀ ਬਾਸੀ ਸਾਹਿਬ, ਸਿਆਣੇ ਕਹਿੰਦੇ ਹੁੰਦੇ ਆ ਜੀ ਵੀ ਸੱਪ 'ਚ ਇੱਕ ਸੱਸਾ ਹੁੰਦਾ ਹੈ ਤੇ ਸੱਸ 'ਚ 2 ਸੱਸੇ ਹੁੰਦੇ ਆ ਜੀ। ਇਹਦਾ ਕੁੜੀ ਨੂੰ ਕਹੋ ਜੀ ਕੋਈ ਇੱਥੋਂ ਬਾਬਾ ਤੰਤਰ ਮੰਤਰ ਵਾਲਾ ਫੜ ਕੇ ਸੱਸ ਬੰਨਣੀ ਪੈਣੀ ਹੈ ਜੀ ਆਪਾਂ ਨੂੰ ਜੀ, ਤਾਂ ਲੋਟ ਆਉਣੀ ਹੈ ਜੀ ਕਹਾਣੀ ਇਹ। ਤੇ ਕੁੜੀ ਨੂੰ ਕੋਈ ਇੱਥੇ ਬਾਬੇ ਦਾ ਐਡਰੈਸ ਦਿਓ ਜੀ ਵੀ ਟੂਣਾ ਟਾਣਾ ਕਰੇ ਤੇ ਸੱਸ ਬੰਨ ਕੇ ਲਿਆਵੇ ਵਾਪਸ। ਕੁੜੀ ਵਿਚਾਰੀ ਜਿਹੜੀ ਹੈ ਪੜ੍ਹੀ ਲਿਖੀ ਹੈ ਔਰ ਟੀਚਰ ਹੈ, ਔਰ ਕੁੜੀ ਘਰ ਜਾਣ ਨੂੰ ਤਿਆਰ ਹੈ, ਕੈਨੇਡਾ ਵਿੱਚ ਮੁੰਡੇ ਨੂੰ ਲਾਉਣ ਨੂੰ ਤਿਆਰ ਹੈ, ਪਰ ਘਰ ਦੇ ਵਿੱਚ ਉਹ ਕਹਿ ਰਹੇ ਨੇ। ਹੈਗਾ ਬਾਸੀ ਸਾਹਿਬ ਇੱਕ ਹੋਰ ਹੈ ਜੀ, ਇਹਨੂੰ ਕਹੋ ਕਿ ਸੱਸ ਨੂੰ ਬੇਹੋਸ਼ੀ ਦੀ ਦਵਾਈ ਪਿਲਾਉਣ ਲੱਗ ਜਾਵੇ ਜੀ। ਨਹੀਂ, ਅਸੀਂ ਇਨਸਿਸਟ ਨਹੀਂ, ਸੁੱਤੀ ਰਿਹਾ ਕਰੂਗੀ, ਕਲੇਸ਼ ਘੱਟ ਰਹੂਗਾ ਜੀ। ਪਰ ਅਸੀਂ ਇਨਸਿਸਟ ਨਹੀਂ ਕਰ ਸਕਦੇ, ਭਾਵੇਂ ਕਿ ਗੀਤਾਂ ਵਿੱਚ ਲੋਕ ਬੋਲਿਆ ਵੀ ਨੇ। ਆਪਾਂ ਇਹ ਕੰਟਰੋਲ ਕਰਨਾ ਹੈ ਜੀ, ਫਿਰ ਇਹ ਸਟੈਪ ਤਾਂ ਲੈਣਾ ਪੈਂਦਾ ਜੀ। ਉਹ ਕਹਿੰਦੇ ਹੁੰਦੇ ਆ ਨਾ ਤਾਂ ਇੱਕ ਅੱਧੇ ਬੰਦੇ ਨੂੰ ਉੱਠਣਾ ਪੈਂਦਾ ਜੀ। ਸੋ ਮਰਜ਼ੀ ਨੇ ਅੱਕ ਚੱਬਿਆ, ਤੁਸੀਂ ਉਹ ਕਹਿਣਾ ਚਾਹੁੰਦੇ ਹੋ, ਔਰ ਸੱਸ ਕੁੱਟਣੀ ਸੰਦੂਕਾਂ ਓਲੇ, ਪਰ ਉਹ ਵੀ ਅਸੀਂ ਨਹੀਂ ਕਹਿ ਸਕਦੇ, ਗੀਤ ਗਾਏ ਹੋਏ ਨੇ। ਮਿਹਰਬਾਨੀ ਜੀ। ਔਰ ਜਸਟ ਸੇ ਕਿ ਅਸੀਂ ਇਹੋ ਜਿਹੀ ਚੀਜ਼ਾਂ ਵਿੱਚ ਫਿਜ਼ੀਕਲੀ ਮੈਂ ਬਲੀਵ ਨਹੀਂ ਕਰਦਾ। ਅੱਛਾ, ਨੰਬਰ 6 ਤੁਸੀਂ ਕਾਲਰ ਲਾਈਨ ਤੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਬਾਸੀ ਸਾਹਿਬ। ਜੀ ਹੁਕਮ ਸਰ। ਹੁਕਮ ਨਹੀਂ ਜੀ, ਬੇਨਤੀ ਸੀਗੀ। ਮੈਂ ਕਹਿਣਾ ਸੀਗਾ ਬਾਸੀ ਸਾਹਿਬ, ਮੈਂ ਤੁਹਾਡਾ ਰੋਜ਼ ਸ਼ੋਅ ਸੁਣਦਾ, ਰਾਈਟ ਜੀ, ਤੇ ਮੈਂ ਤੁਹਾਨੂੰ ਇਹ ਕਹਿਣਾ ਸੀ, ਹੁਣ ਤੁਸੀਂ ਨਾ ਵੀ ਥੋੜੇ ਦਿਨਾਂ ਤੋਂ ਟਰੱਕਾਂ ਵਾਲਿਆਂ ਦੇ ਮਗਰ ਬਹੁਤ ਪਏ ਹੋ ਆ।
ਜਿੱਦਾਂ ਉਦੋਂ ਵੀ ਤੁਸੀਂ ਕਹਿੰਦੇ ਸੀ ਵੀ ਤੁਸੀਂ ਟਰੱਕ ਚਲਾਉਂਦੇ ਹੋ, ਚਲੋ ਠੀਕ ਆ, ਹਰ ਇੱਕ ਬੰਦੇ ਦਾ ਆਪਦਾ ਇੱਕ ਹੁੰਦੀ ਆ ਨਾ, ਜੋਬ ਹੁੰਦੀ ਆ। ਤੁਸੀਂ ਮੀਡੀਆ 'ਚ ਜੋਬ ਕਰਦੇ ਹੋ, ਟਰੱਕ ਡਰਾਈਵਰ ਟਰੱਕ ਚਲਾਉਂਦਾ, ਰਾਈਟ। ਤੁਸੀਂ ਹੁਣ ਅੱਜ ਉਹ ਬਾਈ ਨੇ ਕਿਹਾ ਵੀ ਨਹੀਂ ਮੈਂ ਟਰੱਕ ਚਲਾਉਣਾ ਵਾ, ਤੁਸੀਂ ਉਹਨੂੰ ਕਹੀ ਜਾਂਦੇ ਤੂੰ ਟਰੱਕ ਚਲਾਉਣਾ। ਕੋਈ ਹੋਰ ਪ੍ਰੋਫੈਸ਼ਨ ਦਾ ਕਿਸੇ ਹੋਰ ਚੀਜ਼ ਦਾ ਨਾਂ ਲੈ ਲਿਆ ਕਰੋ, ਤੁਸੀਂ ਟਰੱਕ ਵਾਲਿਆਂ ਦੇ ਬਹੁਤ ਮਗਰ ਪਏ ਹੋ। ਨਹੀਂ ਫॉर योर काइंड ਇਨਫੋਰਮੇਸ਼ਨ ਜਿਸ ਤਰ੍ਹਾਂ ਮਹਿਸੂਸ ਕਰਦੇ ਹੋ, ਔਰ ਮੈਨੂੰ ਬੜਾ ਅਫਸੋਸ ਹੋਵੇਗਾ ਕਿ ਤੁਸੀਂ ਕਿਉਂ ਮਹਿਸੂਸ ਕੀਤਾ। ਤੁਸੀਂ ਮੇਰੇ ਸਤਿਕਾਰਯੋਗ, ਤੁਸੀਂ ਮੇਰੇ ਸਿਰ ਦੇ ਤਾਜ ਹੋ। ਤੁਹਾਡੀ ਟਰੱਕ ਡਰਾਈਵਰ ਆ ਜੀ, ਮੈਂ ਰੋਜ਼ ਤੁਹਾਡਾ ਸ਼ੋਅ ਸੁਣਦਾ, ਪਰ ਮੈਂ ਤੁਹਾਨੂੰ ਕਾਲ ਨਹੀਂ ਕੀਤੀ। ਇੱਕ ਸੈਕਿੰਡ ਸੁਣੋ ਸਰ, ਇਹਨੂੰ ਟਰਸਟ ਨਾ ਕਰ ਲਿਓ, ਇਹ ਨਾ ਹੋਵੇ ਕਿ ਬੜਾ ਸ਼ੋਰ ਸ਼ਾਬਾ ਪੈ ਜਾਵੇ ਤੁਹਾਡੀ ਮੇਰੀ ਗੱਲ ਦਾ। ਤੁਸੀਂ ਮੇਰੇ ਸਿਰ ਦੇ ਤਾਜ ਹੋ, ਤੁਹਾਡੀ ਸੇਫਟੀ ਵਾਸਤੇ ਕਿੰਨੇ ਅਸੀਂ ਪ੍ਰੋਮ ਕਰਦੇ ਆ, ਤੁਹਾਡੀ ਸੇਫਟੀ ਵਾਸਤੇ ਅਸੀਂ ਹਮੇਸ਼ਾ ਹੀ ਪ੍ਰੋਮ ਖਤਮ ਕਰਨ ਲੱਗੇ ਸ਼ੁਰੂ ਕਰਨ ਲੱਗੇ ਅਰਦਾਸ ਅਰਜ਼ੋਈ ਕਰਦੇ ਆ ਕਿ ਘਰੋਂ ਬਾਹਰ ਗਏ ਹੋਏ ਅਰਲੀ ਮਾਰਨਿੰਗ ਵਿੱਚ ਟਰੱਕਿੰਗ ਇੰਡਸਟਰੀ ਵਿੱਚ ਕਿੰਨੀ ਤੁਸੀਂ ਸੇਫਟੀ ਦੇ ਨਾਲ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹੋ, ਘਰ ਵਾਪਸ ਆਉਂਦੇ ਹੋ, ਬੱਚੇ ਡੀਕਦੇ ਨੇ, ਬੱਚੇ ਨੂੰ ਸੁਣੋ ਗੱਲ ਮੇਰੀ ਜੀ, ਸੁਣੋ ਗੱਲ। ਪਰ ਤੁਸੀਂ ਟਰਸਟ ਨਾ ਕਰਿਆ ਕਰੋ। ਮੈਂ ਇਹ ਟਰੱਕਿੰਗ ਇੰਡਸਟਰੀ ਦੇ ਭਰਾਵਾਂ ਦਾ ਮੈਂ ਬਹੁਤ ਸਤਿਕਾਰ ਕਰਦਾ ਹਾਂ। ਡੋਂਟ ਟਰਸਟ ਦੈਟ ਵੇ, ਆਈ ਡਿਡਨਟ ਸੇ ਦੈਟ। ਸਰ ਸੁਣੋ ਗੱਲ ਤੁਹਾਨੂੰ ਲੱਗਾ ਆ ਆਈ ਡੋਂਟ ਨੋ ਕਿਉਂ ਲੱਗਾ, ਜਿੱਥੇ ਤੁਹਾਨੂੰ ਲੱਗਾ ਤਾਂ ਮੈਨੂੰ ਇਸ ਚੀਜ਼ ਦਾ ਅਫਸੋਸ ਹੈ। ਤੁਹਾਨੂੰ ਲੱਗਣਾ ਚਾਹੀਦਾ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਸਾਡੇ ਭਰਾ ਨੇ ਅਸੈਂਸ਼ੀਅਲ ਸਰਵਿਸ, ਮੈਂ ਤੁਹਾਨੂੰ ਸਲੂਟ ਕਰਦਾ, ਮੈਂ ਤੁਹਾਨੂੰ ਨਤਮਸਤਕ ਹੁੰਦਾ। ਕੋਵਿਡ ਦੇ ਵਿੱਚ ਜੇ ਟਰੱਕਿੰਗ ਇੰਡਸਟਰੀ ਸਾਡੇ ਭਰਾ ਨਾ ਕੰਮ ਨੂੰ ਜਾਰੀ ਰੱਖਦੇ ਤਾਂ ਅਸੀਂ ਭੁੱਖੇ ਮਰ ਜਾਂਦੇ। ਜਿਸ ਤਰ੍ਹਾਂ ਪੰਜਾਬ ਦਾ ਕਿਸਾਨ ਜੇ ਕਿਸਾਨੀ ਨਾ ਕਰੇਗਾ ਤੇ ਅੰਨਦਾਤਾ ਕੌਣ ਉਹਨੂੰ ਕਹੇਗਾ। ਤੇ ਇਸੇ ਤਰ੍ਹਾਂ ਸਾਡੇ ਇਸ ਮੁਲਕ ਦੇ ਵਿੱਚ ਜਿੰਨੇ ਵੀ ਸਤਿਕਾਰਯੋਗ ਛੋਟੇ ਜਾਂ ਵੱਡੇ ਟਰੱਕ ਚਾਹੁੰਦੇ ਨੇ, ਇਹ ਮੇਰੇ ਸਤਿਕਾਰਯੋਗ ਨੇ, ਮੇਰੇ ਸਿਰ ਦਾ ਤਾਜ ਨੇ। ਔਰ ਮੈਂ ਤਾਂ ਇਹਨਾਂ ਦਾ ਇੰਨਾ ਸਤਿਕਾਰ ਕਰਦਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਕੋਵਿਡ ਦੇ ਵਿੱਚ ਅਮਰੀਕਾ ਜਾਣਾ, ਅਮਰੀਕਾ ਤੋਂ ਉਹਨਾਂ ਚਿਰਾਂ ਤੋਂ ਵਾਪਸ ਆਉਣਾ, ਕਿੰਨੀ ਠੰਡ ਦੇ ਵਿੱਚ ਟਰੱਕ ਨੂੰ ਚਲਾਉਣਾ, ਟਰੱਕ ਨੂੰ ਘਰ ਨੂੰ ਲੈ ਕੇ ਆਉਣਾ, ਬਰਫ਼ਬਾਰੀ ਦੇ ਵਿੱਚ, ਕੋਵਿਡ ਦੇ ਵਿੱਚ। ਤੁਸੀਂ ਸਾਡੇ ਸਿਰ ਦੇ ਤਾਜ ਹੋ। ਅਸੀਂ ਕਿਵੇਂ ਐਡੀ ਵੱਡੀ ਗੁਸਤਾਖੀ ਕਰ ਸਕਦੇ ਹਾਂ? ਨੋ ਵੇ, ਨੈਵਰ। ਜ਼ਿੰਦਗੀ 'ਚ ਕਦੇ ਨਹੀਂ ਕਰ ਸਕਦੇ। ਬਹੁਤ ਵਧੀਆ ਵਾ ਬਾਤੀ ਸਾਹਿਬ, ਤੁਹਾਡਾ ਸ਼ੋਅ ਅਸੀਂ ਰੋਜ਼ ਸੁਣੀਦਾ ਆ। ਹੁਣ ਤੁਸੀਂ 4-5 ਜਣੇ ਹਾਂਜੀ, ਤੁਸੀਂ ਨੋਟ ਕਰੋ, ਇਹ ਗੱਲ ਕਦੇ ਨਹੀਂ ਕਹਿਣੀ ਮੁੜ ਕੇ ਜ਼ਿੰਦਗੀ ਵਿੱਚ। ਐਡਾ ਵੱਡੀ ਗੁਸਤਾਖੀ ਮੈਂ ਜ਼ਿੰਦਗੀ 'ਚ ਕਰ ਹੀ ਨਹੀਂ ਸਕਦਾ ਕਦੇ ਵੀ। ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਟਰੱਕਿੰਗ ਇੰਡਸਟਰੀ ਮੇਰੀ ਸਤਿਕਾਰਯੋਗ ਹੈ, ਹਰ ਇੰਡਸਟਰੀ ਮੇਰੀ ਸਤਿਕਾਰਯੋਗ। ਤੁਸੀਂ ਤਾਂ ਮੇਰੇ ਸਿਰ ਦੇ ਤਾਜ ਹੋ ਹਜ਼ੂਰ। ਪਲੀਜ਼ ਇਸ ਤਰ੍ਹਾਂ ਨਹੀਂ ਕਹਿਣਾ, ਤੁਸੀਂ ਮੇਰੇ ਮਨ ਤੋਂ ਕੀ ਹੋਵੇਗਾ, ਮੈਂ ਜਿਹੜਾ ਆ ਮੈਂ ਤਾਂ ਡਿਸਟਰਬ ਹੋ ਜਾਵਾਂਗਾ। ਤੁਸੀਂ ਮੇਰੇ ਸਤਿਕਾਰਯੋਗ ਹੋ, ਤੁਹਾਡੀ ਸੇਫਟੀ ਦੀ ਮੈਂ ਅਰਦਾਸ ਕਰਦਾ। ਨਹੀਂ ਉਹ ਮੇਰਾ ਉਹਨਾਂ ਨੇ ਮੇਰਾ ਕਹਿਣ ਦਾ ਭਾਵ ਇਹ ਸੀਗਾ, ਉਹ ਕਹਿੰਦੇ ਮੈਂ ਟਰੱਕ ਚਲਾ ਰਿਹਾ, ਕੱਲ ਦੀ ਗੱਲ ਹੈ, ਸੁਣੋ ਗੱਲ ਧਿਆਨ ਨਾਲ, ਕੀ ਹੋਇਆ ਸੀ ਗੱਲ। ਮੈਨੂੰ ਕਹਿੰਦੇ ਜੀ ਤੁਸੀਂ ਜੀ ਉਹ ਬੰਦੇ ਨੂੰ ਸੰਦੂਕ ਵਿੱਚ ਬੰਦ ਕਰਕੇ ਰੱਖਿਆ ਹੋਇਆ, ਤੁਹਾਡੇ ਜਿਹੜਾ ਹੋਸਟ ਹੈ, ਐਕਚੁਅਲੀ ਹੀ ਇਜ਼ ਅੰਡਰ ਹੋਸਟ। ਉਹ ਸਾਡਾ ਗੁਰਪੇਜ ਤੇ ਸਾਡੇ ਨਾਲ 4 ਹੋਰ ਲੜਕੀਆਂ ਕੰਮ ਕਰਦੇ ਨੇ। ਸਾਡਾ ਮੈਂ ਦੱਸਦਾ ਕਿ ਇਸ ਵੇਲੇ ਪ੍ਰੋਗਰਾਮ ਜਿਹੜਾ ਆਮ ਟੇਕਿੰਗ ਆਊਟ ਆਫ ਡੀਲਿੰਗ ਕਰ ਰਹੇ ਆਪਾਂ ਸ਼ੋਅ ਨੂੰ ਫੇਸਬੁੱਕ ਤੇ, YouTube ਤੇ, ਇੰਸਟਾਗ੍ਰਾਮ ਤੇ, ਐਪ ਤੇ, ਰੇਡੀਓ ਤੇ, ਅਤੇ ਨਾਲ IPTV ਤੇ ਅਤੇ ਟਿਊਨਨ ਤੇ, ਅਤੇ ਇਸ ਤੋਂ ਇਲਾਵਾ ਕੈਨ ਯੂ ਬਲੀਵ ਇਟ ਕਿ 2 ਹੋਰ ਟੈਕਨੋਲੋਜੀਆਂ ਤੇ ਜਿਹੜਾ ਰਾਈਟ ਵੇ ਟੈਲੀਕਾਸਟ ਹੋ ਰਿਹਾ। ਸਾਡਾ ਸਟਾਫ ਜਿਹੜਾ ਆ ਉਹਨਾਂ ਦੇ ਦੋਨੇ ਹੱਥ ਬਿਜ਼ੀ ਨੇ। ਸੋ ਮੈਨੂੰ ਪਤਾ ਕਿਉਂਕਿ ਜੇ ਅਸੀਂ ਉਧਰ ਕੈਮਰਾ ਲਾਵਾਂਗੇ ਤਾਂ ਕਿਉਂਕਿ ਉਹ ਚੀਜ਼ ਅਸੀਂ ਦਿਖਾ ਨਹੀਂ ਸਕਦੇ। ਤੇ ਉਹ ਮੈਨੂੰ ਕਹਿ ਰਿਹਾ ਸੀ ਤੁਸੀਂ ਸੰਦੂਕ ਵਿੱਚ ਬੰਦ ਕੀਤਾ ਹੋਇਆ। ਮੈਂ ਕਿਹਾ ਸਰਦਾਰ ਸਾਹਿਬ ਕਿ ਤੁਸੀਂ ਟਰੱਕਿੰਗ ਇੰਡਸਟਰੀ ਵਿੱਚ ਟਰੱਕ ਚਲਾ ਰਹੇ ਹੋ, ਹੁਣ ਮੈਨੂੰ ਨਹੀਂ ਪਤਾ, ਮੈਂ ਤੁਹਾਨੂੰ ਕਹਾਂ ਕਿ ਤੁਸੀਂ ਆਪਣੇ ਟਰੱਕਾਂ ਦੇ ਟਾਇਰ ਚੇਂਜ ਕਰ ਲਓ ਜਦ ਕਿ ਤੁਸੀਂ ਹੁਣ ਪਾਏ ਹੋਣ। ਯੂ ਡੋਂਟ ਨੋ ਦੈਟ। ਸੋ ਜਿਸ ਕਰਕੇ ਸਾਡੇ ਫੀਲਡ ਦਾ ਸਾਨੂੰ ਪਤਾ ਕਿ ਕੈਮਰਾ ਅਸੀਂ ਕਿੱਥੇ ਫਿੱਟ ਕਰਨਾ, ਕਿਹੜਾ ਹੋਸਟ ਆ ਅਤੇ ਕਿਹੜਾ ਟੈਕਨੋਲੋਜੀ ਨੂੰ ਆਪਰੇਟ ਕਰ ਰਿਹਾ। ਇਸ ਸਿਸਟਮ ਵਿੱਚ ਫਰਕ ਹੈ। ਮੈਂ ਸਟੂਡੀਓ A ਨੂੰ ਕੰਟਰੋਲ ਕਰ ਰਿਹਾ, ਨਾ ਕਿ ਸਾਡਾ ਜਿਹੜਾ ਆਪਰੇਸ਼ਨ ਰੂਮ ਹੈ ਅਸੀਂ ਉਹਨੂੰ ਦਿਖਾਉਣਾ। ਕਿਉਂਕਿ ਕਦੇ ਤੁਸੀਂ ਵੇਖਿਆ ਕਿ ਆਪਰੇਸ਼ਨ ਰੂਮ ਨੂੰ ਦਿਖਾਇਆ ਜਾਂਦਾ, ਸਿਰਫ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਹੋਸਟ ਹੈ ਉਹ ਸਟੂਡੀਓ ਨੂੰ ਦਿਖਾਉਂਦਾ ਆ। ਤਾਂ ਕਈ ਵਾਰੀ ਸਾਨੂੰ ਇਹੋ ਜਿਹੀ ਐਡਵਾਈਸ ਦਿੰਦੇ ਨੇ ਜਿਹੜੀ ਕਿ ਅਸੀਂ ਆਮ ਪਬਲਿਕ ਦੱਸਦੇ ਹਾਂਜੀ ਉਹ ਤੁਸੀਂ ਉਦੋਂ ਸਹੀ ਸੀ, ਮੈਂ ਸੁਣੀ ਸੀ ਬਾਈ ਦੀ ਗੱਲ ਹਨਾ। ਪਰ ਮੈਂ ਇਹੀ ਕਹਿੰਦਾ ਸੀਗਾ ਵੀ ਥੋੜਾ ਜਿਹਾ ਵੀ ਜਿੱਦਾਂ ਵੀ ਇੱਕ ਤੁਸੀਂ ਫਿਰ ਜਦੋਂ ਇੱਕ ਚੀਜ਼ ਫੜ ਲੈਂਦੇ ਹੋ ਨਾ, ਮੈਂ ਕਈ ਵਾਰੀ ਨੋਟ ਕੀਤਾ ਨਹੀਂ ਇਸ ਤਰ੍ਹਾਂ ਨਹੀਂ ਚੱਲਦਾ ਆ। ਨੋ ਇਸ ਤਰ੍ਹਾਂ ਨਹੀਂ, ਔਰ ਇਸ ਤਰ੍ਹਾਂ ਨਹੀਂ। ਔਰ ਤੁਸੀਂ ਬਹੁਤ ਵਧੀਆ ਜੀ, ਤੁਸੀਂ ਬਿਫੋਰ ਯੂ ਗੋ ਕਿ ਆਈ ਵਾਂਟ ਮੇਕ ਸ਼ੋਰ ਕਿ ਯੂ ਆਰ ਹੈਪੀ। ਹਾਂਜੀ ਹੈਪੀ ਬਾਕੀ ਕਿਉਂਕਿ ਤੁਹਾਡਾ ਸਾਨੂੰ ਕਾਲ ਆਉਣਾ ਔਰ ਤੁਸੀਂ ਜ਼ਿੰਦਗੀ ਵਿੱਚ ਚੀਜ਼ ਨੋਟ ਕਰ ਲਿਓ ਕਿ ਅਸੀਂ ਹਮੇਸ਼ਾ ਹੀ ਅਰਦਾਸ ਅਰਜ਼ੋਈ ਕਰਦੇ ਹਾਂ ਤੁਹਾਡੇ ਪ੍ਰਤੀ। ਤੁਸੀਂ ਤਾਂ ਕੋਵਿਡ ਦੇ ਵਿੱਚ ਇੰਨਾ ਸਾਥ ਦਿੱਤਾ, ਕੱਲਾ ਮੇਰਾ ਨਹੀਂ, ਕੱਲੀ ਮੇਰੀ ਮਾਂ ਵਾਸਤੇ ਹੀ ਨਹੀਂ, ਸਾਡੇ ਸਾਰੇ ਸੰਸਾਰ ਦੇ ਵਿੱਚ ਜਿਹੜੇ ਢੂਆ ਢੁਆਈ ਦਾ ਕੰਮ ਕਰਦੇ ਰਹੇ ਨੇ ਕੋਵਿਡ ਦੇ ਵਿੱਚ, ਉਹਨਾਂ ਨੂੰ ਮੈਂ ਆਪਣਾ ਸਿਰ ਝੁਕਾਉਂਦਾ ਹਾਂ। ਤੇ ਬਾਕੀ ਸਾਹਿਬ ਕਿਸਾਨੀ ਬਾਰੇ ਕੋਈ ਕਰਿਓ। ਹਾਂਜੀ ਅਸੀਂ ਬਹੁਤ ਜਲਦੀ ਕਵਰ ਕਰ ਰਹੇ ਸਰ। ਅਸੀਂ ਟੀਮ ਵੀ ਭੇਜ ਦਿੱਤੀ ਆ, ਅਸੀਂ ਦੁਬਾਰਾ ਇੱਕ ਟੀਮ ਭੇਜੀ ਜਿਹੜੀ ਕਿ 24/7 ਸਾਨੂੰ ਕਵਰ ਕਰੇਗੀ। ਠੀਕ ਹੈ। ਨਹੀਂ ਮੈਂ ਕਿਹਾ ਤੁਸੀਂ ਜਿੱਦਾਂ ਕਹਿੰਦੇ ਹੋ ਵੀ ਜਿੱਦਾਂ ਤੁਹਾਨੂੰ ਉੱਥੇ ਕਾਫੀ ਜਾਣਦੇ, ਮੈਂ ਕਿਹਾ ਥੋੜਾ ਜਿਹਾ ਦੇਖਿਓ। ਹਾਂਜੀ ਕਵਰ ਕਰ ਰਹੇ, ਮੈਂ ਅੱਗੇ ਲਵਾਂ ਅਗਲੀ ਤੋਂ। ਜਰੂਰ ਮਹਾਰਾਜ, ਥੈਂਕ ਯੂ ਸੋ ਮਚ। ਹਾਂਜੀ ਅਗਲੀ ਕਾਲ। ਸਤਿ ਸ਼੍ਰੀ ਅਕਾਲ, ਕਾਲ ਲਾਈਨ ਤੁਸੀਂ 647 ਨੰਬਰ 2 ਲਾਈਨ ਤੇ ਹੋ।
ਹਾਂਜੀ ਸਤਿ ਸ਼੍ਰੀ ਅਕਾਲ। ਪਹਿਲੇ ਤਾਂ ਮੈਂ ਕਹਿਣਾ ਚਾਹੁੰਦਾ ਵੀ ਜਿੰਨੇ ਕਾਲਰ ਆ ਰਹੇ ਆ ਪਲੀਜ਼ ਸ਼ੋਅ ਨੂੰ ਡਿਰੇਲ ਨਾ ਕਰਨ ਦੀ ਕੋਸ਼ਿਸ਼ ਕਰੋ। ਆਪਾਂ ਵੀ ਟਰੱਕਾਂ ਵਾਲੇ ਭਾਈ ਆ ਵੀ ਇਦਾਂ ਦੇ ਹੋਸ਼ ਤੇ ਜੋਸ਼ 'ਚ ਬੈਠੇ ਆ ਹੋਸਟ, ਇਦਾਂ ਦੀ ਉਹਨਾਂ ਦੀ ਕੋਈ ਇੰਟੈਂਸ਼ਨ ਮੈਨੂੰ ਨਹੀਂ ਲੱਗੀ। ਮੈਂ ਆਪ ਟਰੱਕ ਡਰਾਈਵਰ ਆ ਵੀ ਬਹੁਤ ਮਾਮੂਲੀ ਜੀ ਗੱਲ ਆ, ਇਟਸ ਨਾਟ ਅ ਬਿਗ ਡੀਲ। ਤੇ ਬਾਕੀ ਅਸੀਂ ਜੇ ਵਾਪਸ ਆਈਏ ਜਿਹੜੀ ਐਤਵਾਰ ਸਟੋਰੀ ਚੱਲ ਰਹੀ ਆ, ਬਾਕੀ ਸਭ ਜੇ ਤੁਸੀਂ ਇਹਨਾਂ ਦੇਖੋ ਕਿਤੇ ਵੀ ਨਹੀਂ ਮੇਲ ਹੈਗੀ, ਉਹ ਲੱਗਦੀ ਜਿੱਦਾਂ ਨੀਟੂ ਸ਼ਟਰਾਂ ਵਾਲੀ ਦੀ ਕੁੜੀ ਲੱਗਦੀ ਆ। ਇਹ ਮੁੰਡਾ ਬਹੁਤ ਚਾਕਲੇਟ ਬॉय, ਹੀ ਇਜ਼ ਲੁਕਿੰਗ ਗੁੱਡ, ਤੇ ਪਤਾ ਨਹੀਂ ਲੱਗ ਰਿਹਾ ਮੈਨੂੰ ਕਿੰਨੇ ਸਾਲ ਦਾ ਫਰਕ ਆ। ਬਾਕੀ ਤੁਸੀਂ ਸੱਸਾਂ ਦੇ ਬਾਰੇ ਜਿੰਨੀਆਂ ਗੱਲਾਂ ਬਣੀਆਂ ਹੋਈਆਂ ਆ, ਸੱਸ ਵੀ ਦੇਖੋ ਕਿਸੇ ਦੀ ਮਾਂ ਹੁੰਦੀ ਆ। ਤੁਸੀਂ ਸੱਸ ਕਹਿ ਕੇ ਏਦਾਂ ਨਹੀਂ ਕਹਿ ਸਕਦੇ ਜਿੰਨੀ ਵੀ ਸੱਸਾਂ ਆ ਕਰਪੱਤੀਆਂ ਹੁੰਦੀਆਂ ਜੇ ਪ੍ਰੋਬਲਮ ਪਾਉਂਦੀਆਂ, ਭਾਵੇਂ ਹੋਊਗੀ ਵੀ ਰਿਮੋਟ ਕੰਟਰੋਲ ਵਾਲੀ ਸੱਸ। ਮੇਰੇ ਹਿਸਾਬ ਨਾਲ ਹਰ ਸੱਸ ਇੱਕ ਮਾਂ ਹੁੰਦੀ ਹੈ, ਇੱਕ ਪਿਆਰ ਉਹਨੇ ਵੀ ਚਾਹੁੰਦੀ ਵੀ ਮੇਰੇ ਮੁੰਡੇ ਦਾ ਘਰ ਬਸੇ। ਤੇ ਇਸ ਸਟੋਰੀ 'ਚ ਕੁਝ ਮਿਸਿੰਗ ਆ। ਜੇ ਹਿਸਾਬ ਨਾਲ ਲੇਡੀ ਤੁਹਾਨੂੰ ਨਹੀਂ ਦੱਸਣਾ ਚਾਹੁੰਦੀ ਸੀ ਵੀ ਇਹ ਕਿਹੜੇ ਸਕੂਲ 'ਚ ਜਾਂਦੀ ਆ ਜਾਂ ਜਿਹੜੇ ਡਿਟੇਲਸ ਦੱਸਣਾ ਨਹੀਂ ਚਾਹੁੰਦੀ ਸੀ, ਮੇਰੇ ਹਿਸਾਬ ਨਾਲ ਸਮਥਿੰਗ ਇਜ਼ ਮਿਸਿੰਗ, ਸਮਥਿੰਗ ਇਜ਼ ਕੁਕਿੰਗ। ਥੈਂਕ ਯੂ ਸੋ ਮਚ। ਔਰ ਜਿਸ ਕਰਕੇ ਹੀ ਮਿਸਿੰਗ ਕੁਕਿੰਗ ਜਿਹੜੀ ਮਿਸਿੰਗ ਸੀ ਉਸ ਪਾਰਟ ਨੂੰ ਅਸੀਂ ਡਿਗ ਆਊਟ ਕਰਨਾ ਚਾਹੁੰਦੇ। ਪੁੱਛਿਆ ਸੀ 10 ਮਿੰਟ ਕਾਲਜ ਕਿਹੜਾ, ਫੇਰ ਦੱਸਿਆ ਉਹਨੇ ਕਹਿੰਦੇ ਪੁਲਿਸ ਕਹਿ ਰਹੀ ਆ, ਏਜੰਟ ਕਹਿ ਰਿਹਾ, ਦੇ ਡੋਂਟ ਹੈਵ ਰਾਈਟਸ, ਉਹਨਾਂ ਕੋਲ ਕੋਈ ਰਾਈਟਸ ਨਹੀਂ ਹੈ ਤੁਹਾਨੂੰ ਸਟਾਪ ਕਰਨ ਦੇ। ਹਾਂ, ਦੂਜੀ ਗੱਲ ਸੁਣੋ, ਅਸੀਂ ਅੱਗੇ ਵੀ ਟਾਕ ਸ਼ੋ ਕੀਤਾ ਸੀ, ਆਉਣ ਵਾਲੇ ਸਮੇਂ 'ਚ ਵੀ ਕਰਾਂਗੇ ਕਿ ਜਿਹੜੀ ਇੱਕ ਸੱਸ ਹੈ ਉਹ ਇੱਕ ਮਾਂ ਆ। ਇਹ ਕੁੜੀ ਆ, ਉਹਨੇ ਇੱਕ ਮਾਂ ਬਣਨਾ, ਉਹਨੇ ਸੱਸ ਬਣਨਾ, ਉਹਨੇ ਨੂੰਹ ਬਣਨਾ, ਉਹਨੇ ਧੀ ਬਣਨਾ। ਔਰ ਹਰ ਘਰ ਦੇ ਵਿੱਚ ਕੁਝ ਵੱਡੀ ਗਿਣਤੀ ਵਿੱਚ ਜਿਹੜੀਆਂ ਸੱਸਾਂ ਨੇ ਉਹ ਆਪਣੀਆਂ ਨੂੰਹਾਂ ਨੂੰ ਧੀਆਂ ਸਮਝਦੀਆਂ ਨੇ, ਤੇ ਨੂੰਹਾਂ ਜਿਹੜੀਆਂ ਨੇ ਆਪਣੀ ਸੱਸਾਂ ਨੂੰ ਮਾਵਾਂ ਤੋਂ ਵੀ ਵੱਧ ਪਿਆਰ ਕਰਦੀਆਂ ਨੇ ਦੁਨੀਆ ਦੇ ਵਿੱਚ। ਇਹ ਮਿਸਾਲ ਵੀ ਹੈ। ਉਹ ਤਾਂ ਉਂਝ ਲੋਕ ਬੋਲੀਆਂ ਨੇ, ਸੱਸ ਕੁੱਟਣੀ ਸੰਦੂਕਾਂ ਓਲੇ, ਇਹੋ ਜਿਹੀਆਂ ਬੋਲੀਆਂ ਦਾ ਕੋਈ ਮੀਨ ਨਹੀਂ ਹੈ। ਬਟ ਜਦੋਂ ਅਸੀਂ ਕਦੇ ਕੋਈ ਇਹੋ ਜਿਹੇ ਬੈਂਕ ਕੱਸਦੇ ਆ, ਵਿਆਹ ਸ਼ਾਦੀਆਂ ਸਿੱਠਣੀਆਂ, ਤਾਨੇ ਮਿਹਣ ਦਿੰਦੇ ਆ, ਤੇ ਇਹੋ ਜਿਹੀਆਂ ਬੋਲੀਆਂ ਅਕਸਰ ਪਾਉਂਦੇ ਲੋਕ। ਬਟ ਬਹੁਤ ਸਾਰੀਆਂ ਸੱਸਾਂ ਦਾ ਨੂੰਹਾਂ ਦੇ ਨਾਲ ਇੰਨਾ ਪਿਆਰ ਆ, ਉਨੀਆਂ ਉਹ ਧੀਆਂ ਨੂੰ ਨਹੀਂ ਪਿਆਰ ਕਰਦੇ ਜਿੰਨੀਆਂ ਨੂੰਹਾਂ ਨੂੰ ਕਰਦੀਆਂ ਨੇ। ਇਹ ਟਰੂ ਐਂਡ ਫੈਕਟ ਹੈ। ਕਾਲਰ ਨੰਬਰ 3, ਕਾਲਰ ਕੁਲਭੂਸ਼ਣ, ਤੁਸੀਂ ਵੈਨ ਗੁੱਡ ਮਾਰਨਿੰਗ ਜੀਵੀ ਸਰ। ਜੀ ਗੁੱਡ ਮਾਰਨਿੰਗ ਸਰ। ਜੀਵੀ ਸਰ 1 ਮਿੰਟ ਲਾਵਾ, ਫੋਨ ਨਾ ਕੱਟਿਓ, ਮੇਰੀ ਬੇਨਤੀ ਹੈ ਤੁਹਾਨੂੰ। ਤੇ ਬਸ ਸਾਹਿਬ ਇਹ ਰੇਸ਼ੋ ਜਿਹੜੀ ਹੈਗੀ ਹੈ ਡੇ ਬਾਈ ਡੇ ਇੰਕਰੀਜ਼ ਹੋ ਰਹੀ ਹੈਗੀ ਹੈ। ਮਤਲਬ ਤੁਹਾਡੇ ਕੋਲ 1500 ਸਟੋਰੀਆਂ ਹੈਗੀਆਂ, ਦੱਸਦੇ ਸੀਗੇ ਕਿ ਆਈ ਥਿੰਕ 90% ਤੁਹਾਡੇ ਕੋਲ ਸਟੋਰੀਆਂ ਇਹੀ ਹੈ, ਕੁੜੀ ਛੱਡ ਗਈ, ਮੁੰਡਾ ਬੁਲਾ ਨਹੀਂ ਰਿਹਾ, ਕੁੜੀ ਨਹੀਂ ਬੁਲਾ ਰਹੀ ਹੈ। ਬਾਸੀ ਸਾਹਿਬ ਤੁਹਾਡੇ ਕੋਲ 40 ਸਾਲ ਦਾ ਬ੍ਰੋਡਕਾਸਟਿੰਗ ਦਾ ਤਜਰਬਾ ਹੈਗਾ, ਐਕਸਪੀਰੀਅੰਸ ਹੈਗਾ। ਮੇਰੇ ਗਾਉਂਦਾ ਪੰਜਾਬ ਰੇਡੀਓ ਤੋਂ ਕੈਨੇਡੀਅਨ ਗਵਰਨਮੈਂਟ ਨੂੰ ਅਪੀਲ ਹੈ ਕਿ ਤੁਹਾਨੂੰ ਰਾਏ ਦਿੱਤੇ ਜਾਣ, ਜਿਹੜਾ ਵੀ ਤੁਹਾਨੂੰ ਕਸੂਰਵਾਰ ਦਿਸਦਾ ਹੈਗਾ ਬਾਸੀ ਸਾਹਿਬ ਤੁਸੀਂ ਉਹਨੂੰ ਗੋਲੀ ਮਾਰ ਦਿਓ। ਐਕਸਕਿਊਜ਼ ਮੀ ਪਲੀਜ਼, ਕਮ ਔਨ ਬੇਬੀ। भाई साहब मैं I'm sorry, I will cut your line off. मेरे को कोई हक नहीं है और किसी कोई हक नहीं किसी ਨੂੰ ਜੋ ਤੁਸੀਂ ਸ਼ਬਦ ਕਹਿਣੇ। ਔਰ ਆਮ ਸੌਰੀ ਕਿ ਮੈਂ ਜਾਚਣਾ ਤੂੰ ਦੱਸੋ ਕਿ ਲੋਕ ਜਿਹੜੇ ਡੀਰੇਲਿੰਗ ਸ਼ੋਅ ਨੂੰ ਕਰਦੇ ਨੇ, ਮੈਨੂੰ ਕਿ ਲਾਈਨ ਕੱਟਣੀ ਨਹੀਂ ਲੱਗੀ। ਸੋ ਇਹੋ ਜਿਹੀਆਂ ਫਿਜ਼ੀਕਲੀ ਗੱਲਾਂ ਦੇ ਵਿੱਚ ਮੈਂ ਵਿਸ਼ਵਾਸ ਨਹੀਂ ਕਰਦਾ, ਤੇ ਨਾ ਮੈਂ ਇਹੋ ਜਿਹੇ ਟੈਲੀਫੋਨ ਕਾਲਸ ਨੂੰ ਵੈਲਕਮ ਕਰਦਾ। ਆਮ ਸੌਰੀ ਕਾਲਰਸ, ਇਨ ਦੀ ਫਿਊਚਰ ਇਫ ਯੂ ਵਾਂਟ ਟੂ ਕਾਲ, ਮੇਕ ਸ਼ੋਰ ਕਿ ਤੇਰੀ ਲੈਂਗੁਏਜ ਠੀਕ ਹੋਣੀ ਚਾਹੀਦੀ ਹੈ। ਡਸਨਟ ਮੈਟਰ ਕਿ ਤੁਸੀਂ ਕੌਣ ਹੋ, ਬਟ ਵੈਲਕਮ ਓਨਲੀ ਦੋਸ ਕਾਲਰਸ ਜਿਹੜੇ ਰਿਸਪੈਕਟ ਨਾਲ ਗੱਲ ਕਰਦੇ ਨੇ। ਗੱਲ ਕੋਈ ਹੋਰ ਹੋ ਰਹੀ ਹੈ, ਤੁਸੀਂ ਆਪਣੇ ਘੋੜੀਆਂ ਦੇ ਇੱਥੇ ਜੜਾਉਂਦੇ ਹੋ। ਏਅਰ ਦੇ ਟਾਈਮ ਨੂੰ ਵੇਸਟ ਨਾ ਕਰ ਪਕੜਗੇ। ਨੰਬਰ 4 ਕਾਲਰ ਲਾਈਨ ਤੇ ਤੁਸੀਂ। ਸਤਿ ਸ਼੍ਰੀ ਅਕਾਲ ਭਾਜੀ। ਹਾਂ, ਤੁਸੀਂ ਲੜਕੀ ਬਾਰੇ ਕੀ ਕਹਿਣਾ ਚਾਹੁੰਦੇ ਹੋ, ਬੋਲੋ। ਇਹ ਲੜਕੀ ਤਾਂ ਮੈਨੂੰ ਸਹੀ ਲੱਗਦੀ ਹੈ। ਮੈਂ ਵੀ ਸੋਚਿਆ ਕਿ ਲੜਕੀ ਜਿਹੜੀ ਆ ਇੱਕ ਟੀਚਰ ਹੈ ਤੇ ਇੱਕ ਘਰੋਂ ਜੇ ਗਰੀਬ ਹੈ, ਬਟ ਉਹ ਜੋ ਕਹਿ ਰਹੀ ਹੈ ਮੈਨੂੰ ਲੱਗਦਾ ਸੱਚੀ ਹੁਣ ਮੁੰਡਾ ਚੁੱਕ ਨਹੀਂ ਰਿਹਾ ਫੋਨ। ਉਹ ਤੇ ਦੇਖੋ ਵੀਰ ਜੀ, ਦੇਖੋ ਲੜਕੀ ਉਹ ਦੱਸਦੀ ਹੈ ਕਿ ਸੱਸੂ ਦੀ ਕਹਿੰਦੀ ਹੈ ਕਿ ਕੁੜੀ ਦੀ ਉਮਰ ਜ਼ਿਆਦਾ ਹੈ। ਤੇ ਜਦ ਪਹਿਲਾਂ ਉਹਨਾਂ ਨੇ ਕੁੜੀ ਦਾ ਰਿਸ਼ਤਾ ਰੱਖਿਆ ਸੀ ਮੁੰਡੇ ਆਪਣੇ ਦਾ ਵਿਆਹ ਕਰਨ ਵਾਸਤੇ, ਉਸ ਵੇਲੇ ਪਤਾ ਵੀ ਸੀ ਨਾ ਕਿ ਮਤਲਬ ਕਿ ਕੁੜੀ ਦੀ ਉਮਰ ਜ਼ਿਆਦਾ ਹੈ। ਇਹ ਲੜਕੇ ਨੇ ਸਾਨੂੰ ਕਿਹਾ ਵੀ ਸੀਗਾ, ਮੈਂ ਕਿਹਾ ਤੂੰ ਪਤਾ ਤੇ ਲੜਕੀ ਨੂੰ, ਕਹਿੰਦੇ ਹਾਂਜੀ ਉਹਨੂੰ ਪਤਾ ਸੀ ਮੇਰੀ ਇੰਨੀ ਉਮਰ ਹੈ। ਤੇ ਨਾਲੇ ਮੈਂ ਕਿਹਾ ਭਾਜੀ ਤੁਹਾਨੂੰ ਇੱਕ ਗੱਲ ਕਰਨੀ, ਸਿਰਫ ਮੈਨੂੰ ਪਤਾ ਤੁਹਾਡਾ ਟਾਈਮ ਬਹੁਤ ਕੀਮਤੀ ਹੈ। ਮੈਂ ਤੁਹਾਡਾ ਟਾਕ ਸ਼ੋ ਰੋਜ਼ ਸੁਣਦੇ ਆ, ਬਹੁਤ ਅਸੀਂ ਗੱਲਾਂ ਤੁਹਾਡੇ ਕੋਲ ਲਰਨ ਕਰਦੇ ਆ, ਪਰ ਬਾਕੀ ਜੇ ਤੁਹਾਨੂੰ ਲੋਕੀ ਬਹੁਤ ਜ਼ਿਆਦਾ ਐਦਾ ਫੋਨ ਕਰਦੇ ਆ, ਗਲਤ ਕਰਦੇ ਆ, ਉਹਨਾਂ ਨੂੰ ਤੁਸੀਂ ਨਾ ਕੋਈ ਸਟ੍ਰੈਸ ਨਾ ਲਓ, ਉਹਨਾਂ ਨੂੰ ਇਗਨੋਰ ਕਰੋ। ਤੁਸੀਂ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਦਾ ਸਾਥ ਤੁਹਾਡੇ ਨਾਲ ਆ। ਥੈਂਕ ਯੂ ਸੋ ਮਚ, ਸ਼ੁਕਰੀਆ ਭੈਣ ਜੀ। ਅਸੀਂ ਤਾਂ ਇਹ ਕਹਾਂਗੇ ਥੈਂਕ ਯੂ ਵੈਰੀ ਮਚ। ਅਸੀਂ ਹੁਣ ਲਰਨ ਕਰ ਰਹੇ, ਅੱਜ ਭੈਣ ਜੀ ਦਾ ਲਰਨ ਕੀਤਾ, ਜਿਹੜਾ ਸਾਨੂੰ ਲਰਨ ਕਰੂਗਾ ਅਸੀਂ ਕਹਿੰਦੇ ਥੈਂਕ ਯੂ। ਹਾਂਜੀ, ਕਾਲਜ ਲਾਈਨ ਤੇ ਨੰਬਰ 5। ਗੁੱਡ ਮਾਰਨਿੰਗ ਬਾਸੀ ਸਾਹਿਬ, ਰੋਹਨ ਬੋਲ ਰਹੇ ਹੋ ਜੀ। ਹਾਊ ਆਰ ਯੂ ਸਰ? ਵਧੀਆ ਸਰ, ਤੁਸੀਂ ਸੁਣਾਓ? ਕਿੱਥੋਂ, ਕਿਹੜੇ ਸ਼ਹਿਰ ਤੋਂ ਫੋਨ ਕਰਦੇ ਆਪ ਜੀ? ਰੋਹਿਤ ਸਰ, ਮੈਂ ਵੈਸੇ ਮੈਂ ਸੈਨ ਫ੍ਰਾਂਸਿਸਕੋ ਤੋਂ ਫੋਨ ਕਰਦਾ ਹਾਂ। ਓ ਡੀਅਰ, ਅੱਛਾ, ਸੈਨ ਫ੍ਰਾਂਸਿਸਕੋ। ਟਾਈਮ ਕੀ ਹੈ ਤੁਹਾਡਾ ਸਾਡਾ ਟੋਰਾਂਟੋ ਦਾ? 3 ਘੰਟੇ ਅੱਗੇ ਜੀ ਤੁਸੀਂ ਸਾਡੇ ਤੋਂ। ਅੱਛਾ ਅੱਛਾ, ਕੀ ਕੰਮ ਕੀ ਕਰਦੇ ਤੁਸੀਂ? ਪੰਜਾਬ ਤੋਂ ਕਿੱਥੋਂ?
ਬਹੁਤ ਔਖਾ ਲੱਗਦਾ ਜੀ ਉੱਠਣਾ ਸਵੇਰੇ ਤੁਸੀਂ ਕਿੱਥੋਂ, ਪੰਜਾਬ ਤੋਂ ਕਿੱਥੋਂ ਆਪ ਜੀ? ਮੰਡੀ ਗੋਬਿੰਦਗੜ੍ਹ ਜੀ। ਉਹ ਮੰਡੀ ਗੋਬਿੰਦਗੜ੍ਹ, ਹਾਂਜੀ। ਸਾਡੇ ਇੱਥੇ ਜਗਮੋਹਨ ਹੋਣੀ ਨੇ ਔਰ ਤੁਹਾਡੇ ਜਗਮੀਤ ਬਾਬਾ ਨਹੀਂ ਹੈ ਤੁਹਾਡੇ ਮੰਡੀ ਗੋਬਿੰਦਗੜ੍ਹ? ਮੈਂ ਗਿਆ ਸਹੋਤਾ ਸਾਹਿਬ ਤੁਹਾਡੇ, ਮੈਨੂੰ ਪਤਾ ਦੋਸਤ ਨੇ ਜੀ ਜੀ, ਚੰਗੀ ਤਰ੍ਹਾਂ, ਵੈਰੀ ਗੁੱਡ ਫਰੈਂਡ ਮਾਈਨ। ਅੱਛਾ, ਤੁਸੀਂ ਰੋਜ਼ ਕੀ ਕਹਿਣਾ ਚਾਹੁੰਦੇ? ਬਾਸੀ ਸਾਹਿਬ, ਮੈਨੂੰ ਬਾਸੀ ਸਾਹਿਬ ਇੱਕ ਗੱਲ ਬੜੀ ਖੁਸ਼ੀ ਲੱਗੀ ਹੈ ਕਿ 16 ਲੱਖ ਰੁਪਇਆ ਉਹਨਾਂ ਨੇ ਲਾ ਵੀ ਦਿੱਤਾ, ਕੁੜੀ ਗਈ ਨਹੀਂ। ਇਹ ਗੱਲ ਮੈਨੂੰ ਹਜਮ ਜੀ ਨਹੀਂ ਹੋਈ ਜੀ। ਮਤਲਬ 16 ਲੱਖ ਅਗਲੇ ਨੇ ਲਾਇਆ ਤਾਂ ਕੁੜੀ ਕਿਉਂ ਨਾ ਜਾਵੇ? ਕਾਰਨ ਕੀ ਹੈ ਨਾ, ਮੈਂ ਦੱਸ ਸਕੀ ਕਿ ਕੋਵਿਡ ਕਰਕੇ ਬਾਇਓਮੈਟ੍ਰਿਕ ਹਾਂਜੀ ਜਿਹੜੇ ਤੁਹਾਨੂੰ ਉਹ ਕੀ ਲੈਂਦੇ ਨੇ, ਇਹਨੂੰ ਕੀ ਕਹਿੰਦੇ ਨੇ, ਬਾਇਓਮੈਟ੍ਰਿਕ ਹੁਣ ਕੀ ਕੰਮ ਮਸ਼ੀਨ ਜਿਹੜੀ ਹੁੰਦੀ ਆ ਤੁਹਾਡੇ ਨਿਸ਼ਾਨ ਲੈਂਦੀ ਹੈ ਨਾ, ਉਹਦੀ ਅਪਾਰਟਮੈਂਟ ਨਹੀਂ ਮਿਲਦੀ, ਜਿਸ ਕਰਕੇ ਇਹ ਸਲੋ ਡਾਊਨ ਹੋਇਆ ਆ। ਨਹੀਂ ਸਰ, ਤੁਸੀਂ ਸਮਝੇ ਨਹੀਂ। ਹੁਣ ਮੈਨੂੰ ਕੈਨੇਡਾ ਐਮਬੈਸੀ ਬਾਰੇ ਜ਼ਿਆਦਾ ਪਤਾ ਨਹੀਂ, ਚਲੋ ਬਾਕੀ ਬਟ ਸਟਿਲ ਸਰ ਤੁਸੀਂ ਆਪ ਹੀ ਗੱਲ ਦੇਖ ਕੇ ਚੱਲੋ ਨਾ ਕਿ ਆਪਣਾ ਜਿਨ੍ਹਾਂ ਦੀ ਪਹਿਲਾਂ ਅਪਾਇੰਟਮੈਂਟਾਂ ਲੇਟ ਹੋਈਆਂ ਨੇ ਕੋਵਿਡ ਕਰਕੇ, ਉਹਨਾਂ ਨੂੰ ਅਪਾਇੰਟਮੈਂਟਾਂ ਮਿਲਣ ਲੱਗ ਗਈਆਂ ਨੇ ਜੀ ਆਲਰੇਡੀ। ਆਈ ਨੋ, ਪਰ ਹੋ ਸਕਦਾ ਕਿ ਲਾਈਨ ਅਪ ਇਹ ਪਾਈਲ ਅਪ ਹੋਣ, ਇਹ ਮਤਲਬ ਲਾਈਨ ਚੋਂ ਪਾਈਪਲਾਈਨ ਚ ਹੋਵੇ, ਇਹਨਾਂ ਦਾ ਵੀ ਇਸ ਪੋਸਿਬਿਲਿਟੀ ਆ। ਬਾਕੀ ਸਭ ਆਪਣਾ ਜਿਵੇਂ ਸੱਸ ਦੀ ਗੱਲ ਦੱਸਦੇ, ਬਾਕੀ ਸਭ ਸੱਸ ਦਾ ਪੂਰੀ ਫੱਫੇ ਕੁੱਟਣੀ ਲੱਗਦੀ ਹੈ ਜੀ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਨੰਬਰ 2 ਕਾਲਰ ਪਲੀਜ਼। ਹਾਂਜੀ, So what do you drink? You drink whiskey? ਕਾਲਰ ਲਾਈਨ ਤੇ ਤੁਸੀਂ ਨੰਬਰ 2 ਕਾਲਰ। Do you drink beer sometimes? I'm sorry, I don't know he talking to who. ਹਾਂਜੀ, ਨੰਬਰ 3 ਮਿਸਟਰ ਪੌਲ, ਲਾਈਨ ਤੁਸੀਂ ਬੋਲੋ। ਭਾਜੀ ਬਾਸੀ ਸਾਹਿਬ ਗੁੱਡ ਮਾਰਨਿੰਗ ਭਾਜੀ। ਇਹਦਾ ਜਿੱਦਾਂ ਤੁਸੀਂ ਪਹਿਲਾ ਸ਼ੋਅ ਦਾ ਗੱਲਬਾਤ ਆਪਣੀ ਚੱਲੀ ਸੀਗੀ ਨਾ ਕਿ ਇਹ ਕੁੜੀ ਕਹਿ ਲਓ, ਚਲੋ ਐਨੀਵੇਜ਼ ਇਹ ਸਾਊਂਡ ਵੈਸੇ ਤਾਂ ਸਹੀ ਕਰ ਰਹੀ ਹੈ, ਬਿਕੋਜ਼ ਉਹਦੀ ਇੰਟੈਂਸ਼ਨਸ ਹੀ ਹੈ ਨਹੀਂ ਕੁਝ ਗਲਤ ਕਰਨ ਦੀ। ਉਹ ਕਹਿੰਦੀ ਵੀ ਮੈਂ ਜਾਣਾ ਚਾਹੁੰਦੀ ਹਾਂ, ਤੇ ਉਹ ਤਾਂ ਬਹੁਤ, ਤੁਸੀਂ ਵੀ ਬਾਅਦ ਚ ਡਿਗ ਆਊਟ ਕਰ ਹੀ ਲੈਣਾ ਸਰ, ਤੁਹਾਡੇ ਤੋਂ ਕਿਹੜੀ ਗੱਲ ਛੁਪੀ ਹੈ, ਤੁਸੀਂ ਤਾਂ ਬਹੁਤ ਸਿਆਣੇ ਹੋ। ਤੇ ਦੂਜੀ ਗੱਲ ਇਹ ਆ ਭਾਜੀ, ਜਿਹੜਾ ਨਾ ਸਮ ਟਾਈਮ ਮੈਨੂੰ ਸਮਝ ਨਹੀਂ ਆਉਂਦਾ ਵੀ ਲੋਕੀ ਆ ਕੇ ਕੰਪਲੇਂਟ ਕਿਸ ਚੀਜ਼ ਦੀ ਕਰਦੇ ਆ। ਵਰਲਡ ਵਾਈਡ ਤੁਹਾਡਾ ਸ਼ੋਅ ਚੱਲਦਾ ਭਾਜੀ, ਹਨਾ, ਵਰਲਡ 'ਚ ਬੈਠੇ ਸਾਰੀ ਦੁਨੀਆ ਸੁਣਦੀ ਤੁਹਾਨੂੰ, ਤੇ ਤੁਹਾਨੂੰ ਜੇ ਨਹੀਂ ਪਸੰਦ ਹੈਗਾ ਭਾਜੀ, ਟਰਨ ਇਟ ਆਫ, ਇਟਸ ਓਕੇ। ਪਹਿਲੀ ਗੱਲ ਤਾਂ ਤੁਸੀਂ ਇੰਨੇ ਅਡਿਕਟਡ ਹੋ ਚੁੱਕੇ ਹੋ ਬਾਸੀ ਦੇ ਰੇਡੀਓ ਦੇ ਸ਼ੋਅ ਦੇ ਲਈ, ਸੋ ਯੂ ਨੋ ਦੈਟ ਯੂ ਆਰ ਅਡਿਕਟਡ, ਰਾਈਟ? ਜੇ ਤੁਸੀਂ ਅਡਿਕਟਡ ਹੋ, ਉਹਨੂੰ ਐਕਸੈਪਟ ਕਰ ਲਓ, ਉਹਨੂੰ ਇੰਜੋਏ ਕਰੋ, ਸ਼ੋਅ ਨੂੰ ਡੀਰੇਲ ਨਾ ਕਰੋ। ਮੇਰਾ ਤਾਂ ਇਹੀ ਕਹਿਣਾ ਜੀ। ਹਾਂਜੀ, ਜੇ ਤੁਸੀਂ ਹੋਰਾਂ ਨੂੰ ਸੁਣਨ ਦੀ ਜਾਂਚ ਸਿੱਖ ਲਵੋ ਤਾਂ ਲੋਕ ਤੁਹਾਨੂੰ ਧਿਆਨ ਨਾਲ ਸੁਣਨ ਲੱਗ ਪੈਣਗੇ। ਸੋ ਮੇਰੀ ਇੱਕ ਸਭ ਨੂੰ ਬੇਨਤੀ ਹੈ ਕਿ ਇਹ ਸ਼ੋਅ ਅਡਿਕਟਿਵ ਸ਼ੋਅ ਹੈ ਔਰ ਐਡਿਕਸ਼ਨ ਹੋ ਸਕਦੀ ਹੈ, ਔਰ ਅਗਲੇ ਸਾਲ ਦੇ ਵਿੱਚ ਓਵਰਡੋਜ਼ ਅਸੀਂ ਤੁਹਾਨੂੰ ਦੇਣੀ ਹੈ, ਔਰ ਤੁਸੀਂ ਧਿਆਨ ਰੱਖਣਾ ਓਵਰਡੋਜ਼ ਮਿਲਣੀ ਲੋਕਾਂ ਨੂੰ। ਸੋ ਇੰਨੇ ਤੁਸੀਂ ਓਵਰਡੋਜ਼ ਦੇ ਵਿੱਚ ਕਿਸੇ ਨੂੰ ਕੋਈ ਹਾਨੀਕਾਰਕ ਸਾਬਤ ਹੋਵੇ। ਬਾਸੀ ਸਾਹਿਬ ਐਡਿਕਟਡ ਇਸ ਕਰਕੇ ਆ ਕਿਉਂਕਿ ਇਹ ਬੜਾ ਇਨਫੋਰਮੇਟਿਵ ਸ਼ੋਅ ਹੈਗਾ ਤੁਹਾਡਾ, ਤੁਸੀਂ ਇਨਫੋਰਮੇਸ਼ਨ ਲੈ ਕੇ ਆਉਂਦੇ, ਅਵੇਅਰਨੈਸ ਬਹੁਤ ਆਉਂਦੀ ਲੋਕਾਂ ਦੇ ਵਿੱਚ, ਹਨਾ, ਤਾਂ ਐਡਿਕਟਡ ਆ। ਤੁਸੀਂ ਕੋਈ ਮਤਲਬ ਕੋਈ ਗਲਤ ਪਾਸੇ ਨਹੀਂ ਉਹਨੂੰ ਆਪਣੇ ਲਿਸਨਰਸ ਨੂੰ ਲੈ ਕੇ ਜਾਂਦੇ, ਤੁਸੀਂ ਯੂ ਆਰ ਟੇਕਿੰਗ ਇਨ ਦ ਰਾਈਟ ਡਾਇਰੈਕਸ਼ਨ। ਥੈਂਕ ਯੂ ਸੋ ਮਚ ਮਿਸਟਰ ਪੌਲ, ਥੈਂਕਸ। ਨੰਬਰ 5 ਕਾਲਰ ਲਾਈਨ ਤੁਸੀਂ। ਹਾਂਜੀ ਸਰ, ਗੁੱਡ ਮਾਰਨਿੰਗ। ਜੀ ਮਾਰਨਿੰਗ ਸਰ, ਕੀ ਕਹਿਣਾ ਚਾਹੋਗੇ ਆਪ ਜੀ? ਬਾਸੀ ਸਾਹਿਬ, ਕੁੜੀ ਮੈਨੂੰ ਠੀਕ ਲੱਗਦੀ ਹੈ, ਤੇ ਨਾਲੇ ਤੁਹਾਡੀ ਤਾਰੀਫ 'ਚ ਗੱਲ ਕਹਿਣਾ ਚਾਹੂੰਗਾ। ਬਾਸੀ ਸਾਹਿਬ, ਤੁਸੀਂ ਢੂਹੇ ਠਾ ਰੱਖੇ ਨੇ, ਰੇਡੀਓ ਤੇ ਬਹੁਤ ਦੇਖਿਆ ਕਿ ਲੋਕੀ ਤੁਹਾਡੇ ਬਾਰੇ ਬਹੁਤ ਗਲਤ ਬੋਲਦੇ ਨੇ, ਬਟ ਯੂ ਆਰ ਦ ਬੈਸਟ। ਨੰਬਰ 6 ਕਾਲ ਲਾਈਨ ਤੇ, ਕਾਲ ਲਾਈਨ ਤੇ ਤੁਸੀਂ ਬੋਲੋ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ, ਕੁੜੀ ਬਿਲਕੁਲ ਰਾਈਟ ਹੈ, ਐਂਡ ਅਰਨ ਨੂੰ ਤੁਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲਾਵਾਂ ਲੈਂਦੇ ਹੋ, ਸਾਰਾ ਕੁਝ ਕਰਦੇ ਹੋ, ਇੱਕ ਦੂਜੇ ਨੂੰ ਪੁੱਛਗਿੱਛ ਕਰਕੇ ਵਿਆਹ ਕੀਤਾ, ਬਾਅਦ ਵਿੱਚ ਸਡਨਲੀ ਪ੍ਰੋਬਲਮ ਆ ਜਾਂਦੀ ਹੈ। ਜੇ ਤੁਸੀਂ ਇੰਨੇ ਪੈਸੇ ਕੁੜੀ ਤੇ ਜਾਂ ਕੁੜੀ ਵਾਲੇ ਮੁੰਡੇ ਦੇ ਲਾਉਂਦੇ ਨੇ ਬਾਹਰ ਭੇਜਣ ਵਾਸਤੇ, ਉੱਥੇ ਕੋਈ ਬਿਜ਼ਨਸ ਖੋਲ ਲਓ ਜਾਂ ਆਪਣੇ ਤੇ ਲਾ ਲਓ, ਆਪ ਪੜ੍ਹ ਲਓ, ਆਈਲੈਟਸ ਕਰ ਲਓ, ਜੇ ਇੰਨਾ ਹੀ ਬਾਹਰ ਜਾਣ ਦਾ ਚਾਹ ਹੈਗਾ ਨਾ, ਕਿਸੇ ਦੀ ਲਾਈਫ ਬਰਬਾਦ ਕਾਹਤੋਂ ਕਰਨੀ ਹੈ ਨਾ, ਜਾਂ ਕਿਸੇ ਨਾਲ ਪੱਕੇ ਸੰਬੰਧ ਬਣਾ ਲਓ ਕਿ ਚੱਲ ਮੈਂ ਇਹ ਬੰਦੇ ਨਾਲ ਰਹਿਣਾ ਹੈ, ਠੀਕ ਹੈ, ਮੇਰੀ ਓਫੀਸ਼ੀਅਲ ਮੈਰਿਜ ਹੋ ਗਈ ਹੈ, ਕੁੜੀ ਬਾਹਰ ਆਉਂਦੀ ਹੈ ਜਾਂ ਮੁੰਡਾ ਬਾਹਰ ਆਉਂਦਾ, ਆਪਣੇ ਜੀਵਨ ਸਾਥੀ ਨੂੰ ਬੁਲਾਉਂਦਾ, ਪਰ ਇਦਾਂ ਦੇ ਨਾ ਕਰੋ ਇੱਕ ਦੂਜੇ ਦੀ। ਇਹ ਤੁਸੀਂ ਇੱਕ ਹਿਸਾਬ ਦਾ ਕਾਰੋਬਾਰ ਹੀ ਖੋਲ ਲਿਆ, ਵਿਆਹ ਕਰਾਇਆ, ਬਾਹਰ ਗਿਆ, ਡਿਵੋਰਸ ਹੋਇਆ, ਚੱਲ ਕਿਸੇ ਹੋਰ ਨਾਲ, ਚੱਲ ਕਿਸੇ ਹੋਰ ਨਾਲ, ਇਹ ਬੜੀ ਗਲਤ ਹੈ। ਆਈ ਨੋ, ਪਰ ਹਾਲੇ ਲੜਕੀ ਇੰਡੀਆ ਵਿੱਚ ਹੈ, ਔਰ ਮੇਰੇ ਖਿਆਲ ਕਿ ਤੁਹਾਡੇ ਬਲਜਿੰਦਰ, ਤੁਹਾਡੇ ਜਿਹੜੇ ਬੈਂਡ ਨੇ 6 ਬੈਂਡ ਨੇ, ਓਵਰ 6 ਬੈਂਡ ਤੁਸੀਂ ਲਾਏ ਹੋ, 6.5 ਬੈਂਡ ਨੇ। ਹਾਂਜੀ ਸਰ। ਹਾਂਜੀ, ਪਲੀਜ਼, ਥੈਂਕ ਯੂ ਸੋ ਮਚ ਕਾਲਰ। ਓਕੇ, ਨੰਬਰ 2 ਪਰਮਜੀਤ ਲਾਈਨ ਤੇ, ਹੋਟੀ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇੱਕੋ ਹੀ ਕਹਿਣਾ ਚਾਹੁੰਦਾ ਜੀ, ਮਾੜੀ ਗੱਲ ਨਹੀਂ, ਇੱਕ ਦੂਜੇ ਦੀ ਹੈਲਪ ਵੀ ਹੋ ਜਾਂਦੀ ਆ, ਪਰ ਆ ਜਦੋਂ ਵਿਆਹ ਜਿਹੜੇ ਜੋਕ ਬਣਾ ਲਿਆ, ਜਦੋਂ ਵਿਆਹ ਬਹੁਤ ਸਿੰਸੈਰਿਟੀ ਨਾਲ ਚਾਹੀਦਾ, ਇੱਕ ਦੂਜੇ ਦੇ ਪ੍ਰਤੀ ਪਿਆਰ ਚਾਹੀਦਾ। ਜੇ ਨਹੀਂ ਵੀ ਵੀਜ਼ਾ ਮਿਲਿਆ, ਲੇਟ ਹੋ ਗਿਆ ਕੋਵਿਡ ਕਰਕੇ, ਤਾਂ ਕੀ ਗੱਲ ਹੋ ਗਈ, ਪਰ ਪਿਆਰ ਦਾ ਕਨਸੈਪਟ, ਜਿਹੜਾ ਵਿਆਹ ਦਾ ਕਨਸੈਪਟ ਹੈ ਨਾ, ਜਿੱਦਾਂ ਉਹ ਖਤਮ ਹੋ ਗਿਆ ਲੋਕਾਂ 'ਚ। ਆਹ ਅਸਲੀ ਪ੍ਰੋਬਲਮ, ਜਿੱਦਾਂ ਜਿੰਨੀਆਂ ਵੀ ਸਟੋਰੀਆਂ ਤੁਹਾਡੀਆਂ ਬਾਸੀ ਸਾਹਿਬ ਆਉਂਦੀਆਂ, ਉਹਨਾਂ ਦਾ ਤੁਸੀਂ ਜਿੱਦਾਂ ਤੁਸੀਂ ਸਿਆਣੇ ਆ,
ਜਿਹੜਾ ਅਸਲੀ ਕਨਸੈਪਟ ਹੈ, ਜੇ ਸੱਚੇ ਦਿਲੋਂ ਪਿਆਰ ਹੋਵੇ, ਸੱਚੇ ਦਿਲੋਂ ਇੱਕ ਦੂਜੇ ਨਾਲ ਰਿਸ਼ਤਾ ਪਿਆਰ ਵਾਲਾ ਬਣਿਆ ਹੋਵੇ, ਸਾਰੇ ਮਾਪੇ ਹੀ ਹੁੰਦੇ ਆ। ਪਰ ਇਹਨਾਂ ਦਾ ਜਿਹੜਾ ਵਿੱਚੋਂ ਤੁਹਾਡਾ ਸ਼ੁਭ ਨਾਮ ਕੀ ਹੈ ਜੀ? ਮੈਂ ਪੰਮੀ ਆਟੋ ਵਾਲਾ ਬੋਲਦਾ ਜੀ। ਅੱਛਾ ਜੀ ਪੰਮੀ ਜੀ, ਇਸ ਤਰ੍ਹਾਂ ਕਿ ਜਿਹੜਾ ਪਿਆਰ ਆ ਕਹਿੰਦੇ ਕਿ ਫਾਸਲੇ ਨਾਲ ਵੱਧਦਾ ਆ ਤੇ ਨੇੜਤਾ ਨਾਲ ਫੈਲਦਾ ਆ। ਸੋ ਇਹ ਜਦੋਂ ਚੀਜ਼ਾਂ ਦੀ ਸਮਝ ਆ ਜਾਵੇ ਇਨਸਾਨ ਨੂੰ, ਇਨਸਾਨੀਅਤ ਨੂੰ, ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਸਾਰੀਆਂ ਬਿਮਾਰੀਆਂ ਦੀ ਜਿਹੜੀ ਜੜ ਆ, ਇਹ ਜਿਹੜੀ ਸੋਚਣੀ ਆ, ਨੈਰੋ ਮਾਈਂਡਡ ਜਿਹੜੇ ਲੋਕ ਨੇ, ਫਿਕਲ ਮਾਈਂਡਡ ਪੀਪਲ ਨੇ, ਉਹਨਾਂ ਦੇ ਮਨ ਵਿੱਚ ਬਸੀ ਹੋਈ ਜਿਹੜੀ ਆ ਉਹ ਬਾਹਰ ਕੱਢਣੀ ਆ। ਔਰ ਅਸੀਂ ਦੇਖੋ ਸਿਰਫ ਸਟੋਰੀਆਂ ਨੂੰ ਤੁਹਾਡੇ ਤੱਕ ਪੇਸ਼ ਹੀ ਨਹੀਂ ਕਰਦੇ, ਸਗੋਂ ਕਿ ਅਵੇਅਰ ਵੀ ਕਰਦੇ ਲੋਕਾਂ ਨੂੰ ਕਿ ਤੁਹਾਡੇ ਨਾਲ ਇਸ ਤਰ੍ਹਾਂ ਨਾ ਬੀਤੇ। ਬੜੀ ਮਿਹਰਬਾਨੀ, ਤੁਸੀਂ ਆਟੋ ਤੋਂ ਕਾਲ ਕੀਤਾ, ਮੈਂ ਆਗਿਆ ਲੈ ਰਿਹਾ ਆਪ ਜੀ ਤੋਂ। ਓਕੇ ਜੀ, ਥੈਂਕ ਜੀ। ਨੰਬਰ 6 ਕਾਲਰ, ਨੰਬਰ 3 ਆਈ ਐਮ ਸੌਰੀ। ਕੋਈ ਨਾ ਬਾਸੀ ਸਾਹਿਬ, ਸਤਿ ਸ਼੍ਰੀ ਅਕਾਲ, ਸੰਨੀ ਬੋਲ ਰਹੇ ਹਾਂ ਸਿਡਨੀ ਤੋਂ ਜੀ। ਜੀ ਤੁਹਾਡੇ ਤੋਂ ਲਾਈਟ ਹੋ ਰਹੀ ਹੈ ਜੀ। ਜੀ ਹਾਂਜੀ ਹਾਂਜੀ ਬਾਸੀ ਸਾਹਿਬ, ਇਹ ਹੋ ਗਈ ਰਿਹਾ, ਮਤਲਬ ਜਿੱਥੇ ਵੀ ਪੈਸਾ ਇਨਵੋਲਵ ਹੋ ਰਿਹਾ ਨਾ ਜੀ, ਉੱਥੇ ਹੀ ਕਲੇਸ਼ ਹੋ ਰਿਹਾ ਹੈ। ਤੇ ਮੇਰੇ ਹਿਸਾਬ ਨਾਲ ਕੋਵਿਡ ਕੋਈ ਵੱਡੀ ਬਿਮਾਰੀ ਨਹੀਂ ਹੈਗੀ, ਸਭ ਤੋਂ ਵੱਡੀ ਬਿਮਾਰੀ ਹੈਗੀ ਪੈਸਾ। 16 ਲੱਖ 20 ਲੱਖ ਰੁਪਈਆ ਕੁੜੀਆਂ ਲਵਾਉਂਦੀਆਂ ਆ, ਜਾਂ ਵੀਜ਼ਾ ਨਹੀਂ ਆਉਂਦਾ ਆ, ਉਸ ਤੋਂ ਰਿਸ਼ਤੇ ਟੁੱਟ ਜਾਂਦੇ ਆ। ਵਿਆਹ ਸਿਰਫ ਹੁਣ ਅੱਜ ਕੱਲ ਜਿਹੜਾ ਰਹਿ ਗਿਆ ਨਾ, ਸਿਰਫ ਤੇ ਸਿਰਫ ਪੈਸੇ ਦਾ ਰਹਿ ਗਿਆ। ਔਰ ਦੂਜੀ ਗੱਲ ਬਾਸੀ ਸਾਹਿਬ, ਤੁਹਾਨੂੰ ਮੈਂ ਇੱਕ ਹੋਰ ਕੰਪਲੀਮੈਂਟ ਦੇਣਾ ਚਾਹੁੰਦਾ ਆ ਕਿ ਮੈਂ ਆਪਣੇ ਇੱਥੇ ਨਾ ਜੀ ਸਿਡਨੀ ਦੇ ਵਿੱਚ ਅਸੀਂ 10 ਮੁੰਡੇ ਹੈਗੇ ਟਰੱਕ ਚਲਾਉਂਦੇ ਆ ਜੀ, 10 ਮੁੰਡੇ ਹੋਰ ਤੁਹਾਡੇ ਐਡ ਕਰਾਏ ਆ ਜੀ। ਉਹ ਮੁੰਡਿਆਂ ਨੇ ਮੈਨੂੰ ਇੰਨੀ ਗੱਲ ਕਹੀ ਹੈ ਕਿ ਤੁਹਾਡੇ ਇੱਥੇ ਇੰਨੇ ਕੁ ਪੇਸ਼ੈਂਸ ਹੈ ਨਾ ਬਾਸੀ ਸਾਹਿਬ, ਕਹਿਣ ਦੀ ਹੱਦ ਨਹੀਂ, ਕਿ ਤੁਹਾਡੇ ਵਰਗਾ ਕੋਈ ਵੀ ਨਹੀਂ ਹੈਗਾ ਜਿਹੜਾ ਕਿ ਕੋਈ ਵੀ ਆ ਕੇ ਕੁਝ ਵੀ ਬੋਲ ਜਾਂਦਾ ਆ ਤੇ ਉਹ ਬਾਅਦ ਚ ਤੁਸੀਂ ਉਹਨੂੰ ਕੋਈ ਜਵਾਬ ਨਹੀਂ ਦਿੰਦੇ। ਸਿਰਫ ਤੁਸੀਂ ਆਪਣਾ ਬਸ 2 ਮਿੰਟ ਦਾ ਗੁੱਸਾ ਹੁੰਦਾ ਤੁਹਾਡਾ, ਬਟ ਉਹ ਵੀ ਤੁਸੀਂ ਠੰਡਾ ਹੋ ਜਾਂਦੇ ਨਾਲ ਹੀ। ਬਟ ਜੋ ਮਰਜ਼ੀ ਆ ਬਾਸੀ ਸਾਹਿਬ, ਈਸਟ ਔਰ ਵੈਸਟ, ਬਾਸੀ ਇਜ਼ ਦਾ ਬੈਸਟ। थैंक यू सो मच सनी जी, मेहरबानी, थैंक यू बाजी, बहुत बहुत शुक्रिया। नंबर 4 सनी जी लाइन ਤੇ ਆਪ ਜੀ ਸਰ। ਹਾਂਜੀ ਬਾਸੀ ਸਾਹਿਬ, ਮੈਂ ਨਾ ਕੁੜੀ ਨੂੰ ਕੁਐਸਚਨ ਪੁੱਛਣਾ ਚਾਹੁੰਦਾ ਵੀ ਕਿਤੇ ਇਹ ਤਾਂ ਨਹੀਂ ਵੀ ਜਿਵੇਂ ਮੁੰਡੇ ਦੇ ਉੱਤੇ ਕੋਈ ਕੇਸ ਵਗੈਰਾ ਪੈ ਗਿਆ ਹੋਵੇ ਜਾਂ ਕੋਈ ਨਸ਼ੇ 'ਚ ਪੈ ਗਿਆ ਹੋਵੇ ਮੁੰਡਾ, ਜਿਹੜਾ ਇਹਦੇ ਘਰ ਦੇ ਪੈਸਿਆਂ ਵੱਲ ਨੂੰ ਇੰਨੀ ਖਿੱਚ ਕਰੀ ਜਾਂਦੇ ਆ ਵੀ ਕੁੜੀ ਤੇ ਬਲੀਵ ਹੀ ਨਹੀਂ ਕਰਦੇ ਪਏ ਕਿਸੇ ਗੱਲ ਦਾ। ਇਹਨੂੰ ਕੁੜੀ ਨੂੰ ਜ਼ਰੂਰ ਪਤਾ ਹੋਊਗਾ, ਮੈਂ ਇਹਨੂੰ ਪੁੱਛਣਾ ਚਾਹੁੰਦਾ ਭੈਣ ਨੂੰ। ਹਾਂਜੀ ਆਪਣੇ ਬਲਜਿੰਦਰ ਸਵਾਲ ਦਾ ਜਵਾਬ ਦਿਓਗੇ ਤੁਸੀਂ, ਔਰ ਕੋਈ ਤੁਹਾਨੂੰ ਇੰਟੂਇਸ਼ਨ ਕੋਈ ਭੈਣਕ ਪਈ ਹੈ, ਕੋਈ ਐਸੀ ਹੋਰ ਕੋਈ ਭੈਣਕ ਹੈ? ਨਹੀਂ ਸਰ, ਮਤਲਬ ਮੇਰੇ ਹਸਬੰਡ ਕੋਈ ਨਸ਼ਾ ਨਹੀਂ ਕਰਦੇ। ਸਿਰਫ ਗੱਲ ਸਿਰਫ ਇੰਨੀ ਆ ਕਿ ਉਹਨਾਂ ਦੀ ਮਦਰ ਇਨ ਲਾ, ਜਿਹੜੇ ਮੇਰੇ ਮਦਰ ਇਨ ਲਾ ਆ, ਉਹਨਾਂ ਨੂੰ ਮੇਰੀ ਏਜ ਤੋਂ, ਮੇਰੇ ਰੰਗ ਰੂਪ ਤੋਂ ਹੁਣ ਪ੍ਰੋਬਲਮ ਹੋ ਗਈ ਆ। ਉਹਨਾਂ ਨੂੰ ਮਤਲਬ ਕਿ ਆਪਣੇ ਡਾਕੂਮੈਂਟਸ ਦੇ ਵਿੱਚ ਯਕੀਨ ਨਹੀਂ ਹੈਗਾ ਕਿ ਇਹ ਮਤਲਬ ਕਿ ਇਹ ਨਾਲ ਜਾ ਸਕੂਗਾ। ਅੱਛਾ ਉਹਨਾਂ ਨੂੰ ਡਰ ਪੈ ਗਿਆ ਕਿ ਏਜ ਜਿਹੜੀ ਹੈ ਬਹੁਤ ਫਰਕ ਹੈ। ਤੁਹਾਡਾ ਏਜ ਦਾ ਹੈ ਫਰਕ ਕਿੰਨਾ ਵੈਸੇ ਅਫੀਸ਼ੀਅਲੀ ਤੌਰ ਤੇ, ਕਿੰਨੇ ਸਾਲ ਤੁਸੀਂ ਵੱਡੇ ਹੋ? ਸਰ 3 ਉਹਨਾਂ ਦੇ ਆਈਡੀ ਪ੍ਰੂਫ ਆ, ਇੱਕ ਤੇ 2001 ਡੇਟ ਆਫ ਬਰਥ ਆ, ਇੱਕ ਤੇ 1997 ਆ। ਨਹੀਂ ਛੱਡੋ ਤੁਸੀਂ, ਕਿੰਨਾ ਫਰਕ ਕਿੰਨਾ ਵੈਸੇ? ਤੁਹਾਡੇ ਹਸਬੰਡ ਤੁਹਾਨੂੰ 5 ਮਹੀਨੇ ਰਿਹਾ, ਤੁਸੀਂ ਗੱਲਾਂ ਵਿੱਚ ਬੈਠੇ ਹੋਵੋਗੇ, ਬਾਹਰ ਵੀ ਗਏ ਹੋਵੋਗੇ, ਸ਼ਾਪਿੰਗ ਵੀ ਹੋ ਗਏ ਹੋਵੋਗੇ, ਔਰ ਕਿੰਨਾ ਫਰਕ ਕਿੰਨਾ ਏਜ ਦਾ? ਸਰ 7-8 ਸਾਲ ਹੋਏਗਾ। 8 ਸਾਲ ਦਾ ਫਰਕ ਹੈ। ਤੁਸੀਂ ਦੂਜਾ ਗੱਲ ਕੀਤੀ ਰੰਗ ਰੂਪ ਦੀ, ਤੁਹਾਨੂੰ ਕਹਿੰਦੇ ਭੈਣਕ ਪੈ ਗਈ। ਰੰਗ ਰੂਪ ਦਾ ਮਤਲਬ ਕਿ ਉਹ ਗੋਰਾ ਚਿੱਟਾ ਹੈ ਜਾਂ ਤੁਸੀਂ ਤੁਹਾਡੇ ਰੰਗ ਦੇ ਵਿੱਚ ਕੋਈ ਇੱਕ ਕੁਦਰਤੀ ਗੱਲ ਹੈ? ਤੁਹਾਡਾ ਰੰਗ ਇੱਕ ਰੰਗ ਤੁਹਾਡਾ ਕੁਦਰਤੀ ਗੱਲ। ਹਾਂਜੀ ਸਰ, ਮੈਂ ਸਾਂਵਲੇ ਰੰਗ ਦੀ, ਉਹ ਮੇਰੇ ਨਾਲੋਂ ਪਰਸਨੈਲਿਟੀ ਆ। ਬਾਕੀ ਜੀ ਇਹਨਾਂ ਦੇ ਨਾ ਸੱਸ ਦਾ ਜਿਹੜਾ ਇਲਾਜ ਆ ਉਹ ਭੁੱਲਰ ਸਾਹਿਬ ਤੋਂ ਕਰਾ ਦਿਓ। ਉਹ ਕਹਿੰਦੇ ਸੀ ਇੱਕ ਵਾਰੀ ਤੁਹਾਨੂੰ ਵੀ ਮੈਂ ਨਵਾਂ ਕੰਮ ਸ਼ੁਰੂ ਕੀਤਾ ਵਾ, ਫਿਰ ਸਹੀ ਹੋ ਜਾਊਗਾ ਜੀ ਸਭ। ਥੈਂਕ ਯੂ। ਆਈ ਸੀ। ਸੋ ਤੁਹਾਡਾ ਬੇਟਾ ਰੰਗ ਜਿਹੜਾ ਹੈ ਉਹ ਕਾਲੇ ਰੰਗ ਦੇ ਤੁਹਾਡਾ? ਹਾਂਜੀ ਸਰ, ਇਹਨਾਂ ਨੇ ਮਤਲਬ ਕਿ ਇਸੇ ਗੱਲ ਨੂੰ ਬੇਸ ਬਣਾਇਆ ਵਾ ਕਿ ਇਹਦੀ ਉਮਰ ਜ਼ਿਆਦਾ ਵਾ, ਤੇ ਕੁਝ ਸਾਰੇ ਮੇਰੇ ਹਸਬੰਡ ਨੂੰ ਇਹ ਕਹਿੰਦੇ ਆ ਕਿ ਜੇ 5 ਚੱਲ ਗਈ ਤੇ 5 ਸਾਲ ਤੱਕ ਇਹਨੂੰ ਪੀਆਰ ਨਹੀਂ ਮਿਲਣੀ ਤੇ ਤੂੰ 5 ਸਾਲ ਤੱਕ ਜਾ ਨਹੀਂ ਸਕਦਾ। ਸੋ ਉਹਨਾਂ ਨੂੰ ਕਿਸੇ ਡਾਊਟ ਪਾਤੀ ਕਿ ਤੁਸੀਂ ਆਪਣੇ ਪੈਸੇ ਲੈ ਲਓ, ਗੱਲ ਇਹ ਆ? ਹਾਂਜੀ ਸਰ। ਤੁਸੀਂ ਜਾ ਕੇ ਉੱਥੇ ਲੱਗੇ ਫਿਰਦੇ ਜੀ ਤੁਹਾਨੂੰ ਸਿਰਫ ਪੈਸੇ ਆਈ ਸੀ। ਕਿਤੇ ਇਹ ਤਾਂ ਨਹੀਂ ਹੈ ਕਿ ਉਹਨਾਂ ਨੇ ਕੋਈ ਹੋਰ ਤੁਹਾਡੇ ਕੋਈ ਇਸ ਤਰ੍ਹਾਂ ਦੀ ਗਲਤੀ ਹੋਈ, ਫੋਨ ਕਰਦੇ ਕੋਈ ਫੜ ਲਿਆ ਹੋਵੇ, ਕਿਸੇ ਮੁੰਡੇ ਨਾਲ ਗੱਲ ਕਰਦੇ ਹੋ ਤੁਸੀਂ ਪੜਕ ਹੋਵੇ? ਉਹ ਸਰ ਤੁਸੀਂ ਇਹਨਾਂ ਨੂੰ ਲਾਈਵ ਕਾਲ ਕਰ ਸਕਦੇ ਹੋ, ਉਹਨਾਂ ਨੂੰ ਸਰ ਇਦਾਂ ਦੀ ਕੋਈ ਗੱਲ ਨਹੀਂ। ਖੁਦ ਸਾਰੇ ਮੇਰੇ ਸਗੋਂ ਮਦਰ ਇਨ ਲਾ ਚਾਹੁੰਦੇ ਸੀ ਕਿ ਇਹਨਾਂ ਵਿੱਚ ਇਸ ਗੱਲ ਤੋਂ ਮਤਲਬ ਕਿ ਇਹਨਾਂ ਦੇ ਵਿੱਚ ਕੁਝ ਇਹਨਾਂ 'ਚ ਹੋਏ ਝਗੜਾ ਲੜਾਈ, ਕਿਉਂਕਿ ਇਸ ਗੱਲ ਦਾ ਸਰ ਮੇਰੇ ਹਸਬੰਡ ਮੇਰੇ ਤੇ ਯਕੀਨ ਕਰਦੇ ਸੀ ਕਿ ਇਹਨਾਂ ਦੀ ਕੋਈ ਗੱਲਬਾਤ ਨਹੀਂ ਆ। ਜੀ ਹਾਂਜੀ ਜੀ ਬਿਲਕੁਲ। ਬਸ ਇੱਕ ਉਹ ਵੀ ਕਹਿੰਦੇ ਹੁੰਦੇ ਨੇ, ਕਹਿੰਦੇ ਕਿ ਲਾਈਕ ਇੱਕ ਗੱਲ ਹੁੰਦੀ ਹੈ ਕਿ ਰੰਗ ਜਿਵੇਂ ਕਹਿੰਦੇ ਨੇ ਚਿੱਟਾ ਰੰਗ ਹੈ ਜਾਂ ਕਾਲਾ ਰੰਗ ਹੈ ਹਨਾ, ਤੇ ਉਹ ਕਹਿੰਦੇ ਹੁੰਦੇ ਵੀ ਕਿਸੇ 'ਚ ਥੋੜਾ ਕਿਸੇ 'ਚ ਬਾਹਲਾ ਨਾ, 2 ਰੰਗ ਹੈ, ਇੱਕ ਚਿੱਟਾ ਇੱਕ ਕਾਲਾ, ਕਿਸੇ 'ਚ ਥੋੜਾ ਕਿਸੇ 'ਚ ਬਾਹਲਾ। ਤੂੰ ਕਿਹੜੇ ਢੰਗ ਨਾਲ ਚਾਉਣਾ ਉਹ ਰੰਗ ਤਾਂ ਤੈਂ ਚੁਣਨਾ ਹਨਾ। ਰੱਬ ਸਾਰਿਆਂ ਰੰਗਾਂ ਵਿੱਚ ਰਾਜੀ, ਉਹ ਰੰਗ ਤਾਂ ਤੈਂ ਚੁਣਨਾ। ਪਰ ਮੈਨੂੰ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਕਿ ਜਿਹੜਾ ਮੁੰਡੇ ਵਾਲਾ ਗੁਰਰਾਜਨ ਵਾਲਾ ਰੰਗ ਹੈ ਉਹ ਰੱਬ ਕੈਨੇਡਾ ਵਾਲਾ ਰੰਗ ਮੰਗਦਾ ਸੀਗਾ,
ਸੋ ਰੌਲਾ ਕਿਤੇ ਉਹ ਰਹਿ ਗਿਆ ਕਿ ਕਿਤੇ ਕੁੜੀ ਇਕੱਲੀ ਨਾ ਚੱਲ ਜਾਵੇ, ਕਿਤੇ ਆਹੀ ਇਹਨਾਂ ਦੇ ਵਿੱਚ ਆ। ਕੁੜੀ ਤਾਂ ਸਟਿਲ ਵੀ ਕਹਿ ਰਹੀ ਹੈ ਕਿ ਹਜੇ ਵੀ ਮੈਂ ਤਾਂ ਉਹ ਮੁੰਡਾ ਵਧੀਆ ਹੈਗਾ, ਨਸ਼ਾ ਵੀ ਨਹੀਂ ਕਰਦਾ, ਇਲਜ਼ਾਮ ਨਹੀਂ ਲਾ ਰਹੀ। ਇਹਨਾਂ ਦਾ ਪੈਚਅਪ ਹੋ ਜਾਣਾ ਦੇਖ ਲਿਓ ਇਵੈਂਚੁਅਲੀ। ਤੁਸੀਂ ਕੱਲ ਨੂੰ ਮੁੰਡੇ ਨੂੰ ਲਿਆਉਣ ਦੀ ਆਪਾਂ ਟਰਾਈ ਕਰਦੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ, ਜੇ ਤੁਹਾਡਾ ਪੈਚਅਪ ਹੋ ਜਾਵੇ ਤੁਸੀਂ ਚਾਹੁੰਦੇ ਹੋ ਕਿ ਰਾਜੀ ਹੋ, ਤੁਸੀਂ ਮੁੜ ਕੇ ਘਰ ਜਾਣਾ ਆਪਣੇ ਸਹੁਰੇ ਘਰ ਵਿੱਚ ਆਪਣੀ ਬਲਜਿੰਦਰ? ਸਰ ਉਹਨਾਂ ਨੂੰ ਫੋਨ ਕਰ ਚੁੱਕੀ ਬਹੁਤ ਵਾਰ ਕਿ ਮੈਨੂੰ ਲੈ ਜਾਓ, ਮੈਂ ਤਾਂ ਨਾ ਰਹਿਣਾ ਚਾਹੁੰਦੀ। ਸਰ ਉਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਮੇਰੀ ਮਦਰ ਜੋ ਕਹਿਣਗੇ ਮੈਂ ਉਹ ਕਰਨਾ, ਮੇਰੀ ਮਦਰ ਜੋ ਕਹਿਣਗੇ ਉਹ ਕਰਨਾ। ਉਹ ਡਿਵੋਰਸ ਮੰਗਦੇ ਆ। ਸਰ ਜਿੱਥੇ ਵੀ ਕੰਪਲੇਨ ਕਰਦੇ ਮੁੰਡੇ ਨੇ ਵੀ ਇਹ ਗੱਲ ਐਡਮਿਟ ਕੀਤੀ ਸੀਗੀ ਕਿ ਕੁੜੀ ਪੇਕੀ ਬੈਠੀ, ਅਸੀਂ ਲਿਆਉਣਾ ਚਾਹੁੰਦੇ, ਕੋਈ ਕੁੰਡੀ ਹੋਰ ਆ ਜੀ ਵਿੱਚ। ਇਹਨਾਂ ਕੁੜੀ ਮੁੰਡੇ ਨੇ ਮੰਨ ਜਾਣਾ ਕਿਉਂਕਿ ਕੱਲ ਨੂੰ ਬਾਹਰ ਆ ਕੇ ਦੋਨਾਂ ਨੇ, ਦੇਖੋ ਰਾਜੇ ਗੱਲ ਸੁਣੋ, ਕੱਲ ਨੂੰ ਵੀ ਲਾਈਫ ਤੁਸੀਂ ਕੱਢਣੀ ਹੈ, ਕਿਸੇ ਤੀਜੇ ਬੰਦੇ ਨੇ ਨਹੀਂ ਕੱਢਣੀ। ਕੈਨੇਡਾ ਵੀ ਆ ਕੇ ਤੁਸੀਂ ਰਹਿਣਾ, ਸੋ ਤੁਸੀਂ ਪੈਚਅਪ ਕਰਨ ਦਾ ਟਰਾਈ ਕਰੋ ਕਿਉਂਕਿ ਮਾਪਿਆਂ ਦੀ ਵੀ ਜੇ ਤੁਹਾਨੂੰ ਅਸੀਂ ਪੈਚਅਪ ਕਰ ਰਹੀ ਹੈ ਤਾਂ ਤੁਸੀਂ ਉਸ ਘਰ ਵਿੱਚ ਜਾਣ ਨੂੰ ਤਿਆਰ ਹੋ ਬੇਟਾ? ਸਰ ਮੈਂ ਹਾਂਜੀ ਸਰ ਮੈਂ ਤਿਆਰ ਹਾਂ। ਓਕੇ ਵੈਰੀ ਗੁੱਡ। ਨੰਬਰ 5 ਤੇ ਸਾਡੇ ਸਤਿਕਾਰਯੋਗ ਕਾਲਰ ਨੇ ਖਲਜੀਤ ਜੀ, ਆਪ ਦੀ ਲਾਈਨ ਤੇ ਹੋ ਸਰ, ਕੀ ਕਹਿਣਾ ਚਾਹੁੰਦੇ ਆਪ ਜੀ? ਹਾਂਜੀ ਬਸ ਜੀ, ਇਸ ਸਟੋਰੀ ਬਾਰੇ ਮੇਰੇ ਕੋਈ ਕਮੈਂਟਸ ਨਹੀਂ ਹੈ ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਨੂੰ, ਹਨਾ ਦੇਖੋ ਤੁਸੀਂ ਮੇਰੇ ਦੋਸਤ ਵੀ ਹੋ, ਤੁਹਾਡਾ ਪ੍ਰੋਗਰਾਮ ਬੜਾ ਅੱਛਾ ਹੁੰਦਾ, ਉਹ ਲੋਕੀ ਸੁਣਦੇ ਵੀ, ਕਿਸੇ ਨੇ ਬੰਦ ਨਹੀਂ ਕਰਨਾ ਸੁਣਨਾ, ਹਨਾ। ਪਰ ਜਿਹੜਾ ਹੋਸਟ ਹੈ ਤੇ ਸੁਣਨ ਵਾਲੇ ਲੋਕ, ਇਹਨਾਂ ਰਿਲੇਸ਼ਨ ਹਮੇਸ਼ਾ ਅੱਛਾ ਰਹਿਣਾ ਚਾਹੀਦਾ, ਠੀਕ ਹੈ। ਇਹ ਬੈਲੈਂਸ ਰੱਖਣਾ ਚਾਹੀਦਾ ਇਨਸਾਨ ਨੂੰ। ਤੁਹਾਨੂੰ ਇੱਕ ਸਰਦਾਰ ਜੀ ਸਵੇਰੇ ਫੋਨ ਕੀਤਾ ਸੀ, ਤੁਹਾਡੇ ਕੋਲ ਕਮੈਂਟਸ ਹੋਣੇ ਚਾਹੀਦੇ। ਓਕੇ ਜੀ, ਥੈਂਕ ਯੂ, ਮੈਂ ਵਿਚਾਰਾਂਗਾ ਤੁਹਾਡੇ ਕਮੈਂਟਸ ਬਾਰੇ। ਮੇਰੀ ਪਹਿਲਾਂ ਗੱਲ ਸੁਣ ਲਿਓ ਪਲੀਜ਼, ਹਨਾ। ਉਸ ਤੋਂ ਬਾਅਦ ਉਹ ਲੜਕੀ ਨੇ ਤੁਹਾਨੂੰ ਕਿਹਾ ਸੀ ਮੇਰੀ ਪਰਸਨਲ ਫਾਈਲ ਹੈ ਤੁਹਾਡੀ, ਉਹ ਤੁਹਾਡੇ ਕੋਲ ਰਾਈਟ ਹੈ ਕਿ ਤੁਸੀਂ ਸਟੋਰੀ ਉਹਨਾਂ ਦੀ ਬੰਦ ਕਰ ਸਕਦੇ ਹੋ, ਪਰ ਤੁਸੀਂ ਫੋਰਸ ਨਹੀਂ ਕਰ ਸਕਦੇ। ਦੇਖੋ CTV CNN ਤੇ ਬੜੀਆਂ ਬੜੀਆਂ ਇੰਟਰਵਿਊ ਹੁੰਦੀਆਂ ਨੇ, ਜਦੋਂ ਕੋਈ ਬੰਦਾ ਇਸ ਇੰਟਰਵਿਊ ਕਹਿੰਦਾ ਦਿਸ ਇਜ਼ ਮਾਈ ਪਰਸਨਲ ਲਾਈਫ, ਉਸ ਤੋਂ ਬਾਅਦ ਉਹ ਹੋਸਟ ਨੂੰ ਸਵਾਲ ਨਹੀਂ ਪੁੱਛਦਾ, ਠੀਕ ਹੈ। ਤੁਹਾਡਾ ਦੇਖੋ, ਤੁਹਾਨੂੰ ਲੋਕ ਜਿੰਨੇ ਲੋਕ ਕੰਪਲੇਂਟ ਵੀ ਕਰਦੇ ਨੇ ਉਹਨਾਂ ਦਾ ਸ਼ੋਅ ਸੁਣਨਾ ਹੀ ਸੁਣਨਾ, ਕਿਉਂਕਿ ਲੋਕ ਕਾਫੀ ਫਾਈਨ। ਹੁਣ ਸੁਣੋ, ਆਈ ਅੰਡਰਸਟੈਂਡ ਤੁਸੀਂ ਡੀਰੀਲਿੰਗ ਨਹੀਂ ਮੈਂ ਕਹਿ ਰਿਹਾ ਤੁਸੀਂ ਕਰ ਰਹੇ ਹੋ। ਮੈਂ ਤੁਹਾਨੂੰ ਇੱਕ ਹੋਲਡ ਔਨ ਪਲੀਜ਼ ਲਿਸਨ ਟੂ ਮੀ। ਜਦੋਂ ਇਹ ਜਿਹੜੀ ਸਟੋਰੀ ਹੈ ਨਾ, ਇਹ ਕੋਈ ਸਟੋਰੀ ਦੇ ਵਿੱਚ ਦੋਨੇ ਧਿਰਾਂ ਨਹੀਂ ਹੈ, ਇੱਕ ਧਿਰ ਹੈ ਤੇ ਮੈਂ ਸਟੋਰੀ ਨੂੰ ਡਿਗ ਆਊਟ ਕਰਨਾ ਹੈ, ਮੈਂ ਹਰ ਖੁੰਝੇ ਤੇ ਜਾ ਕੇ ਫਰੋਲੀ ਕਰਨੀ ਆ। ਪਰ ਸਰ ਜੋ ਤੁਹਾਨੂੰ ਕੋਣ ਕਹਿੰਦੇ ਪਰਸਨਲ ਲਾਈਫ, ਜਦੋਂ ਇਹ ਚੁਆਇਸ ਸੀ, ਤੁਸੀਂ ਸਟੋਰੀ ਬੰਦ ਕਰ ਦਿੰਦੇ ਇਸ ਤਰ੍ਹਾਂ ਨਹੀਂ। ਸੁਣੋ ਗੱਲ, ਮੈਂ ਪਹਿਲਾਂ ਆਲਰੇਡੀ ਪਰਮਿਸ਼ਨ ਲੈ ਚੁੱਕਾ ਹਾਂ ਇਸ ਸਟੋਰੀ ਨੂੰ ਪ੍ਰੋਸੀਡ ਕਰਨ ਲਈ। ਜਦੋਂ ਅਸੀਂ ਪਰਮਿਸ਼ਨ ਲੈ ਲੈਂਦੇ ਹਾਂ ਤਾਂ ਅਸੀਂ ਫਿਰ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਨਾ ਕਿਸੇ ਪਾਸੇ ਅਸੀਂ ਵਿਅਕਤੀ ਨੂੰ ਫੜ ਸਕੀਏ। ਹੋਸਟ ਜਿਹੜਾ ਆ, ਜਿੰਨਾ ਅਸੀਂ ਗੱਲਬਾਤ ਕਰਦੇ ਅਸੀਂ ਹੋਸਟ ਗਵਾਉਣੀ ਹੁੰਦੀ, ਉਹਦੀ ਹੋਸਟ ਦੀ ਪਰਿਭਾਸ਼ਾ ਪੰਜਾਬੀ ਦੇ ਵਿੱਚ for your kind information gentlemen, excuse me please, listen to me now please, can you? Sure sir. Okay please sir। ਹੋਸਟ ਉਹ ਹੁੰਦਾ ਜਿਹੜਾ ਕਿ ਜਿਸ ਨੇ ਇੰਟਰਵਿਊ ਕਰ ਉਹਦੀ ਹੋਸਟ ਗਵਾ ਦੇਵੇ ਤਾਂ ਉਹਦੇ ਕੋਲ ਹਰ ਚੀਜ਼ ਜਿਹੜੀ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦਾ, ਉਹਦੇ ਦਮ ਹੋਵੇ, ਉਹਨੂੰ ਪਤਾ ਹੋਵੇ ਕਿ ਮੈਂ ਕਿਵੇਂ ਕਿਸ ਤਰ੍ਹਾਂ ਹੋਸਟ ਗਵਾ ਕੇ ਸਾਰੀਆਂ ਗੱਲਾਂ ਇਹਦੇ ਕੋਲੋਂ ਮੂੰਹੋਂ ਕਢਾਉਣੀਆਂ ਆ, ਇਹ ਕ੍ਰੀਏਟਡ ਕੀਤੀਆਂ, ਜਿਸ ਕਰਕੇ ਜਿਸ ਐਂਗਲ ਤੋਂ ਮੈਂ ਬਾਤ ਕਰ ਰਿਹਾ, ਜਿਸ ਐਂਗਲ ਨੂੰ ਮੈਂ ਆਪਰੇਟ ਕਰ ਰਿਹਾ, ਆਈ ਨੋ ਵਾਟ ਆਮ ਡੂਇੰਗ। ਅਬ ਜੇ ਤੁਸੀਂ ਇਹਨੂੰ ਮਹਿਸੂਸ ਕੀਤਾ ਉਹਦੇ ਵਾਸਤੇ ਮੈਨੂੰ ਅਫਸੋਸ ਹੈ। ਮੈਂ ਤੁਸੀਂ ਆਪ ਹੀ ਕਰੋ, ਸਾਨੂੰ ਸੁਜੈਸ਼ਨ ਦਿਓ, ਮੇਰੀ ਸੁਜੈਸ਼ਨ ਹੈ। ਥੈਂਕ ਯੂ ਸੋ ਮਚ। ਆਪਕੀ ਚੁਆਇਸ, ਥੈਂਕ ਯੂ ਸੋ ਮਚ ਤੁਹਾਡਾ ਸਰ। No creating this show, not me, so ਸੈਸ਼ਨ ਵੈਲਕਮ। ਔਰ ਅਸੀਂ ਜੀ ਜੋ ਤੁਸੀਂ ਕਹਿੰਦੇ ਹੋ ਅਸੀਂ ਜ਼ਰੂਰ ਫਰਮਾਵਾਂਗੇ, ਠੀਕ ਹੈ ਸਰ। ਆਪ ਜੀ ਜੋ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ। ਕਲਜੀਤ ਜੀ ਸਰ ਮੱਚੇ ਸਰ, ਤੁਸੀਂ ਸਾਡੇ ਸਰ ਦੇ ਤਾਜ ਹੋ। ਨਹੀਂ ਆਮ ਜਸਟ ਤੁਸੀਂ ਜਦੋਂ ਵੀ ਆਉਂਦੇ ਹੋ। ਹਾਂਜੀ ਮਿਹਰਬਾਨੀ ਜੀ, ਮੇਰਾ ਸਮਾਂ ਘੱਟ ਰਿਹਾ ਜੀ। ਹਾਂਜੀ ਮਿਹਰਬਾਨੀ। ਇਹ ਕਰਨਵੀਰ ਲਾਈਨ ਤੇ ਤੁਸੀਂ। ਕਰਨਵੀਰ ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ। ਪੁਲਿਸ ਸਾਹਿਬ ਕੀ ਹੋ ਰਿਹਾ ਇਸ ਦੁਨੀਆ 'ਚ? ਇਹ ਸਟੋਰੀ ਬਾਰੇ ਤਾਂ ਜੀ ਮੈਂ ਇਹੀ ਕਹਿਣਾ ਵੀ ਇਹਨਾਂ ਦਾ ਜੀ ਪੈਚਅਪ ਹੋ ਜੇ ਤੇ ਇਕੱਠੇ ਹੋ ਜਾਣ ਜੀ, ਇਹ ਤੁਸੀਂ ਕਰਵਾ ਦਿਓ। ਤੇ ਜੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਜੀ, ਜਦੋਂ ਕਾਲ ਆਉਂਦੀ ਹੈ ਜੀ ਜਿਹੜਾ ਤੁਹਾਨੂੰ ਡਿਸਟਰਬ ਕਰਦਾ, ਐਵੇਂ ਨਾ ਜੀ ਤੁਸੀਂ ਗੌਲਿਆ ਕਰੋ, ਤੁਸੀਂ ਸਿਰਾ ਕੰਮ ਕਰਦੇ ਹੋ ਜੀ। ਤੇ ਤੁਹਾਡੇ ਲਈ ਜੀ ਇੱਕ ਲਾਈਨ ਬਾਸੀ ਸਾਹਿਬ ਉਹਨਾਂ ਚੋਂ ਨੇ ਜਿਨ੍ਹਾਂ ਨੂੰ ਲੋਕੀ ਸਿਰਾ ਕਹਿੰਦੇ ਨਹੀਂ, ਐਵੇਂ ਕਾਲਾਂ ਤੋਂ ਨਾ ਜੀ ਤੁਸੀਂ ਡਿਸਟਰਬ ਹੋਇਆ ਕਰੋ ਜੀ, ਇਹ ਤਾਂ ਕਰਦੇ ਹੀ ਰਹਿਣਗੇ। ਧੰਨਵਾਦ ਜੀ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਨੰਬਰ 2 ਕਾਲਰ ਲਾਈਨ ਤੁਸੀਂ। ਹੈਲੋ ਜੀ ਭੈਣ ਜੀ, ਗੋ ਹੈਡ ਪਲੀਜ਼। ਓਕੇ ਬਾਸੀ ਜੀ, ਮੈਂ ਸਤਿੰਦਰ ਬੰਦਾ ਬੋਲਦੀ ਹਾਂ ਜੀ। ਮੈਂ ਇਹ ਕਹਿਣਾ ਸੀ ਕਿ ਮੈਨੂੰ ਅੱਜ ਦੀ ਸਟੋਰੀ ਨਹੀਂ, ਮੈਂ ਤੁਹਾਡੇ ਨਾਲ ਜਨਰਲੀ ਗੱਲ ਕਰ ਰਹੀ ਹਾਂ ਕਿ ਇਹ ਜਿਹੜੀ ਮੈਰਿਜ ਦਾ ਕਨਸੈਪਟ ਵਾ ਇਹ ਕੀ ਸ਼ੁਰੂ ਹੋਇਆ ਆ। ਸਾਨੂੰ ਤਾਂ ਸੁਪਨੇ 'ਚ ਵੀ ਡਰ ਲੱਗਣ ਲੱਗ ਗਿਆ ਕਿ ਅੱਜ ਕੱਲ੍ਹ ਨੂੰ ਬੱਚਿਆਂ ਦਾ ਕੀ ਹੋਊਗਾ, ਕਿਉਂਕਿ ਦੇਖੋ ਇਹਦੇ ਵਿੱਚ ਇੱਕ ਪੇਰੈਂਟਸ ਵੀ ਤੇ ਇਨਵੋਲਵ ਹੈਗੇ ਆ ਨਾ। ਪੇਰੈਂਟਸ ਵੀ ਬੱਚਿਆਂ ਨੂੰ ਅਲਾਉ ਕਰਦੇ ਆ ਕਿ ਕੁੜੀ ਪੈਸਾ ਲੈ ਲੇ ਜਾਂ ਮੁੰਡਾ ਪੈਸੇ ਲੈ ਲੇ ਤੇ ਅਸੀਂ ਮਤਲਬ ਏਦਾਂ ਕਰ ਲਈਏ, ਹਨਾ ਜੀ। ਇੱਕ ਸਾਡਾ ਜ਼ਮਾਨਾ ਸੀ ਕਿ ਜਦੋਂ ਪੇਰੈਂਟਸ, ਅਸੀਂ ਇਹਨਾਂ ਤੋਂ ਪਿਛਲੀ ਜਨਰੇਸ਼ਨ ਹੀ ਆ, ਕੋਈ ਬਹੁਤ ਇਹ ਨਹੀਂ। ਪਿੱਛੇ ਆਪਣੀ ਆਵਾਜ਼ ਬੰਦ ਕਰੋਗੇ? ਟੀਵੀ ਦੀ ਆਵਾਜ਼ ਚੱਲ ਰਹੀ ਆ, ਉਹ ਗੜੂ ਗੜੂ ਕਰ ਰਹੀ ਹੈ। ਹਾਂਜੀ ਉਹਨੂੰ ਬੰਦ ਕਰ ਦਿਓ, ਚੰਗੀ ਗੱਲ ਹੈ ਪਲੀਜ਼। ਸਾਡੇ ਇੱਕ
ਫਾਦਰ ਸਾਹਿਬ ਜਿੱਦਾਂ ਸਾਡੇ ਏਜ ਦੇ ਜਿਹੜੇ ਜਿਨ੍ਹਾਂ ਦੇ ਫਾਦਰ ਸੀਗੇ, ਉਹ ਸਾਰਿਆਂ ਦੀ ਇਹ ਸੋਚ ਸੀ ਜਦੋਂ ਵੀ ਕੁੜੀ ਜਾਂ ਮੁੰਡੇ ਦਾ ਵਿਆਹ ਕੀਤਾ ਜਾਂਦਾ ਸੀ, ਬੱਚਾ ਮੈਂਟਲੀ ਪ੍ਰਿਪੇਅਰ ਕੀਤਾ ਜਾਂਦਾ ਸੀ ਕਿ ਤੂੰ ਹੁਣ ਬਗਾਨੇ ਘਰ ਦੇ ਵਿੱਚ ਜਾਣਾ ਆ ਤੇਰੀਆਂ ਰਿਸਪੌਂਸਿਬਿਲਿਟੀਜ਼ ਹੈਗੀਆਂ ਆ ਤੇ ਤੂੰ ਆਪਣੀਆਂ ਰਿਸਪੌਂਸਿਬਿਲਿਟੀਜ਼ ਨਿਭਾਉਣੀਆਂ ਆ ਤੇ ਉਸ ਘਰ ਦੇ ਵਿੱਚੋਂ ਤੇਰੀ ਅਸੀਂ ਡੋਲੀ ਤੋੜਨ ਲੱਗੇ ਆ ਤੇ ਅਰਥੀ ਉੱਠੂਗੀ ਬੇਟਾ। ਇਦਾਂ ਨਹੀਂ ਹੈਗਾ ਕਿ ਤੁਸੀਂ ਬੰਦੇ ਨੂੰ ਛੱਡ ਕੇ ਭੱਜ ਜਾਓ ਜਾਂ ਕੁਛ ਏਦਾਂ। ਸੋ ਪੂਰੀ ਉਹ ਇੱਕ ਹਿੰਮਤ ਦਿੰਦੇ ਸੀਗੇ ਕਿ ਆਪਣੇ ਵਿਆਹ ਦੀ ਲਾਈਫ ਨੂੰ ਤੁਸੀਂ ਕਿੱਦਾਂ ਨਿਭਾਉਣਾ ਆ ਤੇ ਕਿੱਦਾਂ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਆ, ਹਨਾ। ਔਰ ਜੇ ਕੋਈ ਥੋੜੀ ਬਹੁਤੀ ਘਰਾਂ 'ਚ ਲੜਾਈ ਝਗੜੇ ਹੋ ਵੀ ਜਾਂਦੇ ਸੀ ਤਾਂ ਬੱਚੇ ਨੂੰ ਇੰਨੀ ਮਤਲਬ ਮੈਂਟਲੀ ਸਟਰੋਂਗ ਹੁੰਦੇ ਸੀ ਉਹ ਕਿ ਸਾਡੇ ਫਾਦਰ ਨੇ ਇਹ ਗੱਲ ਕਹੀ ਹੋਈ ਆ ਤੇ ਅਸੀਂ ਆਪਣੇ ਘਰ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰਦੇ ਸੀ, ਹਰ ਸਿਚੁਏਸ਼ਨ ਨੂੰ ਹੈਂਡਲ ਕਰਦੇ ਸੀ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇਹ ਵਿਆਹ ਲਈ ਜਿਹੜੇ ਸਿਆਣੇ ਬਜ਼ੁਰਗ ਇਹਨਾਂ ਦੇ ਪੇਰੈਂਟਸ ਆ ਵੀ ਉਹਨਾਂ ਨੂੰ ਵੀ ਕੋਈ ਸੈਂਸ ਨਹੀਂ ਹੈਗੀ ਕਿ ਤੁਸੀਂ ਕੀ ਕਰ ਰਹੇ ਜੇ, ਕੀ ਤੁਸੀਂ ਮਤਲਬ ਇਹ ਸਮਾਜ ਸਾਡੀ ਕਿੰਨੀ ਨਿਗਾਰਤਾ ਵੱਲ ਜਾ ਰਿਹਾ ਆ, ਕਿੰਨਾ ਲੋ ਲੈਵਲ ਤੇ ਇਸ ਰਿਸ਼ਤੇ ਨੂੰ ਤੁਸੀਂ ਸਿੱਟੀ ਜਾ ਰਹੇ ਜੇ, ਇਹ ਕੀ ਬਣੂਗਾ। ਬੜਾ ਹੀ ਜ਼ਿਆਦਾ ਲਾਈਕ ਸੋਚ ਵਿਚਾਰ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸੋ ਗੌਰਵ, ਪੰਜਾਬ 'ਚ ਬਲਜਿੰਦਰ ਇਹ ਵਨ ਸਾਈਡਡ ਸਟੋਰੀ ਜਿਹੜੀ ਆ ਫਿਰ ਦੁਬਾਰਾ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਫਿਰ ਦੁਬਾਰਾ ਤੁਹਾਡੇ ਹਸਬੈਂਡ ਨਾਲ, ਤੁਹਾਡੀ ਸੱਸ ਨਾਲ ਗੱਲਬਾਤ ਕਰਨ ਦੀ। ਪਰ ਜੋ ਤੁਸੀਂ ਕਹਿ ਰਹੇ ਹੋ ਉਹ ਲੋਕਾਂ ਨੇ ਸੁਣਿਆ ਔਰ ਅਸੀਂ ਵੀ ਸੁਣਿਆ, ਇਹ ਅਸੀਂ YouTube ਤੇ ਪਾ ਚੁੱਕੇ ਹਾਂ। ਸੋ ਬੜੀ ਮਿਹਰਬਾਨੀ ਔਰ ਤੁਹਾਡਾ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਗੌਰਵ, ਪੰਜਾਬ 'ਚ ਅਸੀਂ ਅਮਰਜੀਤ ਕੁਝ ਕਹਿਣਾ ਚਾਹੁੰਦੇ ਹੋ? ਪਰਿਵਾਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਅਮਰ ਜੀ, ਬਾਸੀ ਸਾਹਿਬ ਨੂੰ ਲੜਕੀ ਨੂੰ ਇੱਕ ਮਿੰਟ ਜੀ, ਉਹਨੇ ਡਿਸਕਨੈਕਟ ਤਾਂ ਨਹੀਂ ਕੀਤਾ? ਨਹੀਂ, ਸ਼ੀ ਸਟਿਲ ਆਨਲਾਈਨ ਸਰ। ਹਾਂਜੀ ਬੇਟਾ, ਜੇ ਤੁਸੀਂ ਬਹੁਤ ਵਧੀਆ ਗੱਲ ਕੀਤੀ ਔਨ ਦੀ 에ਅਰ ਪਬਲਿਕ ਦੇ ਵਿੱਚ, ਤੁਸੀਂ ਇਹ ਪ੍ਰੋਮਿਸ ਕੀਤਾ ਹੈਗਾ ਵੇ, ਮੈਂ ਬਹੁਤ ਤੁਹਾਡੇ ਤੋਂ ਖੁਸ਼ ਹੈਗਾ ਕਿ ਤੁਸੀਂ ਪੈਚਅਪ ਕਰਨ ਨੂੰ ਰੈਡੀ ਆ। ਤੇ ਮੈਂ ਸਿੱਧੂ ਸਾਹਿਬ ਨੂੰ ਆਫ ਦੀ 에ਅਰ ਮੈਂ ਤੁਹਾਡੀ ਹੈਲਪ ਵਾਸਤੇ ਉੱਥੇ ਬੰਦਿਆਂ ਦਾ ਨਾਂ ਦੱਸ ਦਿੰਦਾ। ਤੂੰ ਆਪਣੇ ਫਾਦਰ ਨੂੰ ਲੈ ਕੇ ਸਿੱਧਾ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਇੰਨੀ ਰਿਕੁਐਸਟ ਕਰ ਲਾ ਕਿ ਮੇਰਾ ਪੈਚਅਪ ਕਰਾ ਦਿਓ ਔਰ ਉਹ 100% ਤੇਰੀ ਉਹ ਹੈਲਪ ਕਰਨਗੇ। ਬਸ ਮੈਂ ਤੁਹਾਨੂੰ ਪਹਿਲਾਂ ਵੀ ਫੋਨ ਕੀਤਾ, ਮੇਰੇ ਫਰੈਂਡ ਦੀ ਡੈਥ ਹੋ ਚੁੱਕੀ ਹੈ, ਮੇਰੇ ਕੋਲ ਉਸ ਪਰਿਵਾਰ ਦਾ ਨੰਬਰ ਨਹੀਂ ਹੈਗਾ। ਅਸੀਂ ਮੇਰੇ ਕੋਲ ਉਸ ਪਰਿਵਾਰ ਦਾ ਨੰਬਰ ਨਹੀਂ ਹੈਗਾ। ਉਹ ਤੇਰਾ 100% ਤੇਰੀ ਉਹ ਹੈਲਪ ਕਰਨਗੇ। ਔਰ ਉਹ ਮੈਸਮਪੁਰ ਪਿੰਡ ਦੇ ਵਿੱਚ ਉਹ ਨੋਨ ਬੰਦੇ ਨੇ। ਮਿਹਰਬਾਨੀ, ਬਹੁਤ ਸਿੱਧੂ ਸਾਹਿਬ ਨੂੰ ਕਹੋ ਮੇਰੇ ਜਰਾ ਅਟੈਂਡ ਕਰ ਲੈ। ਮਿਹਰਬਾਨੀ, ਬਹੁਤ ਸ਼ੁਕਰੀਆ।